ਫੇਸਬੁੱਕ ਪਰਿਵਾਰ ਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਹੋਰ ਕਿਵੇਂ ਹੋ? ਆਓ ਜੀ ਰੇਡੀਓ ਵੱਲ ਚੱਲਦੇ ਆਂ, ਗੱਲਾਂ ਬਾਤਾਂ ਤੁਹਾਡੇ ਨਾਲ ਸਭ ਦੇ ਨਾਲ ਸਾਂਝੀਆਂ ਕਰਦੇ ਆਂ ਜੀ। FM 90.4 ਅਵਤਾਰ ਰੇਡੀਓ ਸੁਣਨ ਵਾਲੇ ਸਾਰੇ ਹੀ ਸਰੋਤਿਆਂ ਨੂੰ ਅਮਨਦੀਪ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਤੇ ਪ੍ਰੋਗਰਾਮ ਸਾਂਝ ਲੈ ਕੇ ਤੁਹਾਡੇ ਨਾਲ ਰੂਬਰੂ ਆਂ। ਤੋ ਸਾਂਝ ਪ੍ਰੋਗਰਾਮ ਦੇ ਵਿੱਚ ਆਓ ਫਿਰ ਗੱਲਾਂ ਬਾਤਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਆਂ ਸਿਹਤ ਨੂੰ ਲੈ ਕੇ। ਬਾਕੀ ਦੇ ਕੰਮ ਬਾਅਦ ਚ, ਪਹਿਲਾਂ ਸਿਹਤ ਜ਼ਰੂਰੀ ਆ। ਤੇ ਵੱਖ-ਵੱਖ ਵਿਸ਼ੇ ਹੁੰਦੇ ਨੇ, ਵੱਖ-ਵੱਖ ਗੱਲਾਂ ਬਾਤਾਂ, ਕਈ ਵਾਰ ਸਾਡੀਆਂ ਆਪਣੀਆਂ ਹੀ ਕੁਝ ਖਾਸ ਗੱਲਾਂ ਬਾਤਾਂ ਹੁੰਦੀਆਂ ਨੇ। ਪਰ ਅੱਜ ਮੇਰੇ ਨਾਲ ਸਟੂਡੀਓ ਦੇ ਵਿੱਚ ਡਾਕਟਰ ਨਵਜੋਤ ਜੀ ਹੈਗੇ ਨੇ, ਉਹਨਾਂ ਨਾਲ ਗੱਲਾਂ ਬਾਤਾਂ ਕਰਾਂਗੇ। ਕਿਉਂਕਿ ਜਿਹੜਾ ਦੌਰ ਹੈ ਨਾ, ਸਾਡੇ ਖਾਣ ਪੀਣ ਤੋਂ ਹੋਈਆਂ ਲਾਪਰਵਾਹੀਆਂ ਮੈਂ ਕਹਿ ਲਵਾਂ, ਜਾਂ ਖਾਣ ਪੀਣ ਲੱਗਿਆਂ ਕੁਝ ਨਹੀਂ ਖਾਣਾ, ਜਾਂ ਖਾਣ ਲੱਗਿਆਂ ਬਹੁਤਾ ਜ਼ਿਆਦਾ ਖਾ ਲੈਣਾ, ਹੈ ਨਾ, ਤਾਂ ਇਹ ਵੀ ਕਹਿ ਸਕਦੇ ਹਾਂ। ਬਾਕੀ ਸਮੇਂ ਦੀ ਭੱਜ ਦੌੜ ਦਾ ਜਾਂ ਕੁਝ ਵੀ ਹੋਰ, ਹਨਾ, ਇਹ ਸਾਰੀਆਂ ਚੀਜ਼ਾਂ ਨੂੰ ਆਪਾਂ ਲੈ ਕੇ ਆਵਾਂਗੇ। ਅੱਜ ਦਾ ਖਾਸ ਗੱਲ ਕਰਨੀ ਆ ਕਿਉਂਕਿ ਅਸੀਂ ਸਮਝਦੇ ਹਾਂ। ਮੈਂ ਆਪਣੀਆਂ ਗੱਲਾਂ ਲੱਗੀ, ਭੈਣ ਨੂੰ ਤਾਂ ਸ਼ਾਮਲ ਕੀਤਾ ਨੇ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਜੀ। ਹੋਰ ਜੀ ਸਿਹਤਾਂ ਕਿਵੇਂ ਆ? ਬਹੁਤ ਵਧੀਆ ਜੀ, ਚੜ੍ਹਦੀ ਕਲਾ ਹੈ। ਚਲੋ ਚੜ੍ਹਦੀ ਕਲਾ ਜੀ ਚਾਹੀਦੀ ਆ। ਅੱਜ ਗੱਲ ਕਰਾਂਗੇ ਜੀ, ਬਹੁਤ ਸ਼ਿਕਾਇਤਾਂ, ਬਹੁਤ ਜਦੋਂ ਭੈਣ ਭਰਾ ਹਨਾ ਕਿਤੇ ਨਾ ਕਿਤੇ ਇਸ ਚੀਜ਼ ਨਾਲ ਦੋ ਚਾਰ ਹੁੰਦੇ ਆ। ਮੈਂ ਜੇ ਸ਼ਬਦ ਬੋਲਾਂ ਤਾਂ ਘੱਟ ਨਹੀਂ ਹੋਊਗਾ। ਹਰ ਪਰਿਵਾਰ ਦੇ ਵਿੱਚ ਇੱਕ ਅੱਧਾ ਜੀ ਇਸ ਚੀਜ਼ ਦੇ ਨਾਲ ਡਾਕਟਰਾਂ ਦੇ ਮੁਤਾਬਿਕ, ਉਹਨਾਂ ਦੀ ਰਿਸਰਚ ਦੇ ਮੁਤਾਬਿਕ ਜੂਝ ਰਿਹਾ ਆ। ਅੱਜ ਗੱਲ ਕਰਾਂਗੇ ਆਪਾਂ ਪੱਥਰੀ ਤੇ। ਇਹ ਪੱਥਰੀ ਹੈ ਕੀ ਹੈ, ਹਨਾ। ਸੋ ਇਸ ਬਾਰੇ ਖੁੱਲੀ ਵਿਚਾਰ ਚਰਚਾ ਦੇ ਵਿੱਚ ਮੇਰੇ ਨਾਲ ਸਹਿਯੋਗ ਮੇਰਾ ਦੇਣਗੇ ਤੇ ਇਸ ਬਾਰੇ ਪੂਰੀ ਬਰੀਕੀ ਦੇ ਨਾਲ ਸਾਨੂੰ ਜਾਣਕਾਰੀ ਦੇਣਗੇ ਡਾਕਟਰ ਨਵਜੋਤ ਜੀ। ਡਾਕਟਰ ਨਵਜੋਤ ਜੀ, ਪਹਿਲਾਂ ਤੇ ਗੱਲ ਕਰਦੇ ਆਂ, ਪੱਥਰੀ ਕਿਹੜੇ ਦੋ ਭਾਗਾਂ ਦੇ ਵਿੱਚ? ਮੈਂ ਦੋ ਭਾਗ ਜਾਣਦੀ, ਬਾਕੀ ਮੈਨੂੰ ਨਹੀਂ ਪਤਾ ਪੱਥਰੀ ਕਿਹੜੇ ਭਾਗਾਂ ਦੇ ਵਿੱਚ ਹੁੰਦੀ। ਪੱਥਰੀ ਹੈ ਕੀ ਆ, ਤੇ ਜੇ ਹੈਗੀ ਆ ਤਾਂ ਕਿੱਥੇ ਪਨਪਦੀ, ਕਿਉਂ? ਆਪਾਂ ਸਾਰੀਆਂ ਚੀਜ਼ਾਂ ਲਾਵਾਂਗੇ। ਪਹਿਲਾਂ ਤਾਂ ਪੱਥਰੀ ਕਿਹੜੇ ਦੋ ਭਾਗਾਂ ਦੇ ਵਿੱਚ ਜਾਂਦੀ ਆ? ਜਿਹੜੀ ਪੱਥਰੀ ਹੁੰਦੀ ਹੈ ਜੀ, ਉਹ ਆਮ ਤੌਰ ਤੇ ਆਪਾਂ ਜਦੋਂ ਸ਼ਬਦ ਵਰਤਦੇ ਆ ਤੇ ਆਮ ਜਿਹੜੀ ਦੁਨਿਆਵੀ ਭਾਸ਼ਾ ਦੇ ਵਿੱਚ ਗੱਲ ਕਰ ਲੈਂਦੇ ਆ ਤਾਂ ਕਹਿ ਦਿੰਦੇ ਆ ਜੀ ਗੁਰਦੇ ਦੇ ਵਿੱਚ ਪੱਥਰੀ ਹੋ ਗਈ। ਗੁਰਦਾ, ਹੁਣ ਇਹ ਗੁਰਦਾ ਹੈ ਕੀ ਆ? ਕੰਮ ਕੀ ਕਰਦਾ? ਸਾਡੇ ਸਰੀਰ ਦੇ ਕਿਹੜੇ ਪਾਸੇ ਹੁੰਦਾ? ਫਿਰ ਇਹਦਾ ਕੰਮ ਕੀ ਹੈ? ਕੀ ਦੇਖ ਰੇਖ ਕਰਦਾ? ਕਿ ਵਾਧੂ ਸਿਸਟਮ ਆ? ਨਹੀਂ ਜੀ, ਸਾਡੇ ਸਰੀਰ ਦਾ ਇੱਕ ਬਹੁਤ ਹੀ ਜ਼ਰੂਰੀ ਸਿਸਟਮ ਹੈ, ਬਹੁਤ ਹੀ ਵਧੀਆ ਸਿਸਟਮ ਹੈ, ਪਰਮਾਤਮਾ ਵੱਲੋਂ ਲਗਾਇਆ ਗਿਆ ਹੈ, ਜਿਹੜਾ ਕੁਦਰਤ ਵੱਲੋਂ ਸਾਡੇ ਸਰੀਰ ਦੇ ਵਿੱਚ। ਜੀ, ਜਿਸ ਤਰ੍ਹਾਂ ਸਾਡੇ ਸਰੀਰ ਦੇ ਵਿੱਚ ਜ਼ਹਿਰੀਲੇ ਪਦਾਰਥ ਜਦੋਂ ਪੈਦਾ ਹੁੰਦੇ ਆ, ਬਹੁਤ ਸਾਰੇ ਐਕਸਕ੍ਰੀਟਰੀ ਸਿਸਟਮ ਹੈ ਸਾਡੇ ਬੋਡੀ ਦੇ ਵਿੱਚ। ਜੀ, ਜਿੱਦਾਂ ਕਿ ਅਸੀਂ ਕੋਈ ਚੀਜ਼ ਖਾਧੀ, ਗਲੂਕੋਜ਼ ਜਿਹੜਾ ਸੀਗਾ ਸਾਡੀ ਬੋਡੀ ਵਿੱਚ, ਜਿਹੜਾ ਆਪਾਂ ਕੋਈ ਚੀਜ਼ ਖਾਧੀ, ਗਲੂਕੋਜ਼ ਜਿਹੜਾ ਹੈਗਾ ਹੈ, ਜਦੋਂ ਸਾਡੇ ਸਰੀਰ ਵਿੱਚ ਜਾ ਕੇ ਜਦੋਂ ਆਕਸੀਜਨ ਦੇ ਨਾਲ ਮਿਲਦਾ ਹੈ ਤੇ ਉਤੋਂ ਜਿਹੜਾ ਵੇਸਟ ਪ੍ਰੋਡਕਟ ਇੱਕ ਪੈਦਾ ਹੁੰਦਾ ਹੈ, ਉਹ ਕਾਰਬਨ ਡਾਈਆਕਸਾਈਡ ਹੁੰਦਾ ਹੈ, ਜਿਹੜਾ ਕਿ ਸਾਡੇ ਫੇਫੜਿਆਂ ਦੇ ਮਾਧਿਅਮ ਤੋਂ ਬਾਹਰ ਨਿਕਲਦਾ ਹੈ। ਜੀ, ਇਸੇ ਤਰ੍ਹਾਂ ਇਹ ਸਾਡਾ ਇੱਕ ਐਕਸਕ੍ਰੀਟਰੀ ਸਿਸਟਮ ਦਾ ਵੀ ਕੰਮ ਕਰਦਾ ਹੈ। ਇਸ ਤੋਂ ਇਲਾਵਾ ਜਿੱਦਾਂ ਸਾਡੇ ਸਰੀਰ ਦੇ ਵਿੱਚ ਡਾਈਜੈਸਟਿਵ ਸਿਸਟਮ ਹੈ, ਅਸੀਂ ਭੋਜਨ ਖਾਧਾ, ਮੂੰਹ ਰਾਹੀਂ ਫੂਡ ਪਾਈਪ ਵਿੱਚ ਗਿਆ, ਸਟਮਕ ਵਿੱਚ ਗਿਆ, ਉਸ ਤੋਂ ਬਾਅਦ ਸਾਡੀਆਂ ਅੰਤਾਂ ਵਿੱਚ ਗਿਆ ਤੇ ਉੱਥੇ ਜਾ ਕੇ ਉਹਦੇ ਵਿੱਚ ਮਲ ਵਿੱਚ ਪ੍ਰਵਿਰਤ ਹੋਇਆ। ਜੀ, ਤੇ ਇਹ ਵੀ ਸਾਡਾ ਜਿਹੜਾ ਮਲ ਵੀ ਜਿਹੜਾ ਹੈਗਾ ਹੈ, ਇੱਕ ਸਾਡਾ ਵੇਸਟ ਪ੍ਰੋਡਕਟ ਹੈ। ਬਿਲਕੁਲ ਇਸੇ ਤਰ੍ਹਾਂ ਸਾਡੇ ਖੂਨ ਦੇ ਵਿੱਚ, ਸਾਡੇ ਸਰੀਰ ਦੇ ਵਿੱਚ ਬਹੁਤ ਸਾਰੀਆਂ ਰਸਾਇਣਿਕ ਪ੍ਰਕਿਰਿਆਵਾਂ ਹੁੰਦੀਆਂ ਨੇ। ਬਿਲਕੁਲ, ਜਿਹਦੇ ਤੋਂ ਵੇਸਟ ਮਟੀਰੀਅਲ ਜਾਂ ਜਿਹੜੀ ਗੰਦਗੀ ਜਿਹੜੀ ਹੈ ਉਹ ਪੈਦਾ ਹੁੰਦੀ ਹੈ, ਜਿਹੜੀ ਸਾਨੂੰ ਦਿਖਦੀ ਨਹੀਂ, ਪਰ ਉਹ ਸਾਰਾ ਸਿਸਟਮ ਅੰਦਰੋਂ ਮਸ਼ੀਨਰੀ ਪਰਮਾਤਮਾ ਨੇ ਬਣਾਈ ਜਿਹੜੀ ਚੱਲਦੀ ਆ। ਜੀ ਬਿਲਕੁਲ, ਜਿਸ ਤਰ੍ਹਾਂ ਮਸਲ ਦੇ ਵਿੱਚ ਇੱਕ ਵੇਸਟ ਪ੍ਰੋਡਕਟ ਪੈਦਾ ਹੁੰਦਾ ਹੈ, ਉਸਨੂੰ ਅਸੀਂ ਕ੍ਰੈਟਿਨਿਨ ਕਹਿੰਦੇ ਆ। ਇਸੇ ਤਰ੍ਹਾਂ ਸਾਡੇ ਲਿਵਰ ਦੇ ਵਿੱਚ ਇੱਕ ਵੇਸਟ ਪ੍ਰੋਡਕਟ ਪੈਦਾ ਹੁੰਦਾ ਹੈ, ਉਸਨੂੰ ਅਸੀਂ ਯੂਰੀਆ ਕਹਿੰਦੇ ਆ। ਇਸੇ ਤਰ੍ਹਾਂ ਯੂਰਿਕ ਐਸਿਡ ਵੀ ਸਾਡੇ ਸਰੀਰ ਦੇ ਵਿੱਚ ਪੈਦਾ ਹੁੰਦਾ ਹੈ, ਤੇ ਇਹ ਸਾਰੀ ਗੰਦਗੀ ਜਿਹੜੀ ਹੈ ਖੂਨ ਦੇ ਵਿੱਚ ਇਕੱਠੀ ਹੋ ਜਾਂਦੀ ਹੈ। ਤੇ ਇਹ ਸਾਰਾ ਖੂਨ, ਸਾਰੇ ਦਾ ਸਾਰਾ ਸਾਡੇ ਜਿਹੜੇ ਗੁਰਦੇ ਆ, ਜਿਹਨੂੰ ਅਸੀਂ ਕਿਡਨੀਜ਼ ਕਹਿੰਦੇ ਆ, ਠੀਕ ਹੈ, ਉਹਨਾਂ ਦੇ ਵਿੱਚ ਇਹ ਆਂਦਾ ਹੈ ਤੇ ਉੱਥੇ ਇਹਦੀ ਸਫਾਈ ਹੁੰਦੀ ਹੈ। ਜਿਹੜਾ ਵੇਸਟ ਪ੍ਰੋਡਕਟ ਸਾਡੇ ਸਰੀਰ ਦੇ ਵਿੱਚ, ਗੰਦਗੀ ਸਾਡੇ ਸਰੀਰ ਦੇ ਵਿੱਚ ਜਿਹੜੀ ਕਈ ਰਸਾਇਣਿਕ ਤੱਤਾਂ ਦੇ ਜਿਹੜੇ ਹੈਗੇ ਆ, ਉਹ ਬਣਨ ਤੋਂ ਤੇ ਟੁੱਟਣ ਤੋਂ ਜਿਹੜੀ ਬਣਦੀ ਹੈ, ਉਹਦੇ ਨਾਲ ਰਸਾਇਣਿਕ ਕਿਰਿਆਵਾਂ ਜਦੋਂ ਹੁੰਦੀਆਂ ਨੇ ਤੇ ਉਹ ਗੰਦਗੀ ਜਿਹੜੀ ਸਾਰੀ ਦੀ ਸਾਰੀ ਉਹ ਗੁਰਦਿਆਂ ਦੇ ਮਾਧਿਅਮ ਰਾਹੀਂ ਫਿਲਟਰ ਹੋ ਕੇ ਜਿਹੜਾ ਉਹ ਬਾਹਰ ਆਉਂਦੀ ਹੈ। ਬਿਲਕੁਲ ਬਿਲਕੁਲ।
ਤੇ ਗੁਰਦਿਆਂ ਦਾ ਕੰਮ ਆ ਜਿਹੜਾ ਸਾਰੇ ਤੱਤ ਜਿੱਦਾਂ ਦੇ ਵੀ ਆਏ ਆ ਉਹਨਾਂ ਨੂੰ ਜਿਹੜੇ ਜਿਹੜੇ ਕੰਮ ਭੇਜਣਾ ਭੇਜ ਦਿੰਦੇ ਆ। ਜੇ ਵੇਸਟ ਆ ਉਹਨੂੰ ਬਾਹਰ ਕਿਵੇਂ ਕੱਢਣਾ ਆ, ਹਨਾ, ਤਾਂ ਜਿਹੜੀ ਚੀਜ਼ ਆ ਜਿਹੜੀ ਜਿੱਥੇ ਲੋੜ ਆ ਉਧਰਲੇ ਸਿਰੇ ਨੂੰ ਭੇਜਣਾ ਆ। ਗੁਰਦੇ ਇਹਨਾਂ ਮੇਨ ਕੰਮ ਕਰਦੇ ਆ, ਪਰ ਇਹਨਾਂ ਦੀ ਦੇਖ ਰੇਖ ਕਿੱਥੇ ਕੁ ਸਾਡੀ ਅੱਜ ਖੜੀ ਆ? ਗੁਰਦਿਆਂ ਦੀ ਦੇਖ ਰੇਖ ਬਹੁਤ ਘੱਟ ਹੋ ਰਹੀ ਹੈ, ਕਿਉਂਕਿ ਸਾਡੇ ਸਰੀਰ ਦੀ ਹੀ ਦੇਖ ਰੇਖ ਅਸਲ ਵਿੱਚ ਬਹੁਤ ਘੱਟ ਹੋ ਰਹੀ ਹੈ। ਕਿਉਂਕਿ ਅਸੀਂ ਆਪਣਾ ਆਹਾਰ ਤੇ ਵਿਹਾਰ ਜਿਹੜੇ ਆ ਉਹ ਆਪਾਂ ਸਾਰੇ ਹੀ ਗਲਤ ਕੀਤੇ ਹੋਏ ਆ, ਜਿਹਦੇ ਕਰਕੇ ਜਿਹੜੀ ਹੈ ਜਿੱਥੇ ਆਪਣੇ ਪੂਰੇ ਸਰੀਰ ਤੇ ਇਫੈਕਟ ਪੈਂਦਾ ਹੈ, ਉਸੇ ਤਰ੍ਹਾਂ ਸਾਡਾ ਜਿਹੜਾ ਹੈਗਾ ਗੁਰਦਿਆਂ ਦੇ ਉੱਤੇ ਵੀ ਪ੍ਰਭਾਵ ਪੈਂਦਾ ਹੈ। ਆਯੁਰਵੇਦ ਦੇ ਹਿਸਾਬ ਦੇ ਨਾਲ ਆਪਾਂ ਗੁਰਦਿਆਂ ਨੂੰ ਦੇਖਣਾ ਆ ਤੇ ਪੱਥਰੀ ਨੂੰ ਵੀ ਦੇਖਣਾ ਹੈ। ਇਹਦੇ ਬਾਰੇ ਥੋੜੀ ਜਿਹੀ ਵਿਚਾਰ ਚਰਚਾ ਹੋਣੀ ਜ਼ਰੂਰੀ ਹੈ, ਕਿਉਂਕਿ ਅਸੀਂ ਕਦੇ ਹਨਾ ਜਿਹੜਾ ਸਾਨੂੰ ਬਹੁਤ ਬਰੀਕੀ ਦੇ ਨਾਲ ਕੰਮ ਦੇ ਰਿਹਾ ਆ, ਸਾਨੂੰ ਚਲਾ ਰਿਹਾ, ਅਸੀਂ ਉਹਦੇ ਬਾਰੇ ਕੁਝ ਧਿਆਨ ਹੀ ਨਹੀਂ ਦਿੰਦੇ। ਧਿਆਨ ਕਿੱਥੋਂ ਹਟਿਆ ਤੇ ਕਿੱਥੇ ਜਾ ਕੇ ਡਿੱਗਦਾ ਆ, ਆਪਾਂ ਆਯੁਰਵੇਦ ਦੇ ਹਿਸਾਬ ਦੇ ਨਾਲ ਜਾਣਾਂਗੇ ਜੀ। ਜਿਹੜਾ ਸਾਡੇ ਸਰੀਰ ਹੈ ਉਹਦੇ ਵਿੱਚ ਜਿਹੜਾ ਸਾਡੇ ਗੰਦਗੀ ਨੂੰ ਕੱਢਣ ਵਾਲਾ ਜਿਹੜਾ ਮੁੱਖ ਸਿਸਟਮ ਜਿਹੜਾ ਹੈਗਾ ਉਹ ਸਾਡਾ ਐਕਸਕ੍ਰੀਟਰੀ ਸਿਸਟਮ ਹੈ। ਉਹਦੇ ਵਿੱਚ ਅਸੀਂ ਐਕਸਕ੍ਰੀਟਰੀ ਸਿਸਟਮ ਦੇ ਵਿੱਚ ਸਾਡਾ ਜਿਹੜਾ ਹੈਗਾ ਗੁਰਦੇ ਆਉਂਦੇ ਆ, ਪਰ ਆਮ ਤੌਰ ਤੇ ਅਸੀਂ ਜਦੋਂ ਕੋਈ ਪ੍ਰੋਬਲਮ ਹੁੰਦੀ ਤਾਂ ਅਸੀਂ ਕਹਿੰਦੇ ਗੁਰਦਿਆਂ ਦੀ ਪ੍ਰੋਬਲਮ ਹੋ ਗਈ। ਏਦਾਂ ਨਹੀਂ, ਉਹਦੇ ਵਿੱਚ 4 ਹਿੱਸੇ ਹੈਗੇ। ਇੱਕ ਤਾਂ ਸਾਡੀ ਕਿਡਨੀਜ਼ ਹੈ, ਗੁਰਦੇ ਹੈ, ਉਹਦੇ ਵਿੱਚ ਜਿਹੜਾ ਹੈਗਾ ਸਾਡਾ ਜਿਹੜਾ ਯੂਰਿਨ ਜਿਹੜਾ ਯੂਰਿਨ ਬਣਦਾ ਹੈ, ਠੀਕ ਹੈ, ਜਿਹੜਾ ਬਲੱਡ ਜਿਹੜਾ ਹੈਗਾ ਸਾਡਾ ਖੂਨ ਜਦੋਂ ਜਾਂਦਾ ਹੈ ਤਾਂ ਉਹਦੇ ਵਿੱਚੋਂ ਜਿਹੜੀ ਗੰਦਗੀ ਹੈ ਉਹ ਜਿਹੜੀ ਕਿਡਨੀਜ਼ ਜਿਹੜੀਆਂ ਹੈਗੀਆਂ ਵਾ ਸਾਡੇ ਜਿਹੜੇ ਗੁਰਦੇ ਆ ਉਹ ਸਾਫ਼ ਕਰਦੇ ਆ। ਉਸ ਤੋਂ ਬਾਅਦ ਉਹਦੇ ਵਿੱਚ ਜਿਹਨੂੰ ਅਸੀਂ ਆਮ ਭਾਸ਼ਾ 'ਚ ਕਹਿੰਦੇ ਪਿਸ਼ਾਬ ਬਣ ਜਾਂਦਾ ਹੈ, ਹਾਂਜੀ, ਠੀਕ ਹੈ। ਉਹ ਜਿਹੜਾ ਹੈਗਾ ਅੱਗੇ ਜਿਹੜੀਆਂ ਹੈਗੀਆਂ ਸੱਜੇ ਤੇ ਖੱਬੇ ਪਾਸੇ ਸਾਡੇ 2 ਜਿਹੜੇ ਗੁਰਦੇ ਲੱਗੇ ਹੁੰਦੇ ਆ, ਬਿਲਕੁਲ, ਤੇ ਉਹਦੇ ਨਾਲ ਹੀ 2 ਟਿਊਬ ਵਰਗੀਆਂ ਸਟਰਕਚਰ ਹੁੰਦੀਆਂ, ਤੇ ਉਹ ਜਿਹੜੇ ਟਿਊਬ ਵਰਗੀਆਂ ਸਟਰਕਚਰਸ ਦੇ ਵਿੱਚੋਂ ਜਿਹੜਾ ਪਿਸ਼ਾਬ ਹੈ ਉਹ ਬਾਹਰ ਆਉਂਦਾ ਹੈ, ਔਰ ਉਸ ਤੋਂ ਬਾਅਦ ਜਿਹੜਾ ਹੈਗਾ ਉਹ ਯੂਰੀਨਰੀ ਬਲੈਡਰ, ਜਿਹਨੂੰ ਕੀ ਕਹਿੰਦੇ ਆ ਅਸੀਂ ਮੂਤਰਾਸ਼ਯ, ਠੀਕ ਹੈ, ਉਹ ਬਲੈਡਰ ਦੇ ਵਿੱਚ ਕੁਝ ਟਾਈਮ ਦੇ ਲਈ ਇਕੱਠਾ ਹੁੰਦਾ ਹੈ, ਔਰ ਉਸ ਤੋਂ ਬਾਅਦ ਜਿਹੜਾ ਹੈਗਾ ਯੂਰੇਥਰਾ ਦੇ ਥਰੂ ਜਿਹੜਾ ਐਕਸਟਰਨਲ এনवायरमेंट ਦੇ ਵਿੱਚ ਅਸੀਂ ਪਾਸ ਆਊਟ ਕਰ ਦਿੰਨੇ ਆ ਜੀ। ਤੇ ਇਸ ਤਰੀਕੇ ਦੇ ਨਾਲ ਇਹ ਜਿਹੜਾ ਸਾਰਾ ਦਾ ਸਾਰਾ ਸਾਡਾ ਜਿਹੜਾ ਸਿਸਟਮ ਹੈ ਉਹ ਕੰਮ ਕਰਦਾ ਹੈ। ਜੀ ਜੀ। ਤੇ ਡਾਕਟਰ ਨਵਜੋਤ ਜੀ, ਹੁਣ ਪੱਥਰੀ ਹੋਣ ਦੇ ਕਾਰਨਾਂ ਵੱਲ ਚੱਲਾਂਗੇ, ਕਿਉਂਕਿ ਬਹੁਤ ਖਾਸ ਇਹਦੇ ਬਾਰੇ ਅਸੀਂ ਕਦੇ ਧਿਆਨ ਹੀ ਨਹੀਂ ਦਿੱਤਾ ਕਿ ਪੱਥਰੀ ਕਿੰਨਾ ਕਾਰਨਾਂ ਕਰਕੇ ਹੁੰਦੀ ਹੈ। ਹਾਂਜੀ, ਪੱਥਰੀ ਦੇ ਕਾਰਨਾਂ ਤੋਂ ਪਹਿਲਾਂ ਮੈਂ ਦੱਸੂਗੀ ਕਿ ਜਿਹੜੀ ਪੱਥਰੀ ਜਿਹੜੀ ਹੈ ਉਹਨੂੰ ਆਯੁਰਵੇਦ ਦੇ ਵਿੱਚ ਅਸ਼ਮਰੀ ਕਿਹਾ ਜਾਂਦਾ ਹੈ। ਅਸ਼ਮਰੀ? ਅਸ਼ਮਰੀ ਜੀ, ਨਾਂ ਬੜਾ ਪਿਆਰਾ ਆ ਪਰ ਤਕਲੀਫ ਬਹੁਤ ਜ਼ਿਆਦਾ ਆ ਜੀ। ਇਹਦਾ ਨਾਮ ਜਿਹੜਾ ਹੈ ਉਹ ਅਸ਼ਮਰੀ ਇਹਦੇ ਜਿਹੜੇ ਤਕਲੀਫ ਦੇਣ ਦੇ ਕਰਕੇ ਹੀ ਹੈ, ਜਿਵੇਂ ਕਿ ਤੁਸੀਂ ਕਹਿ ਦਿੱਤਾ ਹੈ ਨਾ, ਤੇ ਇਹਦੇ ਇਹ 2 ਸ਼ਬਦਾਂ ਤੋਂ ਬਣਿਆ ਹੈ, ਅਸ਼ਮ ਤੇ ਅਰੀ। ਅਸ਼ਮ ਤੇ ਅਰੀ। ਤੇ ਅਸ਼ਮ ਦਾ ਮਤਲਬ ਹੁੰਦਾ ਹੈ ਪੱਥਰ ਵਰਗੀ ਸਟਰਕਚਰ, ਤੇ ਅਰੀ ਦਾ ਮਤਲਬ ਹੁੰਦਾ ਹੈ ਦੁਸ਼ਮਣ। ਵਾਹ, ਪੱਥਰ ਵਰਗੀ ਵੱਡੀ ਦੁਸ਼ਮਣ ਸਾਡੇ, ਹਨਾ, ਚਲੋ ਠੀਕ ਹੈ ਜੀ, ਜਿਹੜੀ ਸਾਡੇ ਸਰੀਰ ਦੇ ਵਿੱਚ ਜਾ ਕੇ ਸਾਨੂੰ ਬਹੁਤ ਹੀ ਪੀੜਾ ਦਿੰਦੀ ਹੈ, ਬਹੁਤ ਹੀ ਦੁਸ਼ਮਣ ਵਾਂਗੂ, ਜਿਵੇਂ ਕਹਿੰਦੇ ਨਾ ਦੁਸ਼ਮਣ ਵਾਂਗੂ ਦੁਸ਼ਮਣ ਸਾਨੂੰ ਪੀੜਾ ਦਿੰਦੇ ਆ ਨਾ, ਉਸੇ ਤਰ੍ਹਾਂ ਜਿਹੜੀ ਸਾਡੇ ਸਰੀਰ ਦੇ ਵਿੱਚ ਜਾ ਕੇ ਦੁਸ਼ਮਣ ਵਾਂਗੂ ਸਾਨੂੰ ਪੀੜਾ ਦੇਵੇ ਉਹਨੂੰ ਅਸੀਂ ਅਸ਼ਮਰੀ ਕਹਿੰਦੇ ਆ ਜੀ। ਤੇ ਇਹ ਇਹਦੀ ਪਰਿਭਾਸ਼ਾ ਹੈ। ਇਹਨੂੰ ਆਯੁਰਵੇਦ ਦੇ ਵਿੱਚ ਮਹਾਗਦ ਕਿਹਾ ਗਿਆ ਹੈ। ਮਹਾਗਦ ਦਾ ਮਤਲਬ ਹੈ ਰੋਗ, ਮਹਾਰੋਗ, ਕਿਉਂਕਿ ਬਹੁਤ ਹੀ ਜ਼ਿਆਦਾ ਤਕਲੀਫ ਦਿੰਦਾ ਹੈ ਪੂਰਾ। ਤੇ ਇਹਨੂੰ ਆਯੁਰਵੇਦ ਵਿੱਚ ਯਮ ਵੀ ਕਿਹਾ ਗਿਆ ਹੈ। ਅਸੀਂ ਕਹਿੰਦੇ ਹਾਂ ਨਾ ਕਿ ਜੇ ਯਮ ਪੈ ਗਏ ਪੈਨੂੰ ਸਾਨੂੰ। ਸਹੀ ਗੱਲ ਹੈ, ਸਹੀ ਗੱਲ, ਕੋਈ ਸ਼ੱਕ ਨਹੀਂ। ਆਯੁਰਵੇਦ ਦੇ ਵਿੱਚ ਜਿਹੜਾ ਸ਼ਬਦ ਹੈ ਯਮ ਵੀ ਕਿਹਾ ਗਿਆ ਹੈ, ਕਿਉਂਕਿ ਇਹ ਜਿਹੜਾ ਰੋਗ ਹੈ ਬਹੁਤ ਹੀ ਪੀੜਾ ਪੈਦਾ ਕਰਦਾ ਹੈ ਤੇ ਇਹਨੂੰ ਜਿਹੜਾ ਠੀਕ ਕਰਨਾ ਔਖਾ ਹੁੰਦਾ ਹੈ। ਇਸ ਕਰਕੇ ਇਹਨੂੰ ਜਿਹੜਾ ਅਸ਼ਮਰੀ ਨੂੰ ਯਮ ਤੇ ਮਹਾਗਦ 2 ਗੱਲਾਂ ਦੇ ਨਾਲ ਜਾਣਿਆ ਜਾਂਦਾ ਹੈ, 2 ਨਾਵਾਂ ਨਾਲ ਜਾਣਿਆ ਜਾਂਦਾ ਹੈ। ਬਿਲਕੁਲ ਜੀ, ਬਿਲਕੁਲ। ਇਹ ਤਾਂ ਕਾਰਨ ਤੇ ਨਾਲ ਦੇ ਨਾਲ ਜਿਹੜੀ ਇੱਕ ਚੀਜ਼ ਹੋਰ ਹੈ ਕਿ ਅਸੀਂ ਨਾ ਕਹਿ ਦਿੰਦੇ ਆ ਕਿ ਵੀ ਉਹ ਬੰਦਾ ਕਹਿੰਦਾ ਕਿ ਜੇ ਮਤਲਬ ਤੇਰੇ ਕੁਝ ਹੋ ਰਿਹਾ ਹਨਾ, ਤਾਂ ਕਿਉਂਕਿ ਹੋਣ ਦੀ ਪਰਿਭਾਸ਼ਾ ਵੀ ਇਹਦੇ ਵਿੱਚ ਹੋਣੀ ਆ ਕਿ ਲੱਛਣ ਜਿਹੜੇ ਸਾਹਮਣੇ ਸਿੰਪਟਮ, ਆਪਾਂ ਜੇ ਦੋਨੋਂ ਸ਼ਬਦਾਂ ਨੂੰ ਕਹਿ ਲਈਏ ਸਿੰਪਟਮ ਹਨਾ, ਲੱਛਣ ਕੀ ਨੇ ਇਹਦੇ ਤੇ ਕਾਰਨਾਂ ਦੇ ਵਿੱਚ ਤਾਂ ਆਪਾਂ ਆਈ ਗਏ ਵੀ ਕਿਉਂਕਿ ਪੀੜਾਦਾਇਕ ਹੁੰਦਾ ਹਨਾ, ਤਾਂ ਲੱਛਣ ਦੱਸੋ ਵੀ ਇਹਦੇ ਕਿਹੜੇ ਸਾਨੂੰ ਕਿਹੜੇ ਜਿਹੜੇ ਚਾਂਸ ਹੁੰਦੇ ਆ ਨਾ ਵੀ ਆ ਹੋਇਆ ਤਾਂ ਪੱਥਰੀ ਆ ਹੋਇਆ ਤਾਂ ਪੱਥਰੀ ਆ ਜੀ। ਜੀ, ਇਹ ਜਿਹੜੀ ਪੱਥਰੀ ਹੈ ਇਹਦੇ ਕਾਰਨ ਸਾਡਾ ਗਲਤ ਆਹਾਰ ਵਿਹਾਰ ਹੈ, ਤੇ ਇਹਦਾ ਜਿਹੜਾ ਸਾਡਾ ਆਹਾਰ ਮਤਲਬ ਅਸੀਂ ਕਈ ਵਾਰੀ ਪਾਣੀ ਬਹੁਤ ਘੱਟ ਪੀਂਦੇ ਆ। ਪਾਣੀ ਜਿਹੜਾ ਘੱਟ ਪੀਣਾ ਇਹਦਾ ਸਭ ਤੋਂ ਵੱਡਾ ਕਾਰਨ ਹੈ।
ਮਤਲਬ ਸਾਫ਼ ਸਫਾਈ ਪੂਰੀ ਨਹੀਂ ਹੋ ਰਹੀ, ਸਰੀਰ ਦੀ ਸਫਾਈ ਨਹੀਂ ਹੁੰਦੀ ਜੀ। ਤੇ ਇਸ ਤੋਂ ਇਲਾਵਾ ਅਸੀਂ ਜਿਹੜੇ ਆ ਬੈਠੇ ਰਹਿੰਦੇ ਆ ਤੇ ਐਕਸਰਸਾਈਜ਼ ਨਹੀਂ ਕਰਦੇ, ਆਲਸੀ ਹੋ ਗਏ ਅਸੀਂ, ਕੰਮ ਹੀ ਸਾਰੇ ਮਸ਼ੀਨਾਂ ਕਰਨ ਲੱਗੀਆਂ ਤਾਂ ਬੈਠਣਾ ਹੀ ਆ ਹੁਣ। ਜੀ ਜੀ। ਤੇ ਜਿਹੜੀ ਹੈਗੀ ਕਈ ਵਾਰੀ ਅਸੀਂ ਬਹੁਤ ਹੀ ਜ਼ਿਆਦਾ ਜਿਹੜੀ ਹੈਗੀ ਆ ਫੈਟ ਵਾਲੀ ਡਾਈਟ ਲੈਂਦੇ ਆ, ਉਹਦੇ ਕਰਕੇ ਜਿਹੜੀ ਹੈ ਪੱਥਰੀ ਹੁੰਦੀ ਹੈ। ਤੇ ਇਸ ਤੋਂ ਇਲਾਵਾ ਕੁਝ ਇਹੋ ਜਿਹੀਆਂ ਚੀਜ਼ਾਂ ਨੇ ਜਿਨ੍ਹਾਂ ਦੇ ਵਿੱਚ ਇਹੋ ਜਿਹੇ ਤੱਤ ਹੁੰਦੇ ਨੇ ਜਿਹੜੇ ਪੱਥਰੀ ਨੂੰ ਬਣਾਉਂਦੇ ਨੇ, ਤੇ ਉਹ ਜਿਹੜੇ ਹੈਗੇ ਆ ਆਪਾਂ ਉਹਨਾਂ ਚੀਜ਼ਾਂ ਦਾ ਸੇਵਨ ਆਪਾਂ ਜ਼ਰੂਰਤ ਤੋਂ ਜ਼ਿਆਦਾ ਕਰਦੇ ਆ। ਤੇ ਕਈ ਇਹੋ ਜਿਹੀਆਂ ਚੀਜ਼ਾਂ ਨੇ ਜਿਨ੍ਹਾਂ ਦੇ ਵਿੱਚ ਇਹੋ ਜਿਹੇ ਤੱਤ ਨੇ, ਇਹੋ ਜਿਹੀਆਂ ਸਬਜ਼ੀਆਂ ਨੇ, ਇਹੋ ਜਿਹੇ ਫਲ ਨੇ ਜਿਨ੍ਹਾਂ ਵਿੱਚ ਇਹੋ ਜਿਹੇ ਤੱਤ ਹੁੰਦੇ ਨੇ ਕਿ ਜਿਨ੍ਹਾਂ ਦਾ ਸੇਵਨ ਸਾਨੂੰ ਕਰੀਏ ਤਾਂ ਪੱਥਰੀਆਂ ਨਹੀਂ ਹੁੰਦੀਆਂ, ਉਹਨਾਂ ਦਾ ਸੇਵਨ ਜਿਹੜਾ ਹੈਗਾ ਹੈ ਉਹ ਅਸੀਂ ਬਿਲਕੁਲ ਨਹੀਂ ਕਰਦੇ, ਜਿਹਦੇ ਕਰਕੇ ਸਾਡੇ ਸਰੀਰ ਵਿੱਚ ਪੱਥਰੀਆਂ ਬਣ ਜਾਂਦੀਆਂ ਨੇ। ਫਲ ਤੇ ਸਬਜ਼ੀਆਂ ਤੋਂ ਹੀ ਪਾਸੇ ਹੋ ਗਏ ਨਾ, ਹੁਣ ਅਸੀਂ ਚੀਜ਼ਾਂ ਹੀ ਹੋਰ ਸਟੈਂਡਰਡ ਵਾਲੀਆਂ ਖਾਣ ਲੱਗ ਗਏ ਨਾ, ਜਿਹਨੂੰ ਸਟੈਂਡਰਡ ਕਹਿ ਕੇ ਕਹਿੰਦੇ ਆਪਾਂ, ਫੈਸ਼ਨ ਲੈਵਲ 'ਚ ਜਾ ਕੇ ਕਹਿੰਦੇ ਆ ਜੀ ਜੀ। ਤੇ ਜਿੱਥੇ ਤੁਸੀਂ ਗੱਲ ਕੀਤੀ ਲੱਛਣਾਂ ਦੀ, ਕਿ ਇਹਨਾਂ ਦੇ ਵਿੱਚ ਜਿਹੜੇ ਹੈਗੇ ਆ ਜਦੋਂ ਕਿਸੇ ਵਿਅਕਤੀ ਨੂੰ ਪੱਥਰੀ ਹੁੰਦੀ ਹੈ ਤਾਂ ਕਿਹੜੇ ਕਿਹੜੇ ਲੱਛਣ ਪੈਦਾ ਹੁੰਦੇ? ਬਿਲਕੁਲ। ਤੇ ਦੋ ਤਰ੍ਹਾਂ, ਇੱਕ ਤਾਂ ਪਹਿਲਾਂ ਲੱਛਣਾਂ ਤੋਂ ਪਹਿਲਾਂ ਵੀ ਕੁਝ, ਜਦੋਂ ਕਿਸੇ ਵਿਅਕਤੀ ਨੂੰ ਪੱਥਰੀ ਹੁੰਦੀ ਹੈ ਤਾਂ ਉਹਦੇ ਲੱਛਣਾਂ ਤੋਂ ਪਹਿਲਾਂ ਵੀ ਕੁਝ ਲੱਛਣ ਪੈਦਾ ਹੁੰਦੇ ਨੇ, ਉਹਨਾਂ ਨੂੰ ਆਯੁਰਵੇਦ ਵਿੱਚ ਪੂਰਵ ਰੂਪ ਕਿਹਾ ਜਾਂਦਾ ਹੈ। ਪੂਰਵ ਰੂਪ ਕਿ ਲੱਛਣਾਂ ਤੋਂ ਪਹਿਲਾਂ ਕੁਝ ਲੱਛਣ ਦਿਖ ਜਾਣੇ, ਮਤਲਬ ਪੱਥਰੀ ਬਣੀ ਨਹੀਂ ਪਰ ਬਣਨ ਦੇ ਜਿਹੜੇ ਚਾਂਸ ਸ਼ੁਰੂ ਹੋਣੇ ਆ ਹਜੇ, ਹਨਾ। ਜਿੱਦਾਂ ਕਿਸੇ ਦੇ ਸਰੀਰ ਵਿੱਚ ਪੱਥਰੀ ਹੈ ਪਰ ਉਹਨੂੰ ਆਪਾਂ ਹਜੇ ਕੋਈ ਟੈਸਟ ਨਹੀਂ ਕਰਵਾਇਆ, ਹਾਂਜੀ, ਤੇ ਸਾਨੂੰ ਪੱਕਾ ਨਹੀਂ ਪਤਾ ਕਿ ਇਹਦੇ ਵਿੱਚ ਪੱਥਰੀ ਹੈ, ਸ਼ੋਰ ਨਹੀਂ ਹੈ, ਤੇ ਹਾਂਜੀ ਉਸ ਤੋਂ ਪਹਿਲਾਂ ਸਾਨੂੰ ਕੁਝ ਲੱਛਣ ਦਿਖਣੇ ਸ਼ੁਰੂ ਹੋ ਜਾਂਦੇ ਨੇ। ਜਿੱਦਾਂ ਕਿ ਸਾਡੇ ਕਈ ਵਾਰੀ ਬਹੁਤ ਜ਼ਿਆਦਾ ਪੇਨ ਹੁੰਦੀ ਹੈ ਤੇ ਅਸੀਂ ਉਹਨੂੰ ਇਗਨੋਰ ਕਰ ਦਿੰਨੇ ਆ। ਪੇਨ ਹੁਣੇ ਹੁੰਦੀ ਕਿੱਥੇ ਹੈ, ਕਿਹੜੀ ਕਿੱਥੇ? ਇਹ ਨਾਭੀ ਪ੍ਰਦੇਸ਼ ਦੇ ਨੇੜੇ ਤੇੜੇ ਹੁੰਦੀ ਹੈ। ਨਾਭੀ ਪ੍ਰਦੇਸ਼ ਤੋਂ, ਨਾਭੀ ਤੋਂ ਥੱਲੇ ਥੱਲੇ ਜਿਹੜੇ ਹਿੱਸੇ ਵਿੱਚ ਦਰਦ ਹੁੰਦੀ ਹੈ, ਕਈ ਵਾਰੀ ਸਾਡੇ ਦਰਦ ਹੁੰਦੀ ਹੈ ਤੇ ਅਸੀਂ ਇਗਨੋਰ ਕਰ ਦਿੰਨੇ ਆ। ਬਿਲਕੁਲ, ਅਸੀਂ ਕਹਿੰਦੇ ਜੀ ਐਵੇਂ ਹੋ ਗਈ ਦਰਦ, ਕੁਝ ਖਾਦਾ ਪੀਤਾ ਹੁੰਦਾ, ਕੁਝ ਖਾਦਾ ਪੀਤਾ ਗਿਆ ਹੋਣਾ ਘੱਟ ਵੱਧ, ਹੈਨਾ। ਤੇ ਪਰ ਜਿਹੜੀ ਹੈ ਦਰਦ ਨੂੰ, ਇਸ ਨੂੰ ਇਗਨੋਰ ਨਹੀਂ ਕਰਨਾ ਚਾਹੀਦਾ। ਤੇ ਜਿਹੜੀ ਹੈ ਕਈ ਵਾਰੀ ਦਰਦ ਉੱਠਦੀ ਹੈ ਤੇ ਇਸ ਤੋਂ ਇਲਾਵਾ ਜਿਹੜੀ ਹੈਗੀ ਆ ਭੁੱਖ ਨਹੀਂ ਲੱਗਦੀ, ਬੁਖਾਰ ਦਾ ਆਉਣਾ, ਇਹ ਵੀ ਇਹਦੇ ਵਿੱਚ ਕਾਰਨ ਆਉਂਦਾ ਜੀ। ਬੁਖਾਰ ਦਾ ਆਉਣਾ ਵੀ ਕਈ ਵਾਰੀ ਪੱਥਰੀ ਦੇ ਜਿਹੜੇ ਪੂਰੇ ਤਰ੍ਹਾਂ ਦੇ ਜਿਹੜੇ ਪ੍ਰਗਟ ਲੱਛਣ ਹੁੰਦੇ, ਉਸ ਤੋਂ ਪਹਿਲਾਂ ਵੀ ਇਹ ਲੱਛਣ ਜਿਹੜੇ ਆ ਦੇਖਣ ਨੂੰ ਮਿਲ ਸਕਦੇ ਆ। ਤੇ ਪਿਸ਼ਾਬ ਵਿੱਚੋਂ ਬੱਕਰੇ ਦੀ ਤਰ੍ਹਾਂ ਦੀ ਗੰਧ ਦਾ ਆਉਣਾ, ਇਹ ਸਾਨੂੰ ਸੰਕੇਤ ਦਿੰਦੇ ਨੇ ਕਿ ਤੁਹਾਡੇ ਪੱਥਰੀ ਜਿਹੜੀ ਆ ਅੰਦਰ ਸਰੀਰ ਦੇ ਵਿੱਚ ਹੋ ਸਕਦੀ ਹੈ, ਹੋ ਸਕਦੀ ਹੈ। ਕਈ ਵਾਰੀ ਕਿਸੇ ਨੂੰ ਕੱਲੀ ਪੇਨ ਨਹੀਂ ਆਉਂਦੀ, ਕਈ ਵਾਰੀ ਬੁਖਾਰ ਆਉਂਦਾ ਹੈ, ਬੱਕਰੇ ਦੀ ਤਰ੍ਹਾਂ ਗੰਧ ਆਉਂਦੀ ਆ ਪਿਸ਼ਾਬ ਦੇ ਵਿੱਚੋਂ, ਤਾਂ ਉਸ ਨੂੰ ਆਈਡੀਆ ਲੱਗਣਾ ਸ਼ੁਰੂ ਹੋ ਜਾਂਦਾ ਕਿ ਮੇਰੇ ਅੰਦਰ ਪੱਥਰੀ ਜਿਹੜੀ ਹੈ ਹੋ ਸਕਦੀ ਹੈ। ਬਿਲਕੁਲ। ਤੇ ਜਦੋਂ ਇਹ ਤਾਂ ਪੂਰਵ ਰੂਪ ਨੇ, ਤੇ ਉਸ ਤੋਂ ਬਾਅਦ ਜਿਹੜੇ ਲੱਛਣ, ਉਹਨਾਂ ਨੂੰ ਰੂਪ ਕਿਹਾ ਗਿਆ ਹੈ ਆਯੁਰਵੇਦ ਵਿੱਚ ਜੀ। ਇਹ ਵੀ ਦੋ ਕੈਟਾਗਰੀਆਂ ਦੇ ਵਿੱਚ ਆ ਗਿਆ ਨਾ ਜੀ। ਬਿਲਕੁਲ, ਇਹ ਵੀ ਅੱਗੇ ਦੋ ਕੈਟਾਗਰੀਆਂ ਚ ਨੇ। ਇੱਕ ਤਾਂ ਸਾਮਾਨਯ ਲੱਛਣ ਨੇ ਜਿਹੜੇ ਕਿ ਸਾਨੂੰ ਸਾਰਿਆਂ ਦੇ ਵਿੱਚ ਹੀ ਤਕਰੀਬਨ ਦੇਖਣ ਨੂੰ ਮਿਲ ਸਕਦੇ ਆ। ਜਿੰਨੇ ਵੀ ਪੱਥਰੀ ਦੇ ਪੇਸ਼ੈਂਟ ਮਰੀਜ਼, ਉਹ ਕਹਿੰਦੇ ਪੇਨ ਹੁੰਦੀ ਹੈ ਇੱਕਦਮ ਚੁੰਬਕੀ ਰੂਪ ਦੇ ਵਿੱਚ ਪੈਦਾ ਹੁੰਦੀ ਤੇ ਕਾਫੀ ਟਾਈਮ ਵੀ ਰਹਿੰਦੀ ਹੈ, ਹਨਾ। ਤਾਂ ਲੱਕ ਤੋਂ ਵੀ ਇੱਧਰ ਨੂੰ ਆਉਂਦੀ, ਕਈ ਵਾਰ ਲੱਕ ਵੱਲ ਨੂੰ ਜਾਂਦੀ। ਬਿਲਕੁਲ ਬਿਲਕੁਲ ਬਿਲਕੁਲ, ਤੁਸੀਂ ਤਾਂ ਬਿਲਕੁਲ ਸਹੀ ਦੱਸ ਰਹੇ ਹੋ ਜੀ। ਕਿਉਂਕਿ ਮੈਂ ਤਾਂ ਕਰਕੇ ਦੱਸ ਰਹੀ ਕਿਉਂਕਿ ਜਦੋਂ ਸਾਡੇ ਨਿੱਕੇ ਮੇਰੇ ਭਰਾ ਦੇ ਸੀ ਨਾ, ਤਾਂ ਉਹ ਜਦੋਂ ਉਹ ਪੇਨ ਦੇ ਵਿੱਚ ਹੁੰਦਾ, ਸਾਨੂੰ ਪਤਾ ਵੀ ਉਹ ਕਿਸ ਤਰ੍ਹਾਂ ਹਨਾ ਤਕਲੀਫ ਦੇ ਵਿੱਚ ਰਹਿੰਦਾ ਸੀ, ਤਾਂ ਕਰਕੇ ਵੀ ਥੋੜਾ ਪਤਾ ਆ। ਹਾਂ, ਜਿਵੇਂ ਤੁਸੀਂ ਗੱਲ ਕਰ ਰਹੇ ਹੋ ਸੀ ਤਾਂ ਲੱਗ ਰਿਹਾ ਸੀ ਕਿ ਤੁਸੀਂ ਪ੍ਰੈਕਟੀਕਲੀ ਕਿਸੇ ਨੂੰ ਦੇਖਿਆ ਹੋਇਆ ਹੈ। ਹਾਂ, ਕਿਉਂਕਿ ਉਹ ਦਰਦ ਸਹਿਣਯੋਗ ਹੁੰਦਾ ਆ, ਹਨਾ। ਤੇ ਫਿਰ ਬੰਦੇ ਵੀ ਮਤਲਬ ਇਸ ਤਰ੍ਹਾਂ ਦੀ ਕੰਡੀਸ਼ਨ ਦੀ ਬੀਪੀ ਵੀ ਬਿਲਕੁਲ ਲੋ ਲੈਵਲ ਤੇ ਚਲੇ ਜਾਂਦਾ ਇਨਸਾਨ ਦਾ, ਹਨਾ। ਤਾਂ ਉਹਨੂੰ ਲੱਗਦਾ ਕਿ ਬਸ ਕਹਾਣੀ ਜੀ। ਕਿਉਂਕਿ ਇਹਨੂੰ ਜਿਵੇਂ ਮੈਂ ਪਹਿਲਾਂ ਹੀ ਦੱਸਿਆ ਕਿ ਮਾਂ ਰੋਗ ਕਿਹਾ ਗਿਆ ਕਿਉਂਕਿ ਇਹਦੇ ਵਿੱਚ ਪੇਨ ਬਹੁਤ ਜ਼ਿਆਦਾ ਹੁੰਦੀ ਹੈ। ਜਿਵੇਂ ਤੁਸੀਂ ਦੱਸ ਰਹੇ ਹੋ, ਇਹਨੂੰ ਜੀ ਬਹੁਤ ਜ਼ਿਆਦਾ ਅਸਹਿਣੀय ਜਿਹੜੀ ਦਰਦ ਹੈ ਪੇਸ਼ੈਂਟ ਨੂੰ ਹੁੰਦੀ ਹੈ ਜੀ। ਤੇ ਕੁਝ ਲੱਛਣ ਜਿਹੜੇ ਹੁੰਦੇ ਨੇ ਸਾਮਾਨਯ ਨੇ, ਜਿਵੇਂ ਕਿ ਕਿਸੇ ਵੀ ਪੱਥਰੀ ਦੇ ਪੇਸ਼ੈਂਟ ਨੂੰ ਹੋ ਸਕਦੇ ਨੇ, ਜਿੱਦਾਂ ਕਿ ਦਰਦ ਦਾ ਹੋਣਾ। ਬਿਲਕੁਲ, ਦਰਦ ਦਾ ਹੋਣਾ, ਠੀਕ ਹੈ। ਇਹ ਜਿਹੜੀ ਦਰਦ ਹੈ ਨਾਭੀ ਤੋਂ ਥੱਲੇ ਵਾਲੇ ਹਿੱਸੇ ਵਿੱਚ ਹੁੰਦੀ ਹੈ ਤੇ ਕਮਰ ਤੇ ਵੀ ਜਾਂਦੀ ਹੈ। ਬਿਲਕੁਲ, ਠੀਕ ਹੈ। ਤੇ ਇਸ ਤੋਂ ਇਲਾਵਾ ਮੂਤਰਾ ਆਘਾਤ ਸਾਡੇ ਆਯੁਰਵੇਦ ਵਿੱਚ ਕਿਹਾ ਗਿਆ ਹੈ ਕਿ ਪਿਸ਼ਾਬ ਦਾ ਰੁਕ ਜਾਣਾ, ਮਤਲਬ ਨਾ ਹੋਣਾ, ਜਿਵੇਂ ਕਹਿੰਦੇ ਪੰਜਾਬੀ ਚ ਕਹਿੰਦੇ ਬੰਨ ਪੈ ਜਾਣਾ, ਹਨਾ। ਬਿਲਕੁਲ ਜੀ, ਬਿਲਕੁਲ। ਮੂਤਰ ਦਾ ਜਿਹੜਾ ਰੁਕ ਜਾਣਾ, ਪਿਸ਼ਾਬ ਦਾ ਰੁਕ ਜਾਣਾ ਜਿਹੜਾ ਹੈ, ਇਹ ਸਾਮਾਨਯ ਲੱਛਣ ਜਿਹੜੇ ਹੈ ਉਹ ਦੇਖਣ ਨੂੰ ਮਿਲ ਜਾਂਦੇ। ਹਾਂ, ਪੇਟ ਅਫਾਰੇ ਦੇ ਰੂਪ ਦੇ ਵਿੱਚ ਰਹਿੰਦਾ ਹੈ, ਤੇ ਪਰ ਜੀ 2 ਨੰਬਰ ਜਿਵੇਂ ਆਪਾਂ ਪੰਜਾਬੀ ਦੇ ਵਿੱਚ ਕਹਿੰਦੇ ਉਹ ਨਹੀਂ ਜਾ ਪਾਉਂਦਾ ਜੀ। ਤੇ ਬਾਕੀ ਕੁਝ ਲੱਛਣ ਇਹੋ ਜਿਹੇ ਨੇ ਜਿਹੜੇ
ਸਾਡੇ ਜਿਹੜੇ ਪੱਥਰੀਆਂ ਜਿਹੜੀਆਂ ਹੈਗੀਆਂ ਅੱਗੇ ਕਈ ਤਰੀਕਿਆਂ ਦੀਆਂ ਹੁੰਦੀਆਂ ਨੇ, ਅਲੱਗ-ਅਲੱਗ ਪੱਥਰੀ ਦੇ ਵਿੱਚ ਜਿਹੜੇ ਆ ਉਹ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਲੱਛਣ ਹੈ ਉਹ ਪਾਏ ਜਾਂਦੇ ਨੇ। ਜੇ ਅਲੱਗ-ਅਲੱਗ ਲੱਛਣ ਆ ਤੇ ਇਹਦੇ ਫਿਰ ਇਹਦੀਆਂ ਪਰਿਭਾਸ਼ਾ ਵੀ ਵੱਖਰੀਆਂ ਹੋਣਗੀਆਂ ਜਾਂ ਕੈਟਾਗਰੀਆਂ ਆਪਾਂ ਕਹਿ ਲੈਂਦੇ ਹਨਾ ਪੰਜਾਬੀ ਦੇ ਵਿੱਚ, ਉਦਾਂ ਕਹਿੰਦੇ ਨੇ ਕਿ ਬੜੇ ਤਰ੍ਹਾਂ ਦੇ ਹਨਾ ਕੈਟਾਗਰੀਆਂ ਆਪਾਂ ਜੇ ਉਦਾਂ ਪੰਜਾਬੀ ਚ ਬੜੇ ਤਰ੍ਹਾਂ ਦਾ ਗਾਂ ਦੀ ਗਾਂ ਇਹਦੇ ਕਿਸੇ ਦੀ ਗੋਲ ਆ, ਕਿਸੇ ਦੀ ਕਿੱਦਾਂ ਆ, ਕਿਸੇ ਦੀ ਕਿੰਨੀ ਆ, ਕਿ ਇਹ ਟਾਈਪਸ ਨੂੰ ਵੀ ਥੋੜਾ ਜਿਹਾ ਸਾਂਝਾ ਕਰੂਗਾ ਆਪਾਂ ਵੀ ਕੀ ਕਿਸ ਤਰ੍ਹਾਂ ਹਨਾ, ਕਿਉਂਕਿ ਬਰੀਕੀ ਦੇ ਨਾਲ ਮੈਂ ਜਾਣਨਾ ਚਾਹੁੰਦੀ ਇਹਦੇ ਬਾਰੇ ਕਿ ਹੋਰ ਕੋਈ ਇਸ ਪੇਨ ਦੇ ਵਿੱਚ ਨਾ ਰਹੇ, ਕਿਉਂਕਿ ਬਹੁਤ ਜ਼ਿਆਦਾ ਪੀੜਾਦਾਇਕ ਹੁੰਦੀ ਹੈ ਜੀ। ਜਿੱਦਾਂ ਸਾਡੇ ਆਯੁਰਵੈਦਿਕ ਆਚਾਰਿਆ ਹੈ, ਉਹਨਾਂ ਨੇ ਜਿਹੜੀਆਂ ਪੱਥਰੀਆਂ ਆ, ਅਸ਼ਮਰੀ ਹੈ, ਉਹਨਾਂ ਨੂੰ ਜਿਹੜੀ ਗੁਰਦੇ ਦੀ ਪੱਥਰੀ ਹੈ ਉਹਨਾਂ ਨੂੰ 4 ਭਾਗਾਂ ਦੇ ਵਿੱਚ ਉਹਨਾਂ ਨੇ ਡਿਵਾਈਡ ਕੀਤਾ ਜੀ। ਸਾਡੇ ਸਰੀਰ ਦੇ ਵਿੱਚ 3 ਦੋਸ਼ ਹੁੰਦੇ ਆ, ਵਾਤ, ਪਿੱਤ ਤੇ ਕਫ। ਜਦੋਂ ਤੱਕ ਤਾਂ ਇਹ ਸਾਡੇ ਸਰੀਰ ਦੇ ਵਿੱਚ ਸਾਮਾਨਿਆ ਅਵਸਥਾ ਦੇ ਵਿੱਚ ਰਹਿੰਦੇ ਨੇ, ਬੈਲੈਂਸ ਰਹਿੰਦੇ ਨੇ। ਹੁਣ ਵਾਤ, ਪਿੱਤ, ਕਫ ਹੈ ਕੀ ਅਸਲ ਦੇ ਵਿੱਚ? ਇਹ ਸ਼ਬਦ ਤਾਂ ਸੁਣੇ ਆ ਪਰ ਇਹਨਾਂ ਨੂੰ ਥੋੜਾ ਜਿਹਾ ਸੰਖੇਪ ਦੇ ਵਿੱਚ ਕਰੋ। ਹਾਂਜੀ, ਇਹ ਸਾਡੇ ਵਾਤ, ਪਿੱਤ ਤੇ ਕਫ ਜਿਹੜੇ ਹੈਗੇ ਆ, ਇਹ ਦੋਸ਼ ਹੈ ਜਿਨ੍ਹਾਂ ਦੇ ਸਿਰ ਤੇ ਜਿਹੜੀ ਸਾਡੀ ਬਾਡੀ ਖੜੀ ਹੈ। ਜਿੱਦਾਂ ਕਿ ਸਾਡੇ ਸਰੀਰ ਵਿੱਚ ਆਪਾਂ ਕਹਿੰਦੇ ਗਰਮਾਇਸ਼ ਹੁੰਦੀ, ਪਿੱਤ ਕਰਕੇ ਹੁੰਦੀ ਹੈ। ਜਿੱਦਾਂ ਸਾਡੇ ਸਰੀਰ ਦੇ ਵਿੱਚ ਕਿਸੇ ਚੀਜ਼ ਦੀ ਵੀ ਮੂਵਮੈਂਟ ਹੁੰਦੀ ਹੈ, ਵਾਤ ਕਰਕੇ ਹੁੰਦੀ ਹੈ। ਜਿੱਦਾਂ ਅਸੀਂ ਕਹਿੰਦੇ ਨਾ ਬਲੱਡ ਘੁੰਮਦਾ ਹੈ, ਬਿਲਕੁਲ ਹੈਨਾ। ਤੇ ਜਿਹੜਾ ਕਫ ਹੈ, ਜਿੰਨੀਆਂ ਸਥੂਲ ਚੀਜ਼ਾਂ ਹੁੰਦੀਆਂ ਸਾਡੇ ਸਰੀਰ ਦੇ ਵਿੱਚ, ਉਹ ਕਫ ਦੇ ਕਰਕੇ ਬਣਦੀਆਂ ਨੇ। ਤੇ ਇਹ ਜਦੋਂ ਤੱਕ ਤਾਂ ਇਹ ਤਿੰਨੋਂ ਦੋਸ਼ ਜਿਹੜੇ ਬੈਲੈਂਸ ਰਹਿੰਦੇ ਨੇ ਜੀ, ਤਦ ਤੱਕ ਤਾਂ ਜਿਹੜਾ ਸਾਡਾ ਜਿਹੜਾ ਹੈਗਾ ਸਰੀਰ ਵਿੱਚ ਕੋਈ ਰੋਗ ਦੀ ਉਤਪਤੀ ਨਹੀਂ ਹੁੰਦੀ। ਜਦੋਂ ਇਹ ਵੱਧਦੇ ਜਾਂ ਘਟਦੇ ਨੇ ਤੇ ਉਹ ਇਹ ਵਧਨ ਘਟਣ ਦਾ ਕਾਰਨ ਇਹਨਾਂ ਦਾ ਮਿੱਥਿਆ ਆਹਾਰ ਵਿਹਾਰੀ ਹੁੰਦਾ ਹੈ। ਲੋਕ ਗਲਤ ਭੋਜਨ ਜਿਹੜਾ ਗਲਤ ਭੋਜਨ, ਕਿਉਂਕਿ ਤੁਸੀਂ ਜਿਹੜੀ ਸ਼ਬਦ ਬੋਲਦੇ ਉਹ ਆਯੁਰਵੇਦ ਦੇ ਵਿੱਚ ਜਿਹੜੀ ਹੈ ਨਾ ਉਹ ਪੂਰੇ ਬੋਲਦੇ ਆ। ਜੇ ਆਮ ਨਾਰਮਲ ਸਿੱਧੀ ਭਾਸ਼ਾ ਦੇ ਵਿੱਚ ਕਹੀਏ ਕਿ ਸਾਡਾ ਖਾਣ ਪੀਣ ਵਿਗੜਿਆ ਹੋਇਆ, ਸਿੱਧੀ ਭਾਸ਼ਾ ਦੇ ਵਿੱਚ ਕਹੀਏ ਹਨਾ, ਖਾਣ ਪੀਣ ਸਾਡਾ ਵਿਗੜਿਆ ਹੋਇਆ। ਤੇ ਉਹ ਜਦੋਂ ਦੋਸ਼ ਜਿਹੜੇ ਹੈਗੇ ਆ ਉਹ ਵੱਧਦੇ ਨੇ ਤੇ ਉਹਦੇ ਕਰਕੇ ਜਿਹੜੇ ਹੈਗੇ ਆ ਕਈ ਤਰ੍ਹਾਂ ਦੇ ਰੋਗ ਪੈਦਾ ਹੁੰਦੇ ਨੇ। ਬਿਲਕੁਲ। ਤੇ ਇਸੇ ਤਰ੍ਹਾਂ ਹੀ ਪੱਥਰੀਆਂ ਦੇ ਵਿੱਚ ਵੀ ਹੈ। ਜਿਹੜਾ ਵਾਤਜ 4 ਤਰ੍ਹਾਂ ਦੀਆਂ, ਇਹਨਾਂ ਦੋਸ਼ਾਂ ਦੇ ਹਿਸਾਬ ਨਾਲ 3 ਤਰ੍ਹਾਂ ਦੀਆਂ ਨੇ, ਵਾਤਜ, ਪਿੱਤਜ ਤੇ ਕਫਜ। ਜੀ। ਕਫ ਦੋਸ਼ ਇਹਨਾਂ ਵਿੱਚ ਪ੍ਰਧਾਨ ਹੁੰਦਾ ਹੈ, ਜਿਹੜਾ ਕਿ ਇਕੱਠਾ ਕਰਦਾ ਹੈ, ਇਕੱਠਾ ਕਰਦਾ ਚੀਜ਼, ਜਿਹਦਾ ਟਿਸ਼ੂਆਂ ਨੂੰ ਇਕੱਠਾ ਕਰਨਾ ਹੁੰਦਾ ਜੀ, ਇਕੱਠਾ ਕਰਨ ਦਾ ਕੰਮ ਜਿਹੜਾ ਹੈ ਉਹ ਇਹਦੇ ਵਿੱਚ ਕਫ ਦੋਸ਼ ਕਰਦਾ ਹੈ। ਤੇ ਉਦਾਂ ਇਹਨਾਂ ਦੇ ਵਿੱਚ ਸਾਰੇ ਦੋਸ਼ਾਂ ਦੀ ਦੋਸ਼ ਜਿਹੜੇ ਮੌਜੂਦ ਹੁੰਦੇ ਨੇ। ਜੀ ਜੀ ਜੀ। ਤੇ ਇੱਕ ਜਿਹੜੀ ਚੌਥੀ ਅਸ਼ਮਰੀ ਦੀ ਟਾਈਪ ਹੈ ਸਾਡੀ, ਉਹ ਸ਼ੁਕਰਜ ਅਸ਼ਮਰੀ ਹੈ। ਉਹ ਆਪਣੀ ਪਹਿਲਾਂ ਵੀ ਗੱਲ ਹੋਈ ਸੀ ਕਿ 7 ਧਾਤੂਆਂ ਨੇ ਸਾਡੇ ਸਰੀਰ ਵਿੱਚ। ਹਾਂਜੀ ਹਾਂਜੀ ਹਾਂਜੀ। ਰਸ, ਰਕਤ, ਮਾਸ, ਮੇਦ, ਅਸਥੀ, ਮੱਜਾ ਤੇ ਸ਼ੁਕਰ। 7ਵੀਂ ਧਾਤੂ ਸ਼ੁਕਰ ਹੈ, ਉਹਦੇ ਤੋਂ ਜਿਹੜੀ ਬਣਦੀ ਹੈ ਸ਼ੁਕਰਜ ਅਸ਼ਮਰੀ ਬਣਦੀ ਹੈ। ਜੀ। ਇਹ 4 ਤਰ੍ਹਾਂ ਦੀਆਂ ਅਸ਼ਮਰੀਆਂ ਨੇ ਸਾਡੇ ਸਰੀਰ ਦੇ ਵਿੱਚ। ਤੇ ਜਿਹੜੀ ਗੱਲ ਕਰੀਏ ਆਪਾਂ ਜੇ ਲੱਛਣਾਂ ਦੀ, ਜੀ, ਤੇ ਇਹਨਾਂ 4 ਦੇ ਵਿੱਚ ਹੀ ਜਿਹੜੇ ਮਰੀਜ਼ਾਂ ਨੂੰ ਚਾਰੋਂ ਤਰ੍ਹਾਂ ਦੇ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਲੱਛਣ ਹੈ ਉਹ ਪੈਦਾ ਹੁੰਦੇ ਨੇ। ਜੀ। ਤੇ 4 ਦੇ ਵਿੱਚ ਹੀ ਜਿਹੜੀਆਂ ਪੱਥਰੀਆਂ ਨੇ, ਜੀ, ਅਸ਼ਮਰੀਆਂ ਨੇ, ਉਹਨਾਂ ਦੀ ਜਿਹੜੀ ਸ਼ੇਪ ਹੈ, ਉਹਨਾਂ ਦਾ ਜਿਹੜਾ ਰੰਗ ਹੈ, ਉਹ ਸਾਰਾ ਜਿਹੜਾ ਹੈ ਉਹ ਵੱਖਰਾ ਹੁੰਦਾ ਹੈ। ਇਹ ਵੀ ਕੈਟਾਗਰੀ ਹੁੰਦੀ ਹੈ ਕਿ ਜਿਹੜੀਆਂ ਪੱਥਰੀਆਂ ਉਹਨਾਂ ਦੇ ਰੂਪ, ਰੰਗ, ਆਕਾਰ ਵੱਖਰੇ ਹੁੰਦੇ ਆ? ਜੀ ਬਿਲਕੁਲ। 4 ਦੇ ਜਿਹੜੇ ਹਿਸਾਬ ਦੇ ਨਾਲ ਜਿਹੜੇ ਰੂਪ, ਰੰਗ, ਆਕਾਰ ਹੈ ਉਹ 4 ਦੇ ਵੱਖਰੇ ਹੁੰਦੇ ਆ। ਜਦੋਂ ਕੋਈ ਵਿਅਕਤੀ ਦੇ ਅੰਦਰੋਂ ਮੂਤਰ ਮਾਰਗ ਤੋਂ ਪੱਥਰੀ ਬਾਹਰ ਨਿਕਲਦੀ ਹੈ ਜਾਂ ਕੋਈ ਸਰਜਰੀ ਕਰਕੇ ਪੱਥਰੀਆਂ ਬਾਹਰ ਕੱਢੀਆਂ ਜਾਂਦੀਆਂ ਨੇ, ਤਾਂ ਉਹਨਾਂ ਦੇ ਵਿੱਚ ਜਿਹੜੀਆਂ ਵੱਖਰੀਆਂ ਪੱਥਰੀਆਂ ਦੇ ਜਿਹੜੇ ਰੰਗ ਹੈ ਤੇ ਆਕਾਰ ਹੈ ਉਹ ਸਭ ਵੱਖਰੇ ਹੁੰਦੇ ਆ। ਇਹਨਾਂ ਦੇ ਜਿਹੜੇ ਹੈਗੇ ਆ ਇਹ ਵਾਤਜ, ਪਿੱਤਜ, ਕਫਜ ਤੇ ਜਿਹੜੀਆਂ ਸ਼ੁਕਰਜ ਹੈ, ਇਹ 4 ਤਰ੍ਹਾਂ ਦੀਆਂ ਹੁੰਦੀਆਂ ਨੇ। ਮਤਲਬ ਇਹ ਜਿਹੜੇ ਸਾਡੇ ਸਰੀਰ ਦੇ ਵਿੱਚ ਅਨਬੈਲੈਂਸ ਹੋਈਆਂ ਵੱਟ ਕੇ ਕਾਫਤ ਹੈ ਨਾ, ਇਹਨਾਂ ਦਾ ਕਾਰਨ ਜਿਹੜੀ ਪੱਥਰੀ ਦੀ ਕੈਟਾਗਰੀ ਉਹ ਵੀ ਵੱਖਰੀ ਹੋਣੀ ਆ। ਤਾਂ ਫਿਰ ਲੱਛਣ ਵੀ ਤਾਂ ਡਿਫਰੈਂਟ ਹੋਣਗੇ, ਪੇਨ ਵੀ ਡਿਫਰੈਂਟ ਹੋਊਗੀ, ਇਲਾਜ ਦੇ ਵਿੱਚ ਵੀ ਕਿਤੇ ਨਾ ਕਿਤੇ ਇਹਦਾ ਲੰਮਾ ਛੋਟਾ ਹੈ ਨਾ, ਮਤਲਬ ਲੰਮੇ ਸਮੇਂ ਤੱਕ ਚੱਲ ਸਕਦਾ, ਛੋਟੇ ਦੇ ਥੋੜੇ ਟਾਈਮ ਦੇ ਵਿੱਚ ਵੀ ਸੰਪੂਰਨ ਹੋ ਸਕਦਾ। ਦੀਦੀ ਤੁਸੀਂ ਹੋਰ ਡਰਾ ਰਹੇ ਹੋ ਕਿ ਸਾਨੂੰ ਪੂਰਾ ਸਮਝਾ, ਇਹਨੂੰ ਪੂਰਾ ਕਲੀਅਰ ਕਰੋ, ਕਿਉਂਕਿ ਜਿੰਨਾ ਇਹਦੇ ਵਿੱਚ ਖੁੱਬਦੇ ਜਾ ਰਹੇ ਆ ਨਾ, ਕਿਉਂਕਿ ਇਹ ਜਾਣਕਾਰੀ ਨੂੰ ਅਸੀਂ ਕਦੇ ਇੰਨਾ ਬਰੀਕੀ ਦੇ ਨਾਲ ਨਹੀਂ ਦੇਖਿਆ। ਪੱਥਰੀ ਹੈ, ਬਸ ਪੱਥਰੀ ਹੈ ਹਨਾ। ਇਹਦੀਆਂ ਕੈਟਾਗਰੀਆਂ ਤੁਸੀਂ ਦੱਸੀਆਂ ਤੇ ਉਹਦੇ ਵਿੱਚ ਵੀ ਹੁਣ ਮੈਨੂੰ ਲੱਗਣ ਲੱਗ ਗਿਆ ਵੀ ਥੋੜਾ ਜਿਹਾ ਬਰੀਕੀ ਦੇ ਨਾਲ ਚੰਗੀ ਤਰ੍ਹਾਂ ਘੋਖ ਕਰ ਲਈਏ ਹੁਣ ਇਹਦੀ। ਜਿਹੜੀ ਵਾਤਜ ਅਸ਼ਮਰੀ ਹੁੰਦੀ ਹੈ ਜੀ, ਇਹਦੇ ਵਿੱਚ ਜਿਹੜਾ ਮਰੀਜ਼ ਹੁੰਦਾ ਹੈ ਜੀ, ਉਹਨੂੰ ਬਹੁਤ ਜ਼ਿਆਦਾ ਅਸਹਿਨੀय ਦਰਦ ਹੁੰਦੀ ਹੈ। ਹਾਂਜੀ। ਤੇ ਉਹਨੂੰ ਦਰਦ ਇਦਾਂ ਦੀ ਹੁੰਦੀ ਹੈ ਕਿ ਉਹ ਲੇਟ ਕੇ ਆਪਣੇ ਗੋਡਿਆਂ ਨੂੰ
ਆਪਣੇ ਪੇਟ ਦੇ ਨਾਲ ਲਗਾਉਣ ਦੀ ਕੋਸ਼ਿਸ਼ ਕਰਦਾ ਹੈ, ਵੀ ਪੂਰਾ ਘੁੱਟਣਾ ਚਾਹੁੰਦਾ ਹੈ ਇਸ ਜੀ ਤਰ੍ਹਾਂ। ਬਿਲਕੁਲ, ਤਾਂ ਕਿ ਉਹਨੂੰ ਦਰਦ ਵਿੱਚ ਥੋੜਾ ਜਿਹਾ ਆਰਾਮ ਮਿਲੇ। ਵੀ ਜੇ ਢਿੱਡ ਘੁੱਟਿਆਗਾ ਤਾਂ ਆਰਾਮ ਮਿਲੂਗਾ ਜੀ। ਇਹਦੇ ਵਿੱਚ ਜਿਹੜਾ ਆਪਾਂ ਮਰੀਜ਼ ਦੇ ਜਿਹੜਾ ਹੈਗਾ ਉਹ ਬਿਹੇਵ ਤੋਂ ਅਸੀਂ ਪਤਾ ਲਗਾ ਸਕਦੇ ਹਾਂ ਕਿ ਇਹ ਜਿਹੜੀ ਇਹਦੇ ਅੰਦਰ ਜਿਹੜੀ ਅਸ਼ਮਰੀ ਹੈ ਉਹ ਵਾਤਜ ਅਸ਼ਮਰੀ ਹੈ ਜੀ। ਤੇ ਦੂਸਰਾ ਮੁੱਖ ਰੂਪ ਵਿੱਚ ਇਹਦੇ ਵਿੱਚ ਜਿਹੜਾ ਪਿਸ਼ਾਬ ਆਉਂਦਾ ਹੈ ਉਹ ਬੂੰਦ-ਬੂੰਦ ਕਰਕੇ ਆਉਂਦਾ ਹੈ, ਮੈਂ ਥੋੜਾ ਥੋੜਾ ਕਰਕੇ ਹੈ ਨਾ, ਥੋੜਾ ਟਾਈਮ ਬਾਅਦ ਜਾਣਾ ਪੈਂਦਾ ਉਸ ਮੈਂ ਬਾਰ-ਬਾਰ ਉਸ ਨੂੰ ਅਰਜ ਹੁੰਦੀ ਹੈ, ਪਰ ਬੂੰਦ ਕਰਕੇ ਹੀ ਮੂਤਰ ਦਾ ਤਿਆਗ ਕਰਦਾ ਹੈ ਜੀ। ਤੇ ਇਹਦੇ ਵਿੱਚ ਜਿਹੜੀ ਅਸ਼ਮਰੀ ਹੈ ਉਹਦਾ ਜਿਹੜਾ ਰੰਗ ਹੈ ਉਹ ਕਾਲਾ ਭੂਰਾ ਹੁੰਦਾ ਹੈ ਜੀ। ਥੋੜੇ ਥੋੜੇ ਜਿੱਦਾਂ ਉੱਪਰ ਤਿੱਖਾ ਜਿਹਾ ਕੰਡਿਆਂ ਵਾਂਗੂ ਫੀਲ ਕਰੀਏ ਤਾਂ ਮਹਿਸੂਸ ਹੁੰਦਾ ਹੈ ਜੀ। ਇਸ ਤਰ੍ਹਾਂ ਦੀ ਇਹ ਜਿਹੜੀ ਹੈ ਅਸ਼ਮਰੀ ਹੁੰਦੀ ਹੈ ਜੀ। ਤੇ ਉਸ ਤੋਂ ਬਾਅਦ ਜੇ ਅਸੀਂ ਗੱਲ ਕਰੀਏ ਪਿੱਤਜ ਅਸ਼ਮਰੀ ਦੀ, ਪਿੱਤਜ ਅਸ਼ਮਰੀ ਦੇ ਵਿੱਚ ਜਿਹੜਾ ਮਰੀਜ਼ ਹੁੰਦਾ ਹੈ ਉਸ ਨੂੰ ਸੰਤਾਪ ਹੁੰਦਾ ਹੈ, ਗਰਮੀ ਮਹਿਸੂਸ ਹੁੰਦੀ ਹੈ ਜੀ। ਜਦੋਂ ਉਹ ਮੂਤਰ ਦਾ ਤਿਆਗ ਕਰਦਾ ਹੈ ਤਾਂ ਉਹਦੀ ਜਿਹੜੀ ਮੂਤਰ ਇੰਦਰੀਆ ਤੇ ਜਲਨ ਹੁੰਦੀ ਹੈ ਜੀ, ਸਾੜ ਪੈਂਦਾ ਜਿੱਦਾਂ ਸਾੜ ਪੈਂਦਾ ਹੈ ਜੀ। ਤੇ ਇਸ ਤਰ੍ਹਾਂ ਦੇ ਜਿਹੜੇ ਲੱਛਣ ਹੈ ਜਿਹੜੇ ਮਰੀਜ਼ ਦੇ ਵਿੱਚ ਦੇਖਣ ਨੂੰ ਮਿਲਦੇ ਨੇ। ਤੇ ਜਿਹੜੀ ਪਿੱਤਜ ਅਸ਼ਮਰੀ ਹੁੰਦੀ ਹੈ ਇਹ ਜਦੋਂ ਅਸੀਂ ਦੇਖਦੇ ਹਾਂ ਮੂਤਰ ਮਾਰਗ ਤੋਂ ਕਦੀ ਬਾਹਰ ਆਈ ਹੋਵੇ ਜਾਂ ਆਪਰੇਸ਼ਨ ਦੇ ਥਰੂ ਬਾਹਰ ਕੱਢੀ ਹੋਵੇ, ਬਹੁਤ ਵੱਡੀਆਂ ਹੋਣ ਤਾਂ ਜਿਹੜੀਆਂ ਹੈਗੀਆਂ ਤਾਂ ਉਹ ਕਈ ਵਾਰੀ ਮਲਟੀਪਲ ਸਟੋਨਸ ਹੋ ਜਾਂਦੀਆਂ। ਤੇ ਜਿਹੜੀ ਇਹ ਵੈਸੇ ਪੱਥਰੀ ਆਮ ਤੌਰ ਤੇ ਜਿਹੜੀ ਹੈ ਛੋਟੀ ਹੁੰਦੀ ਹੈ ਜੀ। ਪਿੱਤਜ ਅਸ਼ਮਰੀ ਆਮ ਤੌਰ ਤੇ ਛੋਟੀ ਹੀ ਹੁੰਦੀ ਹੈ ਜੀ। ਤੇ ਇਹਦੇ ਵਿੱਚ ਜਿਹੜਾ ਹੈ ਜਿੱਥੇ ਆਪਣੇ ਦਾਹ ਹੁੰਦਾ ਹੈ, ਸੰਤਾਪ ਹੁੰਦਾ ਹੈ, ਮੂਤਰ ਇੰਦਰੀਆਂ ਦੇ ਵਿੱਚ ਜਦੋਂ ਮੂਤਰ ਦਾ ਤਿਆਗ ਕਰਦਾ ਹੈ ਉਸ ਨੂੰ ਜਲਨ ਹੁੰਦੀ ਹੈ ਤੇ ਇਹਦੇ ਵਿੱਚ ਜਿਹੜੀ ਪੱਥਰੀ ਹੁੰਦੀ ਹੈ ਉਹਦਾ ਰੰਗ ਜਿਹੜਾ ਹੁੰਦਾ ਹੈ ਪੀਲਾ ਲਾਲ ਹੁੰਦਾ ਹੈ ਜੀ। 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 ਤੇ ਇਸ ਤਰ੍ਹਾਂ ਦੇ ਜਿਹੜੇ ਲੱਛਣ ਨੇ ਇਹਦੇ ਵਿੱਚ ਜਿਹੜੇ ਆ ਪਿੱਤਜ ਅਸ਼ਮਰੀ ਦੇ ਵਿੱਚ ਦੇਖਣ ਨੂੰ ਮਿਲਦੇ ਆ। ਇੱਕ ਸਾਡੇ ਨਾ ਭਲਾਤਕ ਹਰਬ ਹੁੰਦੀ ਹੈ, ਭਲਾਤਕ, ਉਹਦੇ ਬੀਜ ਵਰਗੀ ਜਿਹੜੀ ਹੈ ਉਹਦੀ ਇਹਦੀ ਸ਼ਕਲ ਹੁੰਦੀ ਹੈ ਜੀ। 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 ਤੇ ਤੀਸਰੀ ਹੈ ਕਫਜ ਅਸ਼ਮਰੀ ਜੀ। ਜੀ। ਜਿਹੜੀ ਕਫਜ ਅਸ਼ਮਰੀ ਹੈ ਉਹਦੇ ਵਿੱਚ ਜਿਹੜੀ ਪੱਥਰੀ ਦਾ ਰੰਗ ਜਿਹੜਾ ਹੁੰਦਾ ਹੈ ਉਹ ਤਾਂ ਚਿੱਟੇ ਰੰਗ ਦਾ ਹੁੰਦਾ ਹੈ ਜੀ। ਤੇ ਜਿਹੜੀ ਇਹ ਥੋੜੀ ਵੱਡੀ ਹੁੰਦੀ ਹੈ, ਇਹਨੂੰ ਮਹੱਤੀ ਕਿਹਾ ਜਾਂਦਾ ਹੈ। ਇਹ ਜਿਹੜੀ ਪੱਥਰੀ ਜਿਹੜੀ ਪੇਸ਼ੈਂਟ ਵਿੱਚ ਮਿਲਦੀ ਹੈ ਆਮ ਤੌਰ ਤੇ ਵੱਡੀ ਹੁੰਦੀ ਹੈ ਜੀ। ਤੇ ਜਿਹੜਾ ਇਹਦੇ ਵਿੱਚ ਜਿਹੜਾ ਪੇਸ਼ੈਂਟ ਹੁੰਦਾ ਹੈ, ਜਿਹੜਾ ਮਰੀਜ਼ ਹੈ, ਉਹਨੂੰ ਆਪਣੇ ਧੁਨੀ ਤੋਂ ਥੱਲੇ ਵਾਲੇ ਹਿੱਸੇ ਦੇ ਵਿੱਚ ਭਾਰੀਪਨ ਮਹਿਸੂਸ ਹੋਊਗਾ, ਠੰਡਕਤਾ ਮਹਿਸੂਸ ਹੁੰਦੀ ਹੈ। ਇਸ ਤਰ੍ਹਾਂ ਦੇ ਜਿਹੜੇ ਲੱਛਣ ਹੈ, ਕਦੀ ਉਹਦਾ ਜੀਵ ਵੀ ਖਰਾਬ ਹੋ ਸਕਦਾ ਹੈ, ਇਸ ਤਰ੍ਹਾਂ ਦੇ ਜਿਹੜੇ ਲੱਛਣ ਹੈ ਉਹ ਦੇਖਣ ਨੂੰ ਮਿਲਦੇ ਨੇ ਜੀ। ਜੀ। ਤੇ ਚੌਥੀ ਜਿਹੜੀ ਹੈ ਸਾਡੇ ਆਯੁਰਵੇਦ ਵਿੱਚ ਉਹ ਹੈ ਸ਼ੁਕਰਜ ਅਸ਼ਮਰੀ। ਸ਼ੁਕਰਜ ਅਸ਼ਮਰੀ ਜਿਹੜੀ 7ਵੀਂ ਧਾਤੂ ਹੈ ਉਹਦਾ ਕਈ ਵਾਰੀ ਇਹ ਜ਼ਿਆਦਾਤਰ ਜਿਹੜੀ ਹੈਗੀ ਹੈ ਉਹ ਮੇਲਸ ਦੇ ਵਿੱਚ ਪਾਈ ਜਾਂਦੀ ਹੈ। ਉਹਦਾ ਕਾਰਨ ਹੈ ਕਿ ਕਈ ਵਾਰੀ ਸ਼ੁਕਰ ਤਿਆਗ ਦੀ ਇੱਛਾ ਹੁੰਦੀ ਹੈ ਪਰ ਜਿਹੜਾ ਸ਼ੁਕਰ ਦਾ ਵੇਗ ਜਿਹੜਾ ਹੈ ਉਹ ਰੋਕ ਲਿਆ ਜਾਂਦਾ ਹੈ ਤੇ ਸ਼ੁਕਰ ਦਾ ਵੇਗ ਰੋਕਣ ਦੇ ਕਾਰਨ ਅੰਦਰ ਜਿਹੜਾ ਪਿਆ ਸ਼ੁਕਰ ਹੈ ਉਹ ਅਸ਼ਮਰੀ ਦੇ ਵਿੱਚ ਜਿਹੜਾ ਹੈ ਕਨਵਰਟ ਹੋ ਜਾਂਦਾ ਹੈ ਤੇ ਇਹ ਜਿਹੜੀ ਅਸ਼ਮਰੀ ਹੁੰਦੀ ਹੈ ਇਹਦੇ ਵਿੱਚ ਜਿਹੜਾ ਪੇਸ਼ੈਂਟ ਹੈ ਉਹਨੂੰ ਉਹਦੇ ਲਿੰਗ ਵਿੱਚ ਸੂਜਨ ਮਿਲ ਸਕਦੀ ਹੈ, ਲਿੰਗ ਵਿੱਚ ਦਰਦ ਹੋ ਸਕਦੀ ਹੈ ਤੇ ਇਹ ਜਿਹੜੀ ਅਸ਼ਮਰੀ ਹੈ ਉਹਦੇ ਵਿੱਚ ਜਿਹੜਾ ਹੈਗਾ ਦਰਦ ਜਿਹੜੀ ਹੈ ਉਹ ਤਾਂ ਹੁੰਦੀ ਹੀ ਹੁੰਦੀ ਹੈ। ਜੀ। 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 ਤੇ ਇਸ ਤੋਂ ਇਲਾਵਾ ਇਹ ਜਿਹੜੀ ਪੱਥਰੀ ਹੁੰਦੀ ਹੈ ਜਦੋਂ ਕਿਤੇ ਪਕੜ ਚ ਆਉਂਦੀ ਹੈ ਤਾਂ ਇਹ ਮ੍ਰਿਦੂ ਹੁੰਦੀ ਹੈ, ਸੌਫਟ ਹੁੰਦੀ ਹੈ, ਇਹ ਦਬਾਇਆ ਦੱਬ ਜਾਂਦੀ ਹੈ, ਇਸ ਤਰ੍ਹਾਂ ਦੀ ਹੁੰਦੀ ਹੈ। ਤੇ ਇਸ ਤਰ੍ਹਾਂ ਜਿਹੜੀ ਆਯੁਰਵੇਦ ਵਿੱਚ ਹੈ 4 ਤਰ੍ਹਾਂ ਦੀਆਂ ਜਿਹੜੀਆਂ ਅਸ਼ਮਰੀਆਂ ਦੇ ਹਿਸਾਬ ਦੇ ਨਾਲ 4 ਤਰ੍ਹਾਂ ਦੇ ਉਹਨਾਂ ਦੇ ਜਿਹੜੇ ਲੱਛਣ ਨੇ ਮਿਲਦੇ ਨੇ ਤੇ ਚਾਰੋਂ ਤਰ੍ਹਾਂ ਦੀ ਜਿਹੜੀਆਂ ਪੱਥਰੀਆਂ ਨੇ ਉਹ ਵੱਖਰੇ ਵੱਖਰੇ ਤਰੀਕਿਆਂ ਦੀਆਂ ਪਾਈਆਂ ਜਾਂਦੀਆਂ। ਦੀਦੀ ਹੁਣ ਪੱਥਰੀਆਂ ਨੂੰ ਤੁਸੀਂ ਇੰਨੀਆਂ ਕੈਟਾਗਰੀ ਦੇ ਵਿੱਚ ਹਨਾ, ਕਿਉਂਕਿ ਜਿਹੜਾ ਮਰੀਜ਼ ਪੱਥਰੀ ਕਹਿਣਾ ਇੱਕ ਸ਼ਬਦ ਸੌਖਾ ਆ ਪਰ ਪੱਥਰੀ ਜਿਹਦੇ ਹੈਗੀ ਆ ਉਹ ਕਿਸ ਤਰ੍ਹਾਂ ਆਪਣੇ ਸਰੀਰ ਨੂੰ ਕੰਟਰੋਲ ਦੇ ਵਿੱਚ ਕਰਦਾ, ਕਿਉਂਕਿ ਦਰਦ ਦੇ ਵਿੱਚ ਕੋਈ ਮਤਲਬ ਆਪਣੇ ਆਪ ਨੂੰ ਕਹਿੰਦਾ ਵੀ ਮੈਂ ਇਹਨੂੰ ਪੇਟ ਨੂੰ ਚੰਗੀ ਤਰ੍ਹਾਂ ਘੁੱਟ ਲਵਾਂ ਵੀ ਦਰਦ ਹੋਵੇ ਨਾ ਬਿਲਕੁਲ ਵੀ ਹਨਾ, ਤੇ ਕਈ ਕਹਿੰਦਾ ਮੈਂ ਲੇਟ ਜਾਵਾਂ ਤੇ ਸ਼ਾਇਦ ਉਹਦੇ ਨਾਲ ਦਰਦ ਹੋ ਜਾਵੇ, ਕਈ ਕਹਿੰਦੇ ਮੈਂ ਸਕਾਈ ਕਰ ਲਵਾਂ ਹਨਾ ਗਰਮ ਪਾਣੀ ਦੀ, ਸ਼ਾਇਦ ਉਹਦੇ ਨਾਲ ਆਰਾਮ ਆ ਜਾਵੇ। ਸਾਰੀਆਂ ਚੀਜ਼ਾਂ ਤੋਂ ਉੱਪਰ ਹੁਣ ਸਵਾਲ ਇਹ ਪੈਦਾ ਹੁੰਦਾ ਦੀਦੀ ਕਿ ਜਦੋਂ ਪੱਥਰੀ ਦਾ ਕਿਸੇ ਨੂੰ ਵੀ ਕਹੀਦਾ ਨਾ ਤਾਂ ਉਹਦੇ ਜ਼ਹਿਨ ਦੇ ਵਿੱਚ ਇੰਨੇ ਕੁ ਤਰ੍ਹਾਂ ਦੇ ਖਿਆਲ ਉਪਜਦੇ ਨੇ, ਡਰ ਉਪਜਦਾ ਆ ਕਿ ਹਾਏ ਆਪਰੇਟ ਕਰਨਾ ਪਊਗਾ, ਦਵਾਈ ਨਾਲ ਕੀ ਇਹ ਖੁਰ ਜੂਗੀ ਹਨਾ। ਜੇ ਦਵਾਈ ਖਾਂਦਾ ਵੀ ਆ ਤੇ ਉਹਦੇ ਮਨ ਦੇ ਵਿੱਚ ਸ਼ੰਕਾ ਫਿਰ ਵੀ ਰਹਿੰਦੀ ਆ ਕਿ ਆਪਰੇਸ਼ਨ ਨਾ ਕਰਾਉਣਾ ਪਵੇ ਕਿਉਂਕਿ ਬਹੁਤ ਪੇਨਫੁਲ ਆ, ਕੀ ਹੋਗਾ। ਇਹਨੂੰ ਥੋੜਾ ਜਿਹਾ ਕਲੀਅਰ ਕਰੋ, ਕਿਹੜੀ ਚੀਜ਼ ਕਿਹੜੀ ਪੱਥਰੀ ਆ ਜਾਂ ਕਿਹੜੀਆਂ ਲੱਛਣਾਂ ਦੇ ਵਿੱਚ ਸਾਨੂੰ ਮਤਲਬ ਕਿੰਨੇ MM, ਸ਼ਾਇਦ ਇਹਨੂੰ MM ਦੇ ਵਿੱਚ ਹੀ ਬੋਲਦੇ ਆ ਵੀ ਕਿੰਨੀ ਹੋ ਤਾਂ ਵਾ, ਤੇ ਜੇ ਕਿਹੜੀ ਆ ਤਾਂ ਉਹਦੇ ਲਈ ਆਪਰੇਟ ਤੇ ਲੈ ਜਾਣਾ, ਜੇ ਨਹੀਂ ਤਾਂ ਉਹਦੇ ਲਈ ਦਵਾਈ ਸ਼ੁਰੂ ਕਿਹੜੇ ਟਾਈਮ ਤੋਂ ਸ਼ੁਰੂ ਕਰ ਦੇਣੀ ਚਾਹੀਦੀ ਆ। ਇਹਦੇ ਵਿੱਚ ਜੇ ਅਸੀਂ ਆਯੁਰਵੇਦ ਦਾ ਮਤ ਲਈਏ ਤੇ ਆਯੁਰਵੇਦ ਦੇ ਵਿੱਚ
ਜਿਹੜੇ ਗ੍ਰੰਥਾਂ ਦੇ ਵਿੱਚ ਲਿਖਿਆ ਹੈ ਉਹ ਚ ਕਿਹਾ ਹੈ ਕਿ ਜਦੋਂ ਕਿਸੇ ਨੂੰ ਪੱਥਰੀ ਹੁੰਦੀ ਹੈ ਜੀ, ਉਹਦਾ ਛੇਤੀ ਹੀ ਉਹਦਾ ਇਲਾਜ ਜੇ ਉਹ ਸ਼ੁਰੂ ਕਰ ਦੇਵੇ, ਉਹਨੂੰ ਪੁਰਾਣਾ ਨਾ ਹੋਣ ਦੇਵੇ, ਤਾਂ ਉਹ ਜਿਹੜੀ ਹੈ ਛੇਤੀ ਠੀਕ ਹੋ ਜਾਂਦੀ ਹੈ। ਜਿਹੜਾ ਰੋਗ ਜਿੰਨਾ ਪੁਰਾਣਾ ਹੋ ਗਿਆ ਉਹਨਾਂ ਘਾਤਕ ਹੁੰਦਾ ਜੀ, ਜਿੰਨੀ ਜ਼ਿਆਦਾ ਇਹ ਪੁਰਾਣੀ ਹੋ ਜਾਊਗੀ ਉਹਨੂੰ ਟ੍ਰੀਟ ਕਰਨਾ ਜਿਹੜਾ ਹੈ ਉਨਾ ਹੀ ਸਾਡੇ ਲਈ ਕਠਿਨ ਹੋਊਗਾ ਤੇ ਉਨੀ ਹੀ ਮੁਸ਼ਕਲ ਦੇ ਨਾਲ ਇਹ ਬਾਹਰ ਨਿਕਲਦੀ ਹੈ ਜੀ। ਤੇ ਦੂਸਰੀ ਗੱਲ ਹੈ ਕਿ ਜੇ ਇਹ ਥੋੜੀ ਛੋਟੀ ਹੈ ਸਾਈਜ਼ ਦੇ ਵਿੱਚ, 8 mm ਤੱਕ ਦੀ ਜਿਹੜੀ ਪੱਥਰੀ ਹੈ ਜੀ, ਉਹ ਜਿਹੜੀ ਹੈ ਸੌਖੀ ਜਿਹੜੀ ਹੈ ਉਹ ਬਾਹਰ ਨਿਕਲ ਜਾਂਦੀ ਹੈ ਦਵਾਈਆਂ ਦੇ ਨਾਲ ਜੀ। ਤੇ ਜਦੋਂ ਇਹਨਾਂ ਨੂੰ ਦਵਾਈਆਂ ਦੀ ਸਹਾਇਤਾ ਨਾਲ ਜਿਹੜੀ ਹੈਗੀ ਆ ਜਾਂ ਕੁਝ ਘਰੇਲੂ ਉਪਚਾਰਾਂ ਦੇ ਨਾਲ ਆਪਣੀ ਡਾਈਟ ਨੂੰ ਠੀਕ ਰੱਖ ਕੇ ਅਸੀਂ ਜਿਹੜਾ ਹੈਗਾ ਇਹਨਾਂ ਨੂੰ ਅਸੀਂ ਬਾਹਰ ਕੱਢ ਸਕਦੇ ਹਾਂ ਜੀ। ਤੇ ਇਸ ਤੋਂ ਉੱਪਰ ਜੇ ਕਿਤੇ ਪੱਥਰੀ, ਇਸ ਤੋਂ ਉੱਪਰ ਦੀ ਪੱਥਰੀ ਵੀ ਦਵਾਈਆਂ ਨਾਲ ਨਿਕਲ ਜਾਂਦੀ ਹੈ ਜੀ। ਪਰ ਜੇ ਕਿਤੇ ਪੱਥਰੀ ਫਸ ਜਾਵੇ, ਪੇਸ਼ੈਂਟ ਨੂੰ ਜਿਹੜਾ ਹੈਗਾ ਯੂਰਨ ਜਿਹੜਾ ਹੈ ਉਹ ਰੁਕ ਜਾਵੇ, ਪਿਸ਼ਾਬ ਬਾਹਰ ਨੂੰ ਨਾ ਆਵੇ ਜੀ। ਕਈ ਵਾਰੀ ਕੀ ਹੁੰਦਾ, ਸਾਡਾ ਯੂਰੇਟਰ ਹੁੰਦਾ ਹੈ ਉਹਦੇ ਵਿੱਚ ਜਿਹੜਾ ਉਹਦਾ ਆਪਣਾ ਸਾਈਜ਼ ਹੀ 4 ਤੋਂ 5 mm ਹੁੰਦਾ ਹੈ ਤੇ ਉਹਦੇ ਵਿੱਚ ਜਦੋਂ ਪੱਥਰੀ ਫਸ ਜਾਂਦੀ ਹੈ ਜੀ, ਜੇ ਉਸ ਤੋਂ ਥੋੜੇ ਵੱਡੇ ਸਾਈਜ਼ ਦੀ ਹੋਵੇ ਤਾਂ ਉਹ ਕੀ ਕਰਦੀ ਹੈ, ਉੱਥੇ ਜਿਹੜੀ ਹੈ ਸੂਜਨ ਪੈਦਾ ਕਰਦੀ ਹੈ, ਜ਼ਖਮ ਪੈਦਾ ਕਰਦੀ ਹੈ ਤੇ ਉਹਦੇ ਨਾਲ ਜਿਹੜਾ ਹੈ ਪੇਸ਼ੈਂਟ ਨੂੰ ਖੂਨ ਆਉਣਾ ਸ਼ੁਰੂ ਹੋ ਜਾਂਦਾ ਪਿਸ਼ਾਬ ਦੇ ਨਾਲ। ਬਿਲਕੁਲ ਬਿਲਕੁਲ। ਤੇ ਕਈ ਵਾਰੀ ਜਿਹੜੀ ਦਰਦ ਇੰਨੀ ਜ਼ਿਆਦਾ ਅਸਹਿਨੀय ਹੁੰਦੀ ਹੈ ਕਿ ਉਸ ਸਮੇਂ ਦੇ ਉੱਤੇ ਜਿਹੜੀ ਹੈ ਸਾਨੂੰ ਉਸ ਟਾਈਮ ਤੇ ਸਰਜਰੀ ਦਾ ਸਹਾਰਾ ਲੈਣਾ ਪੈਂਦਾ ਹੈ। ਪਰ ਜਦੋਂ ਪੱਥਰੀ ਜ਼ਿਆਦਾ ਪੁਰਾਣੀ ਨਹੀਂ ਹੈ, ਛੋਟੇ ਸਾਈਜ਼ ਦੀ ਹੈ ਜਾਂ ਟੁਕੜਿਆਂ ਦੇ ਵਿੱਚ ਉਹਨੂੰ ਅਸੀਂ ਪਹਿਲਾਂ ਕਰਦੇ ਹਾਂ ਤੇ ਜਿਹੜੀ ਹੈਗੀ ਆ ਉਹ ਪੱਥਰੀਆਂ ਜਿਹੜੀਆਂ ਬਾਹਰ ਨਿਕਲ ਜਾਂਦੀਆਂ। ਜੇ ਕਿਤੇ ਫਸੀ ਨਾ ਹੋਵੇ, ਕੋਈ ਬਹੁਤ ਐਮਰਜੈਂਸੀ ਵਾਲੀ ਕੰਡੀਸ਼ਨ ਨਾ ਬਣੀ ਹੋਵੇ ਤਾਂ ਦਵਾਈਆਂ ਨਾਲ ਹੀ ਕੱਢੀ ਜਾ ਸਕਦੀ ਹੈ। ਜੀ ਜੀ ਜੀ। ਪਰੰਤੂ ਜਦੋਂ ਕਿਤੇ ਐਮਰਜੈਂਸੀ ਕੰਡੀਸ਼ਨ ਬਣ ਜਾਂਦੀ ਹੈ ਤਾਂ ਉਦੋਂ ਸਾਨੂੰ ਸਰਜਰੀ ਦਾ ਸਹਾਰਾ ਵੀ ਲੈਣਾ ਪੈਂਦਾ ਹੈ। ਜੀ। ਤੇ ਦੀਦੀ ਜਿੱਥੇ ਆਯੁਰਵੇਦ ਦਾ ਅਸੀਂ ਸਹਾਰਾ ਲੈ ਰਹੇ, ਕਿਉਂਕਿ ਮੈਨੂੰ ਜਿੱਥੋਂ ਤੱਕ ਲੱਗਦਾ, ਕਿਉਂਕਿ ਪਹਿਲਾਂ ਵੀ ਅਸੀਂ ਘਰਾਂ ਦੇ ਵਿੱਚ ਆਯੁਰਵੇਦ ਦੀਆਂ ਬਹੁਤ ਸਾਰੀਆਂ ਚੀਜ਼ਾਂ ਨਾ ਆਹੇ ਬਗਾਹੇ ਵਰਤ ਲੈਂਦੇ ਸੀ। ਹੁਣ ਅਸੀਂ ਸਾਰਾ ਹੀ ਆਯੁਰਵੇਦ ਦਾ ਜਿਹੜਾ ਸਿਸਟਮ ਆ ਜਾਂ ਘਰ ਦੇ ਵਿੱਚ ਕੋਈ ਚੀਜ਼ ਆ ਉਹ ਰੱਖਣਾ ਪਸੰਦ ਨਹੀਂ ਕਰਦੇ, ਜਾਂ ਇਹ ਕਹਿ ਲਓ ਕਿ ਟੌਰ ਅਸੀਂ ਕੁਝ ਹੋਰ ਚੀਜ਼ਾਂ ਦੀ ਕਰਦੇ ਨਾ। ਆਯੁਰਵੇਦ ਦੇ ਵੱਲ ਨੂੰ ਝੁਕਾ ਪਹਿਲਾਂ ਨਾਲੋਂ ਤੇ ਤੁਹਾਡੀ ਜਦੋਂ ਦੀ ਜੁਆਇਨਿੰਗ ਆ, ਕਿਉਂਕਿ ਤੁਸੀਂ ਸਿਵਲ ਹਸਪੀਟਲ ਦੇ ਵਿੱਚ ਇਸ ਲਾਈਨ ਦੇ ਵਿੱਚ ਹੋ, ਤਾਂ ਕਿੰਨਾ ਕੁ ਝੁਕਾਅ ਮੰਨਦੇ ਹੋ ਤੇ ਕਿੰਨਾ ਕੁ ਲੋਕੀ ਵਿਸ਼ਵਾਸ ਇੱਧਰ ਨੂੰ ਲੈ ਕੇ ਆਉਂਦੇ ਆ? ਫਿਰ ਆਪਾਂ ਆਵਾਂਗੇ ਸਾਡੀ ਰਸੋਈ ਵੱਲ ਨੂੰ, ਫਿਰ ਆਪਾਂ ਆਵਾਂਗੇ ਕਿ ਕੀ ਡਾਈਟ ਲੈਣੀ ਚਾਹੀਦੀ ਸੀ। ਜੀ, ਲੋਕਾਂ ਦਾ ਝੁਕਾਅ ਜਿਹੜਾ ਹੈ ਉਹ ਆਯੁਰਵੇਦ ਵੱਲ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਵਧਿਆ। ਕਰੋਨਾ ਕਾਲ ਨੇ ਜ਼ਿਆਦਾ ਕੁਝ ਕਰਤਾ ਜੀ। ਕਰੋਨਾ ਕਾਲ ਦੇ ਵਿੱਚ ਵੀ ਬਹੁਤ ਸਾਰੀਆਂ ਆਯੁਰਵੈਦਿਕ ਦਵਾਈਆਂ, ਜਿਵੇਂ ਤੁਸੀਂ ਕਹਿ ਰਹੇ ਹੋ, ਉਹਦੇ ਵਿੱਚ ਸਹਾਇਤਾ ਲਈ ਗਈ ਹੈ। ਇੱਥੋਂ ਤੱਕ ਕਿ ਸਰਕਾਰ ਵੱਲੋਂ ਜਿਹੜੀਆਂ ਕਿਟਸ ਸਪਲਾਈ ਕੀਤੀਆਂ ਗਈਆਂ ਨੇ ਘਰਾਂ ਦੇ ਵਿੱਚ, ਉਹਦੇ ਵਿੱਚ ਵੀ ਆਯੁਰਵੈਦਿਕ ਕਾੜੇ ਤੇ ਆਯੁਰਵੈਦਿਕ ਜਿਹੜੀਆਂ ਟੈਬਲੇਟਸ, ਜਿਹੜੀਆਂ ਗੋਲੀਆਂ ਜਿਹੜੀਆਂ ਸੀਗੀਆਂ ਉਹ ਭੇਜੀਆਂ ਗਈਆਂ ਨੇ। ਤੇ ਜਿੱਥੇ ਐਲੋਪੈਥੀ ਦੀ ਸਹਾਇਤਾ ਲੈ ਰਹੇ ਆ ਆਪਾਂ ਐਮਰਜੈਂਸੀ ਕੰਡੀਸ਼ਨਸ ਨੂੰ ਹੈਂਡਲ ਕਰਨ ਦੇ ਲਈ ਜੀ, ਉੱਥੇ ਜਿਹੜੀ ਹੈਗੀ ਆ ਜੜ ਤੋਂ ਖਤਮ ਕਰਨ ਦੇ ਲਈ, ਉਹਦੀ ਜੜ ਨੂੰ ਫੜਨ ਦੇ ਲਈ ਆਯੁਰਵੈਦਿਕ ਦਵਾਈਆਂ ਦਾ ਸਹਾਰਾ ਵੀ ਲਿਆ ਜਾ ਰਿਹਾ ਹੈ। ਜੀ ਜੀ ਜੀ। ਤੇ ਹੁਣ ਆਪਾਂ ਆਉਣੇ ਜਿੱਥੇ ਸਾਰੇ ਮਸਲੇ ਦੀ ਹੱਲ ਆ ਕਿ ਹੁਣ ਅਸੀਂ ਆਪਣੀ ਰਸੋਈ ਵੱਲ ਚੱਲੀਏ, ਉਪਾਅ ਵੱਲ ਚੱਲੀਏ, ਹਨਾ, ਤੇ ਕੀ ਇਹ ਪੱਥਰੀ ਹੋਵੇ ਹੀ ਨਾ, ਕਿਸੇ ਦੇ ਵੀ ਨਾ ਹੋਵੇ, ਹਨਾ। ਤਾਂ ਇਹਦੇ ਬਾਰੇ ਚਾਨਣਾ ਜ਼ਰੂਰ ਪਾਓ, ਕਿਉਂਕਿ ਬਹੁਤ ਜ਼ਿਆਦਾ ਜ਼ਰੂਰੀ ਆ ਅੱਜ ਦੇ ਦੌਰ ਦੇ ਵਿੱਚ ਇਸ ਚੀਜ਼ ਨੂੰ ਬਰੀਕੀ ਨਾਲ ਸਮਝਣ ਲਈ। ਜੀ, ਤੁਸੀਂ ਬਹੁਤ ਵਧੀਆ ਗੱਲ ਕਹੀ ਕਿ ਪੱਥਰੀ ਹੋਵੇ ਹੀ ਨਾ, ਵਿਅਕਤੀ ਜਿਹੜਾ ਸਵਸਥ ਹੈ ਉਹ ਸਵਸਥ ਹੀ ਰਹੇ। ਤੁਸੀਂ ਮੈਨੂੰ ਆਯੁਰਵੇਦ ਦਾ ਉਦੇਸ਼ ਯਾਦ ਕਰਵਾ ਦਿੱਤਾ ਕਿ ਆਯੁਰਵੇਦ ਦਾ ਜਿਹੜਾ ਮੁੱਖ ਉਦੇਸ਼ ਹੈ ਉਹ ਵੀ ਇਹੀ ਹੈ ਕਿ ਜਿਹੜਾ ਸਵਸਥ ਵਿਅਕਤੀ ਹੈ ਉਹਨੂੰ ਸਵਸਥ ਰੱਖਣਾ ਤੇ ਰੋਗੀ ਦੇ ਰੋਗ ਨੂੰ ਦੂਰ ਕਰਨਾ, ਤਾਂ ਕਿ ਮੋਕਸ਼ ਦੀ ਪ੍ਰਾਪਤੀ ਹੋ ਸਕੇ, ਤਾਂ ਕਿ ਜਿਹੜਾ ਸਾਡਾ ਮਨੁੱਖਾ ਜਿਹੜਾ ਦੇਹ ਹੈ ਉਹਦਾ ਜਿਹੜਾ ਮੋਟਿਵ ਹੈ ਦੁਨੀਆ ਦੇ ਉੱਤੇ ਜਿਹੜਾ ਹੈਗਾ ਸਾਡਾ ਆਤਮਾ ਦਾ, ਉਹ ਸਫਲ ਹੋ ਸਕੇ। ਕਿਉਂਕਿ ਜਿੱਥੇ ਸਾਡਾ ਆਯੁਰਵੇਦ ਸਰੀਰ ਦਾ ਵਿਗਿਆਨ ਹੈ, ਉੱਥੇ ਮਨ ਦਾ ਵੀ ਵਿਗਿਆਨ ਹੈ ਤੇ ਆਤਮਾ ਦਾ ਵੀ ਵਿਗਿਆਨ ਹੈ। ਬਿਲਕੁਲ ਬਿਲਕੁਲ, ਮਨ ਦਾ ਤਾਂ ਬਹੁਤ ਆ ਜੀ। ਤੇ ਇਸ ਲਈ ਜਿਹੜਾ ਹੈਗਾ ਆਪਾਂ ਨੂੰ ਜਿਹੜਾ ਤੁਸੀਂ ਘਰੇਲੂ ਕਈ ਉਪਚਾਰ ਜਿਹੜੇ ਹੈਗੇ ਆ ਉਹਨਾਂ ਦੇ ਨਾਲ ਜਿਹੜਾ ਸਹਾਇਤਾ ਲੈ ਕੇ, ਰਸੋਈ ਦੀਆਂ ਕਈ ਚੀਜ਼ਾਂ ਦੀ ਸਹਾਇਤਾ ਲੈ ਕੇ ਜਿਹੜੀ ਅਸੀਂ ਹੈ ਇਹਨੂੰ ਅਸੀਂ ਠੀਕ ਕਰ ਸਕਦੇ ਹਾਂ। ਤੇ ਜਿਵੇਂ ਤੁਸੀਂ ਕਿਹਾ ਕਿ ਇਹ ਹੋਵੇ ਹੀ ਨਾ, ਉਹਦੇ ਲਈ ਸਭ ਤੋਂ ਜਿਹੜੀ ਇੰਪੋਰਟੈਂਟ ਚੀਜ਼ ਹੈ, ਸਭ ਤੋਂ ਜਿਹੜੀ ਵਧੀਆ ਚੀਜ਼ ਹੈ ਉਹ ਹੈ ਕਿ ਪਾਣੀ ਦਾ ਸੇਵਨ ਜਿਹੜਾ ਹੈ ਉਹ ਪੂਰਾ ਕਰਨਾ। ਜੀ, ਇੱਕ ਸਵਸਥ ਵਿਅਕਤੀ ਨੂੰ ਘੱਟੋ ਘੱਟ 8 ਤੋਂ 10 ਗਲਾਸ ਪਾਣੀ
ਉਹ ਪੀਣਾ ਚਾਹੀਦਾ ਹੈ। 8 ਤੋਂ 10 ਗਲਾਸ, ਭਾਵੇਂ ਸੀਜ਼ਨ ਕੋਈ ਵੀ ਹੋਵੇ, ਭਾਵੇਂ ਗਰਮੀ ਹੋਵੇ ਸਰਦੀ ਹੋਵੇ। ਜੀ 8 ਤੋਂ 10 ਗਲਾਸ ਪਾਣੀ ਜਿਹੜਾ ਹੈ ਪੀਣਾ ਚਾਹੀਦਾ ਹੈ। ਇਹਦਾ ਜਿਹੜਾ ਸਭ ਤੋਂ ਵੱਡਾ ਕਾਰਨ ਉਹ ਇਹੀ ਹੈ ਕਿ ਜਿਹੜਾ ਅਸੀਂ ਪਾਣੀ ਦਾ ਸੇਵਨ ਜਿਹੜਾ ਹੈ ਨਹੀਂ ਕਰਦੇ ਜਾਂ ਘੱਟ ਕਰਦੇ ਹਾਂ। ਦਿਨ 'ਚ 1 ਜਾਂ 2 ਗਲਾਸ ਵੀ, ਖਾਸ ਕਰਕੇ ਸਰਦੀਆਂ ਆਉਣ ਤੇ ਅਸੀਂ ਕਹਿੰਦੇ ਕਿ 1 ਗਲਾਸ ਪਾਣੀ ਹੀ ਬਹੁਤ ਹੈ। ਪਰ ਪਾਣੀ ਉਹ ਤਾਂ ਕਹਿੰਦੇ ਪਾਣੀ ਰਹਿਣ ਦਿਓ, ਚਾਹ ਲਿਓ। ਨਹੀਂ ਜੀ, ਪਾਣੀ ਦਾ ਸੇਵਨ ਜਿਹੜਾ ਹੈ ਉਹ ਜ਼ਰੂਰ ਕਰਨਾ ਚਾਹੀਦਾ ਹੈ ਜੀ, ਕਿਉਂਕਿ ਪਾਣੀ ਦੇ ਨਾਲ ਸਰੀਰ ਦੀ ਸਫਾਈ ਹੁੰਦੀ ਹੈ। ਕਿਉਂਕਿ ਫੂਡ ਪਾਈਪ ਦੀ ਸਫਾਈ ਹੋਊਗੀ ਤੇ ਕਚਰਾ ਜਿਹੜਾ ਲੰਮੇ ਲੱਗਾ ਹੋਇਆ ਉਹ ਸੈੱਟ ਹੋਊਗਾ। ਜੀ ਹਾਂਜੀ, ਜਿਸ ਤਰ੍ਹਾਂ ਆਪਾਂ ਕਹਿੰਦੇ ਆ ਨਾ ਕਿ ਆਪਾਂ ਕਿਸੇ ਇੱਕ ਅੱਧਾ ਗਲਾਸ ਪਾਣੀ ਲੈ ਲਈਏ ਜੀ ਤੇ ਉਹਦੇ ਵਿੱਚ ਆਪਾਂ ਨਮਕ ਪਾਣਾ ਸ਼ੁਰੂ ਕਰ ਦਈਏ। ਇੱਕ ਟਾਈਮ ਤੱਕ ਨਮਕ ਉਹਦੇ ਵਿੱਚ ਘੁਲਦਾ ਹੈ, ਪਰੰਤੂ ਕੁਝ ਸਮਾਂ ਆਉਣ ਤੋਂ ਬਾਅਦ ਉਹਦੇ ਵਿੱਚ ਨਮਕ ਘੁਲਣਾ ਬੰਦ ਹੋ ਜਾਂਦਾ ਹੈ, ਥੱਲੇ ਬੈਠਣਾ ਸ਼ੁਰੂ ਹੋ ਜਾਂਦਾ ਹੈ। ਉਸੇ ਤਰ੍ਹਾਂ ਸਾਡੇ ਸਰੀਰ ਦੇ ਵਿੱਚ ਜਦੋਂ ਪਾਣੀ ਦੀ ਮਾਤਰਾ ਘੱਟ ਹੋਊਗੀ ਤੇ ਜਿਹੜੇ ਸਾਡੇ ਟੌਕਸਿਨ ਜ਼ਹਿਰੀਲੇ ਪਦਾਰਥਾਂ ਦੀ ਮਾਤਰਾ ਜ਼ਿਆਦਾ ਹੋਊਗੀ ਤਾਂ ਉਹ ਬੈਠਣਾ ਸ਼ੁਰੂ ਹੋ ਜਾਣਗੇ ਤੇ ਉਹ ਪੱਥਰੀ ਦਾ ਰੂਪ ਧਾਰਨ ਕਰ ਲੈਂਦੇ ਨੇ। ਇਸੇ ਤਰ੍ਹਾਂ ਜਿਹੜਾ ਹੈਗਾ ਹੈ ਉਹ ਜਿਹੜਾ ਪਾਣੀ ਹੈ ਉਹਦੀ ਜਿਹੜੀ ਮਾਤਰਾ ਨੂੰ ਵਧਾਉਣਾ ਬਹੁਤ ਜ਼ਰੂਰੀ ਹੈ। ਹਾਂਜੀ, ਦੂਸਰੀ ਗੱਲ ਹੈ ਕਿ ਜਿਹੜਾ ਆਪਣਾ ਫੈਟ ਫ੍ਰੀ ਫੂਡ ਜਿਹੜਾ ਹੈ ਉਹ ਲੈਣਾ ਚਾਹੀਦਾ ਹੈ। ਜ਼ਿਆਦਾ ਅਸੀਂ ਕਈ ਵਾਰੀ ਤਲਿਆ ਖਾਂਦੇ ਆ ਜੀ, ਕੋਈ ਸ਼ੱਕ ਨਹੀਂ। ਕਦੀ ਪਕੌੜੇ ਤਲ ਕੇ ਖਾ ਲਏ, ਕਦੀ ਕੁਝ ਤਲਿਆ ਖਾ ਲਿਆ। ਪੰਜਾਬੀ ਖਾਣ ਪੀਣ ਦੇ ਪੇਟੂ ਆ ਜੀ। ਤੇ ਉਹ ਜਿਹੜਾ ਇੱਕ ਜ਼ਰੂਰਤ ਤੋਂ ਜ਼ਿਆਦਾ ਤਲਿਆ ਖਾਣਾ ਵੀ ਜਿਹੜਾ ਪੱਥਰੀਆਂ ਦਾ ਇੱਕ ਕਾਰਨ ਬਣਦਾ। ਤੀਸਰਾ ਕਾਰਨ ਹੈ ਇਹਦੇ ਵਿੱਚ ਕਿ ਕੁਝ ਆਹਾਰ ਇਹੋ ਜਿਹੇ ਨੇ ਜਿਨ੍ਹਾਂ ਦੇ ਵਿੱਚ ਤੱਤ ਇਹੋ ਜਿਹੇ ਮੌਜੂਦ ਹੁੰਦੇ ਨੇ ਕਿ ਜਿਨ੍ਹਾਂ ਦੇ ਨਾਲ ਪੱਥਰੀਆਂ ਬਣਦੀਆਂ ਨੇ। ਅਸੀਂ ਕਦੇ ਗੌਰ ਨਹੀਂ ਕੀਤਾ ਜੀ। ਉਹਨਾਂ ਦਾ ਸੇਵਨ ਤਾਂ ਕਰਨਾ ਹੁੰਦਾ ਹੈ, ਪਰ ਜ਼ਰੂਰਤ ਤੋਂ ਜ਼ਿਆਦਾ ਸੇਵਨ ਕਰਨ ਦੇ ਨਾਲ ਵੀ ਜਿਹੜੀਆਂ ਹੈਗੀਆਂ ਪੱਥਰੀਆਂ ਬਣਦੀਆਂ ਨੇ, ਉਹਨਾਂ ਦਾ ਸੇਵਨ ਘਟਾਉਣਾ ਚਾਹੀਦਾ ਹੈ। ਜਿਵੇਂ ਕਿ ਟਮਾਟਰ ਹੋ ਗਿਆ, ਖੀਰਾ ਹੋ ਗਿਆ, ਠੀਕ ਹੈ। ਇਹ ਇਹੋ ਜਿਹੀਆਂ ਚੀਜ਼ਾਂ ਨੇ ਜਿਨ੍ਹਾਂ ਦਾ ਜਿਹੜਾ ਸੇਵਨ ਹੈਗਾ ਉਹ ਅਸੀਂ ਜਦੋਂ ਜ਼ਰੂਰਤ ਤੋਂ ਜ਼ਿਆਦਾ ਕਰਦੇ ਹਾਂ। ਤੇ ਜਿਹੜੀ ਪਾਲਕ ਹੋ ਗਈ, ਠੀਕ ਹੈ, ਤੇ ਇਹ ਜੋ ਚੀਕੂ ਹੋ ਗਿਆ, ਠੀਕ ਹੈ। ਤੇ ਇਸ ਤੋਂ ਇਲਾਵਾ ਆਪਣੀ ਕਈ ਵਾਰੀ ਪੱਥਰੀਆਂ ਬਣੀਆਂ ਹੁੰਦੀਆਂ ਨੇ ਤੇ ਉਹਦੇ ਵਿੱਚ ਅਸੀਂ ਕੌਫੀ ਹੋ ਗਈ, ਚਾਹ ਹੋ ਗਈ, ਚਾਕਲੇਟ ਹੋ ਗਈ, ਜੀ ਬਿਲਕੁਲ, ਬੈਂਗਨ ਹੋ ਗਏ। ਤੇ ਇਹਨਾਂ ਦਾ ਜਦੋਂ ਅਸੀਂ ਸੇਵਨ ਜਿਹੜਾ ਹੈਗਾ ਵਾ ਉਹ ਜ਼ਰੂਰਤ ਤੋਂ ਜ਼ਿਆਦਾ ਕਰਦੇ ਆ ਤਾਂ ਉਹਦੇ ਨਾਲ ਕੀ ਹੁੰਦਾ, ਸਾਡੀ ਕਿਡਨੀ ਦੇ ਵਿੱਚ ਇਰੀਟੇਸ਼ਨ ਹੁੰਦੀ ਹੈ। ਤੇ ਇਹਨਾਂ ਦਾ ਜਿਹੜਾ ਸੇਵਨ ਹੈ ਉਹ ਵੀ ਜਿਹੜਾ ਸਾਨੂੰ ਆਪਣੇ ਇੱਕ ਲਿਮਿਟ ਦੇ ਵਿੱਚ ਹੀ ਕਰਨਾ ਚਾਹੀਦਾ ਹੈ। ਜੀ। ਤੇ ਇਸ ਤੋਂ ਇਲਾਵਾ ਕੁਝ ਚੀਜ਼ਾਂ ਇਹੋ ਜਿਹੀਆਂ ਨੇ ਜਿਨ੍ਹਾਂ ਦਾ ਸੇਵਨ ਅਸੀਂ ਕਰਦੇ ਹੀ ਨਹੀਂ ਹੈ। ਉਹਨਾਂ ਦਾ ਸੇਵਨ ਆਪਣੀ ਜਿਹੜੀ ਡਾਈਟ ਵਿੱਚ ਵਧਾਉਣਾ ਚਾਹੀਦਾ ਹੈ ਤਾਂ ਕਿ ਜਿਹੜਾ ਸਾਨੂੰ ਜਿਹੜਾ ਹੈਗਾ ਕਿ ਜਿਹੜੀ ਪੱਥਰੀਆਂ ਜਿਹੜੀਆਂ ਹੈਗੀਆਂ ਉਹ ਬਣਨ ਨਾ। ਜੀ ਬਿਲਕੁਲ। ਜਿਸ ਤਰੀਕੇ ਦੇ ਨਾਲ ਆਪਣਾ, ਜਿਵੇਂ ਤੁਸੀਂ ਆਪਣੀ ਡਾਈਟ ਦੇ ਵਿੱਚ ਜਿਹੜਾ ਹੈਗਾ ਤੁਸੀਂ ਪਾਣੀ ਦੇ ਨਾਲ ਜਿਹੜਾ ਹੈਗਾ ਨਿੰਬੂ ਪਾਣੀ ਐਡ ਕਰ ਸਕਦੇ ਆ, ਨਾਰੀਅਲ ਪਾਣੀ ਐਡ ਕਰ ਸਕਦੇ ਆ, ਤਰਬੂਜ ਦਾ ਜਿਹੜਾ ਪਾਣੀ ਹੈ ਉਹ ਲੈ ਸਕਦੇ ਆ, ਤੇ ਬਾਕੀ ਬਦਾਮ ਲੈ ਸਕਦੇ ਆ, ਠੀਕ ਹੈ। ਤੇ ਇਸ ਤਰ੍ਹਾਂ ਸਬਜ਼ੀਆਂ ਦੇ ਵਿੱਚ ਗਾਜਰ ਲੈ ਸਕਦੇ ਆ, ਮੂਲੀ ਲੈ ਸਕਦੇ ਆ। ਜਦੋਂ ਮਤਲਬ ਪੂਰੇ ਤੱਤ ਸਰੀਰ ਦੇ ਵਿੱਚ ਨਹੀਂ ਹੈਗੇ, ਕਿਤੇ ਅਨਬੈਲੈਂਸ ਹੋਏ, ਮਤਲਬ ਕੋਈ ਤੱਤ ਜ਼ਿਆਦਾ ਹੋ ਗਿਆ, ਕੋਈ ਤੱਤ ਬਿਲਕੁਲ ਲੋ ਹੋ ਗਿਆ, ਉਦੋਂ ਸਰੀਰ ਦੇ ਵਿੱਚ ਵਿਗਾੜ ਆਉਂਦਾ। ਜੀ। ਹੁਣ ਗਾਜਰ ਲੈ ਲਓ, ਮੂਲੀ ਲੈ ਲਓ, ਠੀਕ ਹੈ। ਕਿਉਂਕਿ ਮੌਸਮੀ ਕੁਦਰਤ ਨੇ ਹੁਣ ਆ ਜਿਹੜਾ ਸੀਜ਼ਨ ਆ, ਇਹ ਕੁਦਰਤ ਨੇ ਸਾਡੇ ਲਈ ਸਾਰੀਆਂ ਚੀਜ਼ਾਂ ਭਰਮਾਰ ਦਿੱਤੀਆਂ, ਪਰ ਅਸੀਂ ਉਹਨਾਂ ਦੀ ਵਰਤੋਂ ਨਾ ਕਰਕੇ ਅਸੀਂ ਦੂਜੇ ਚਟਪਟੇ ਖਾਣੇ ਪਸੰਦ ਕਰਦੇ ਆ ਨਾ। ਜੀ ਬਿਲਕੁਲ। ਤੇ ਉਹ ਚਟਪਟਿਆਂ ਨਾਲ ਵਿਗਾੜ ਤਾਂ ਫਿਰ ਸਰੀਰ 'ਚ ਆਉਣਾ ਹੀ ਆਉਣਾ। ਜੀ। ਤੇ ਸੋ ਇਹਨਾਂ ਚੀਜ਼ਾਂ ਦੀ ਜਿਹੜੀ ਹੈ ਅਸੀਂ ਡਾਈਟ ਵਿੱਚੋਂ ਕੱਢੀਆਂ ਹੁੰਦੀਆਂ ਨੇ ਕੁਝ ਚੀਜ਼ਾਂ, ਠੀਕ ਹੈ। ਹੁਣ ਘੀਆ ਨਹੀਂ ਕੋਈ ਖਾਂਦਾ, ਨਹੀਂ ਜੀ ਖਾਂਦੇ, ਘੀਆ ਵੀ ਆਪਣੀ ਡਾਈਟ ਵਿੱਚ ਐਡ ਕਰਨਾ ਚਾਹੀਦਾ ਵਾ। ਤੇ ਕੇਲਾ ਹੋ ਗਿਆ, ਸੇਬ ਹੋ ਗਿਆ, ਠੀਕ ਹੈ, ਪਪੀਤਾ ਹੋ ਗਿਆ, ਇਹ ਜਿਹੜੇ ਹੈਗੇ ਆ ਫਰੂਟ ਹੈਗੇ ਆ, ਇਹਨਾਂ ਨੂੰ ਆਪਣੀ ਡਾਈਟ ਵਿੱਚ ਐਡ ਕਰਨਾ ਚਾਹੀਦਾ ਹੈ। ਤੇ ਖੁਰਮਾਨੀ ਹੋ ਗਈ, ਠੀਕ ਹੈ। ਇਹਨਾਂ ਦੇ ਨਾਲ ਜਿਹੜੀਆਂ ਹੈਗੀਆਂ ਆਪਣੀਆਂ ਪੱਥਰੀਆਂ ਜਿਹੜੀਆਂ ਹੈਗੀਆਂ ਉਹ ਨਹੀਂ ਬਣਦੀਆਂ, ਇਹਨਾਂ ਦਾ ਆਪਣੀ ਡਾਈਟ ਵਿੱਚ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ। ਜੀ। ਤੇ ਸੋ ਪੱਥਰੀਆਂ ਬਣਨ ਹੀ ਨਾ, ਤੇ ਇਹਨਾਂ ਜਿਹੜੀ ਇੱਕ ਐਕਸਰਸਾਈਜ਼ ਕਰਨੀ ਚਾਹੀਦੀ ਹੈ, ਯੋਗ ਅਭਿਆਸ ਕਰਨਾ ਚਾਹੀਦਾ ਹੈ। ਯੋਗਾ ਦੇ ਵਿੱਚ ਪ੍ਰਾਣਾਯਾਮ ਦਾ ਸਹਾਰਾ ਲੈਣਾ ਚਾਹੀਦਾ ਹੈ। ਤੇ ਸਾਡੇ ਜਿੱਦਾਂ ਅਨੁਲੋਮ ਵਿਲੋਮ ਪ੍ਰਾਣਾਯਾਮ ਹੋ ਗਿਆ, ਕਪਾਲਭਾਤੀ ਪ੍ਰਾਣਾਯਾਮ ਹੋ ਗਿਆ, ਵੱਖਰੇ ਤਰ੍ਹਾਂ ਦੇ ਪ੍ਰਾਣਾਯਾਮ ਨੇ, ਤੇ ਇਹਨਾਂ ਦਾ ਸਹਾਰਾ ਲੈ ਕੇ ਵੀ ਅਸੀਂ ਪੱਥਰੀਆਂ ਬਣਨ ਤੋਂ ਰੋਕ ਸਕਦੇ ਹਾਂ। ਦੀਦੀ ਇੱਕ ਨਾ ਧਾਰਨਾ ਮੈਂ ਕਹੂੰਗੀ, ਕਈ ਕਹਿ ਦਿੰਦੇ ਕਿ ਆਪਾਂ ਜਦੋਂ ਚੌਲ ਖਾਂਦੇ ਨੇ, ਕਈ ਵਾਰ ਚੌਲਾਂ ਦੀ ਛਿਲਕਾ ਜਿਹੜਾ ਹੁੰਦਾ ਵਿੱਚ ਹੀ ਹੁੰਦਾ ਨਾ, ਉੱਪਰ ਝੋਨੇ ਦੀ ਛਿੱਲ ਹੁੰਦੀ ਆ, ਜਦੋਂ ਖਾ ਲੈਂਦੇ ਆ ਤੇ ਕਿਤੇ ਆਹੇ ਬਖਾਹੇ ਉਹਦਾ ਕਸੀਰ ਕਿਸੇ ਨਾੜੀ 'ਚ ਫਸ ਜਾਂਦਾ ਆ। ਜਦੋਂ ਫਸਦਾ ਆ ਤੇ ਉਹਦੇ ਬੰਨੇ ਜਦੋਂ ਖਾਂਦੇ ਰਹਿੰਦੇ ਉਹ ਨਹੀਂ ਪਾਸੇ ਹੁੰਦਾ, ਇੱਕ ਤਾਂ ਉੱਥੇ ਜ਼ਖਮ ਹੋ ਜਾਂਦਾ, ਦੂਸਰਾ ਉਹਦੇ ਨਾਲ ਲੱਗ ਕੇ ਚੀਜ਼ਾਂ ਇਹ ਪੱਥਰੀ ਦਾ ਰੂਪ ਅਖਤਿਆਰ ਕਰਦੇ। ਕਿੰਨਾ ਕੁ ਸੱਚ ਆ, ਬਾਕੀ
ਜਿਹੜੇ ਬੀਜ ਵਾਲੀਆਂ ਆਪਾਂ ਚੀਜ਼ਾਂ ਖਾਣੇ, ਬੀਜ ਨਹੀਂ ਚਬਾਉਂਦੇ ਹਨਾ, ਤਾਂ ਬਰੀਕ ਹੁੰਦੇ ਆ, ਉਹ ਕਿਸੇ ਨੁਕਰੇ ਲੱਗ ਗਏ ਆ ਤੇ ਉਹਦੇ ਨਾਲ ਵੀ ਪੱਥਰੀ ਹੁੰਦੀ। ਕੀ ਇਹ ਸੱਚ ਆ ਜਾਂ ਨਹੀਂ ਸੱਚ? ਜਿਹੜੀ ਜ਼ਰੂਰਤ ਤੋਂ ਜ਼ਿਆਦਾ ਕਿਸੇ ਵੀ ਚੀਜ਼ ਦਾ ਸੇਵਨ ਜਿਹੜਾ ਹੈਗਾ, ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਮੈਂ ਦੱਸੀਆਂ ਉਹ ਨੁਕਸਾਨ ਕਰ ਸਕਦੀਆਂ ਨੇ। ਬਾਕੀ ਜਿਹੜੇ ਆਪਣੇ ਅਨਾਜ ਹੈ ਉਹਦੇ ਵਿੱਚ ਮੂੰਗੀ ਦੀ ਦਾਲ ਲੈ ਲਓ, ਆਪਣੀ ਛੋਲਿਆਂ ਦੀ ਦਾਲ ਲੈ ਲਓ, ਇਹ ਜਿਹੜੇ ਅਨਾਜ ਜੌਂ ਹੈਗੇ ਆ, ਜੌਂ ਬਹੁਤ ਵਧੀਆ ਹੁੰਦੇ ਨੇ ਜਿਨ੍ਹਾਂ ਦੇ ਨਾਲ ਜਿਹੜੀ ਹੈ ਪੱਥਰੀ ਨਹੀਂ ਬਣਦੀ। ਇਹ ਅਨਾਜ ਜਿਹੜੇ ਵਧੀਆ ਨੇ। ਬਾਕੀ ਜਿਹੜੇ ਅਨਾਜ ਜਿਹੜੇ ਹੈਗੇ ਆ ਉਹ ਜਿਹੜੇ ਜਿਵੇਂ ਤੁਸੀਂ ਚਾਵਲ ਕਿਹਾ, ਇਹਨਾਂ ਦਾ ਜਿਹੜਾ ਸੇਵਨ ਹੈ ਘੱਟ ਮਾਤਰਾ 'ਚ ਕਰਨਾ ਚਾਹੀਦਾ ਹੈ। ਪਰ ਅਸੀਂ ਕਰਦੇ ਜ਼ਿਆਦਾ ਨਾ, ਜ਼ਰੂਰਤ ਤੋਂ ਜ਼ਿਆਦਾ ਹਰ ਚੀਜ਼ ਮਾੜੀ ਹੈ ਜੀ। ਜੀ ਜੀ। ਤਾਂ ਦੀਦੀ ਜੇ ਚੌਲਾਂ ਦੀ ਗੱਲ ਕੀਤੀ ਜਾਵੇ ਹਨਾ, ਕਈ ਕਹਿੰਦੇ ਨੇ ਕਿ ਬਾਏ ਬਹੁਤ ਹੁੰਦੇ। ਇੱਕ ਤਾਂ ਕੰਫਿਊਜ਼ਨ ਬੜੀਆਂ ਚੀਜ਼ਾਂ ਦੇ ਵਿੱਚ ਆ, ਇਹਨੂੰ ਥੋੜਾ ਕਲੀਅਰ ਕਰਿਓ, ਕਿੰਨਾ ਕੁ ਬਾਏ ਆਪਣੇ ਤੇ ਕਿੰਨਾ ਕੁ ਅਫੈਕਟ ਕਰਦੇ ਨੇ ਪੱਥਰੀ ਨੂੰ ਵਧਾਉਣ ਦੇ ਵਿੱਚ? ਨਹੀਂ, ਕਈ ਤੇ ਕੱਚੇ ਚ ਪਾਉਂਦੇ ਆ। ਨਹੀਂ, ਵਾਈ ਜਿਹੜੀ ਤੁਸੀਂ ਗੱਲ ਕੀਤੀ ਹੈ ਉਹ ਵੱਖਰੀ ਹੈ। ਵਾਈ ਦਾ ਮਤਲਬ ਇਹ ਹੈਗਾ ਕਿ ਜਿਵੇਂ ਕੋਈ ਵੀ ਚੀਜ਼ ਤੁਸੀਂ ਆਪਾਂ ਲੈਣੀ ਹੈ, ਬਹੁਤ ਚੀਜ਼ਾਂ ਜਿਹੜੀਆਂ ਹੁੰਦੀਆਂ ਵਾਈ ਹੁੰਦੀਆਂ ਨੇ ਜਿਹੜੀ ਵਾਤ ਨੂੰ ਵਧਾਉਂਦੀਆਂ ਨੇ। ਬਿਲਕੁਲ। ਵਾਈ ਦਾ ਮਤਲਬ ਆਯੁਰਵੇਦ ਵਿੱਚ ਇਹੀ ਕਿ ਵਾਤ ਵਰਧਕ ਨੇ। ਉਹ ਜਿਹੜੀ ਵਾਤ ਵਰਧਕ ਚੀਜ਼ ਹੋਊਗੀ ਉਹ ਜਿਹੜੀ ਦਰਦ ਨੂੰ ਪੈਦਾ ਕਰੂਗੀ। ਠੀਕ ਹੈ। ਤੇ ਜਿਹੜੀ ਹੈਗੀ ਆ ਇਹਨਾਂ ਦਾ ਜਿਹੜਾ ਸੇਵਨ ਜਿਹੜਾ ਹੈਗਾ, ਹਰ ਚੀਜ਼ ਦਾ ਇੱਕ ਤਰੀਕਾ ਹੈ ਸੇਵਨ ਕਰਨ ਦਾ। ਉਹਨਾਂ ਨੂੰ ਆਪਾਂ ਕੁਝ ਇਦਾਂ ਦੀਆਂ ਚੀਜ਼ਾਂ ਵਿੱਚ ਮਸਾਲੇ ਪਾ ਕੇ, ਗਰਮ ਮਸਾਲੇ ਪਾ ਕੇ ਵਰਤ ਸਕਦੇ ਹਾਂ, ਕੜੀ ਪੱਤਾ ਪਾ ਕੇ ਵਰਤ ਸਕਦੇ ਹਾਂ, ਜਿਨ੍ਹਾਂ ਦੇ ਨਾਲ ਜਿਹੜੇ ਇਹਨਾਂ ਦੇ ਜਿਹੜੇ ਇਫੈਕਟ ਹੈ ਉਹ ਘਟ ਜਾਂਦੇ ਨੇ। ਜੀ ਜੀ। ਤਾਂ ਦੀਦੀ ਥੋੜਾ ਜਿਹਾ ਮੋਟੇ ਰੂਪ ਦੇ ਵਿੱਚ ਇੱਕ ਵਾਰੀ ਦੁਬਾਰਾ ਆਪਾਂ ਸਰੋਤਿਆਂ ਨੂੰ ਦੱਸ ਦਈਏ ਕਿ ਜਿਹੜੀ ਪੱਥਰੀ ਆ ਉਹ ਹੋਣ ਦੇ ਕਿਹੜੀਆਂ ਚੀਜ਼ਾਂ ਖਾਣ ਪੀਣ ਦੇ ਵਿੱਚ ਅਸੀਂ ਜ਼ਿਆਦਾ ਵਰਤਦੇ ਉਹਦਾ ਕਰਕੇ ਹੁੰਦੀ ਹੈ। ਕਿਉਂਕਿ ਮੈਨੂੰ ਲੱਗਦਾ ਹੈ ਕਿ ਮੈਂ ਨਹੀਂ ਚਾਹੁੰਦੀ ਕਿ ਕਿਸੇ ਨੂੰ ਵੀ ਹੋਵੇ, ਕਿਉਂਕਿ ਮੈਂ ਆਪਣੇ ਅੱਖੀ ਦੇਖਿਆ ਜਿੰਨੇ ਹੰਡਾਇਆ ਉਹ ਤਾਂ ਫਿਰ ਹੋਰ ਵੀ ਜ਼ਿਆਦਾ ਪੇਨਫੁਲ ਹੈਗਾ ਨਾ। ਕਿਹੜੀਆਂ ਚੀਜ਼ਾਂ ਬਿਲਕੁਲ ਆਪਣੀ ਰਸੋਈ ਤੇ ਆਪਣੀ ਜ਼ੁਬਾਨ ਤੇ ਨਹੀਂ ਰੱਖਣੀਆਂ ਜਿਨ੍ਹਾਂ ਦੇ ਕਰਕੇ ਪੱਥਰੀ ਹੁੰਦੀ ਆ? ਏਦਾਂ ਦਾ ਕੁਝ ਨਹੀਂ ਹੈ ਕਿ ਜ਼ਬਾਨ ਤੇ ਨਹੀਂ ਰੱਖਣੀ ਆਪਾਂ, ਪਰੰਤੂ ਇਹ ਹੈ ਕਿ ਅਸੀਂ ਇੱਕ ਲਿਮਿਟ ਦੇ ਵਿੱਚ ਹੀ ਹਰ ਚੀਜ਼ ਖਾਣੀ ਹੈ ਜੀ। ਜਿੱਦਾਂ ਕਿ ਖੀਰਾ ਹੋ ਗਿਆ, ਬੈਂਗਨ ਹੋ ਗਏ, ਠੀਕ ਹੈ, ਟਮਾਟਰ ਹੋ ਗਏ, ਅਸੀਂ ਇਹਨਾਂ ਦਾ ਜ਼ਰੂਰਤ ਤੋਂ ਜ਼ਿਆਦਾ ਸੇਵਨ ਨਹੀਂ ਕਰਨਾ। ਠੀਕ ਹੈ, ਇੱਕ ਲਿਮਿਟ ਦੇ ਵਿੱਚ ਹੀ ਸੇਵਨ ਕਰਨਾ ਹੈ। ਪਾਲਕ ਹੋ ਗਈ ਜੀ, ਠੀਕ ਹੈ, ਸ਼ਿਮਲਾ ਮਿਰਚ ਹੋ ਗਈ ਜੀ, ਤੇ ਆਪਣੇ ਇਹਨਾਂ ਚੀਜ਼ਾਂ ਦਾ ਜਿਹੜਾ ਸੇਵਨ ਹੈ ਆਪਾਂ ਨੂੰ, ਇੱਕ ਚੀਕੂ ਹੋ ਗਏ ਫਰੂਟਸ ਦੇ ਵਿੱਚ, ਠੀਕ ਹੈ, ਤੇ ਕਾਜੂ ਹੋ ਗਏ, ਕੌਫੀ ਹੋ ਗਈ, ਜਾਂ ਕੌਫੀ ਜਿਹੜੀ ਹੈ ਇਰੀਟੇਟ ਕਰਦੀ ਹੈ ਕਿਡਨੀ ਵਾਲੇ ਪੇਸ਼ੈਂਟ ਨੂੰ, ਠੀਕ ਹੈ, ਇਹਨਾਂ ਦਾ ਜਿਹੜਾ ਸੇਵਨ ਹੈ ਆਪਾਂ ਨੂੰ ਇੱਕ ਲਿਮਿਟ ਦੇ ਵਿੱਚ ਹੀ ਕਰਨਾ ਹੁੰਦਾ ਹੈ। ਤੇ ਨੌਨ ਵੈਜ ਡਾਈਟ ਜਿਹੜੀ ਹੁੰਦੀ ਹੈ ਉਹ ਵੀ ਜ਼ਰੂਰਤ ਤੋਂ ਜ਼ਿਆਦਾ ਨੌਨ ਵੈਜ ਡਾਈਟ ਖਾਣੀ, ਠੀਕ ਹੈ। ਹੁਣ ਕਈ ਤਾਂ ਕਹਿ ਦਿੰਦੇ ਆ ਜੀ ਦੁੱਧ ਦੇ ਨਾਲ ਪੱਥਰੀ ਹੋ ਗਈ, ਜੋ ਚ ਕੈਲਸ਼ੀਅਮ ਹੁੰਦਾ ਹੈ, ਪਰ ਨਹੀਂ, ਦੁੱਧ ਨੂੰ 1 ਗਲਾਸ ਲੈ ਲਓ, 2 ਗਲਾਸ ਲੈ ਲਓ। ਕੈਲਸ਼ੀਅਮ ਤੋਂ ਸੱਚ ਮੈਨੂੰ ਚੇਤਾ ਹੈ, ਕਹਿੰਦੇ ਕੈਲਸ਼ੀਅਮ ਦੀਆਂ ਗੋਲੀਆਂ ਰੋਜ਼ਾਨਾ 2 ਤੁਸੀਂ ਲੈਣੇ ਹੋ, ਉਹਦੇ ਨਾਲ ਵੀ ਪੱਥਰੀ ਬਣਦੀ। ਕਿੰਨਾ ਕੁ ਸਹੀ ਹੈ? ਜਿਨ੍ਹਾਂ ਦੇ ਅੰਦਰ ਸਟੋਨ ਬਣਨੇ ਸ਼ੁਰੂ ਹੋ ਜਾਂਦੇ ਆ ਕੈਲਸ਼ੀਅਮ ਕਰਕੇ। ਮੈਂ ਇੱਕ ਗੱਲ ਵਿੱਚੋਂ ਦੱਸਣੀ ਆਪਣੀ ਰਹਿ ਗਈ ਕਿ ਜਿਹੜੀਆਂ ਆਯੁਰਵੇਦ ਦੇ ਵਿੱਚ ਵੀ ਇਹਨਾਂ ਦਾ ਜਿਹੜਾ ਕੰਪੈਰੀਜ਼ਨ ਹੈ ਮਾਡਰਨ ਦੇ ਨਾਲ ਵੀ ਕੀਤਾ ਗਿਆ ਹੈ। ਜਿਹੜੀ ਸਾਡੀ ਵਾਤ ਜਸ਼ਮਰੀ ਹੈ ਉਹਨੂੰ ਯੂਰਿਕ ਐਸਿਡ ਸਟੋਨ ਦੇ ਨਾਲ, ਪਿੱਤ ਜਸ਼ਮਰੀ ਹੈ ਉਹਨੂੰ ਕੈਲਸ਼ੀਅਮ ਆਕਜ਼ਲੇਟ ਸਟੋਨ ਦੇ ਨਾਲ, ਤੇ ਜਿਹੜੀਆਂ ਆਪਣੀ ਸ਼ੁਕਰ ਜਸ਼ਮਰੀ ਤੇ ਕਫ ਜਸ਼ਮਰੀ ਹੈ ਉਹਨੂੰ ਕੈਲਸ਼ੀਅਮ ਫਾਸਫੇਟ ਸਟੋਨ ਦੇ ਨਾਲ ਕੰਪੈਰੀਜ਼ਨ ਇਹਨਾਂ ਦਾ ਕੀਤਾ ਗਿਆ ਹੈ ਜੀ। ਤੁਸੀਂ ਗੱਲ ਕੀਤੀ ਹੈ ਕੈਲਸ਼ੀਅਮ ਦੀ, ਤੇ ਜਿੱਦਾਂ ਤੁਸੀਂ ਇੱਕ ਵਾਰੀ ਆਪਣਾ ਕੁਐਸਚਨ ਵੀ ਜਿਹੜੇ ਕੈਲਸ਼ੀਅਮ ਦੀਆਂ ਟੈਬਲੇਟ ਅਸੀਂ ਲੈਣੇ ਆ ਉਹਨਾਂ ਨਾਲ ਪੱਥਰੀ ਕਿੰਨੀ ਕੁ ਬਣਨ ਦੀ ਸੰਭਾਵਨਾ ਆ ਆਉਣ ਵਾਲੇ ਸਮੇਂ 'ਚ? ਜਿਨ੍ਹਾਂ ਨੂੰ ਤਾਂ ਪੱਥਰੀ ਬਣਦੀ ਪਈ ਹੈ ਉਹ ਜੇ ਕੈਲਸ਼ੀਅਮ ਜ਼ਰੂਰਤ ਤੋਂ ਜ਼ਿਆਦਾ ਲੈ ਰਹੇ ਆ ਤੇ ਉਹਨਾਂ ਦੇ ਸਰੀਰ ਦੇ ਵਿੱਚ ਪੱਥਰੀ ਜਿਹੜੀ ਆ ਉਹ ਬਣੂਗੀ ਉਹਦੇ ਨਾਲ। ਤੇ ਜਿਹੜੀਆਂ ਆਪਾਂ ਵਾਧੂ ਦਵਾਈਆਂ ਲੈਣੇ ਆ ਉਹ ਬੰਦ ਕਰ ਦੇਣੀਆਂ ਚਾਹੀਦੀਆਂ ਨੇ ਜ਼ਰੂਰਤ ਤੋਂ, ਜਿਹੜੀਆਂ ਆਪਾਂ ਜਿਨ੍ਹਾਂ ਦੇ ਪੱਥਰੀ ਬਾਰ-ਬਾਰ ਬਣ ਰਹੀ ਹੁੰਦੀ ਹੈ। ਤੇ ਜਿਹੜੀ ਆਪਣੀ ਨਾਰਮਲ ਰੂਟੀਨ ਦੇ ਵਿੱਚ ਵੀ ਆਪਾਂ ਨੂੰ ਕੈਲਸ਼ੀਅਮ ਉਨਾ ਹੀ ਚਾਹੀਦਾ ਹੁੰਦਾ ਹੈ ਜਿੰਨੀ ਸਾਡੇ ਸਰੀਰ ਨੂੰ ਚਾਹੀਦਾ, ਉਨਾ ਹੀ ਲੈਣਾ ਚਾਹੀਦਾ ਹੈ। ਉਸ ਤੋਂ ਵੱਧ, ਜ਼ਰੂਰਤ ਤੋਂ ਵੱਧ ਹਰ ਚੀਜ਼ ਜਿਹੜੀ ਹੈ ਉਹ ਤੁਹਾਡੇ ਅੰਦਰ ਜਿਹੜੀ ਹੈ ਸਟੋਨ ਨੂੰ ਬਣਾ ਸਕਦੀ ਹੈ, ਠੀਕ ਹੈ। ਜਿਸ ਤਰ੍ਹਾਂ ਹੁਣ ਕਈ ਲੋਕ ਹੈ ਉਹ ਕੀ ਕਰਦੇ ਆ, 3-4 ਗਲਾਸ ਦੁੱਧ ਦੇ ਵੀ ਪੀ ਲੈਂਦੇ ਆ ਜੀ, ਦਹੀਂ ਵੀ ਖਾ ਲਿਆ, ਪਨੀਰ ਵੀ ਖਾ ਲਿਆ, ਤੇ ਕੈਲਸ਼ੀਅਮ ਅੰਦਰ ਜ਼ਿਆਦਾ ਚਲੇ ਗਿਆ ਤੇ ਉਹਦੇ ਨਾਲ ਜਿਹੜੀ ਹੈ ਸਟੋਨ ਜਿਹੜੀ ਹੈ ਉਹ ਬਣਦੀ ਹੈ। ਹਰ ਚੀਜ਼ ਨੂੰ ਵਰਤਣਾ ਹੈ ਪਰ ਇੱਕ ਲਿਮਿਟ ਦੇ ਵਿੱਚ ਵਰਤਣਾ ਹੈ, ਤੇ ਪਾਣੀ ਵੀ ਜ਼ਿਆਦਾ ਪੀਣਾ ਹੈ। ਲੋ ਭਾਈ, ਪੱਥਰੀ ਦਾ ਇੱਕ ਜੜ ਤੋਂ ਖਤਮ ਕਰਨ ਵਾਲੀ ਚੀਜ਼ ਨੂੰ ਆਪਾਂ ਤੁਹਾਡੇ ਨਾਲ ਰੂਬਰੂ ਲੈ ਕੇ ਆ ਗਏ ਆ ਕਿ ਭਾਈ ਪਾਣੀ ਦੀ ਮਾਤਰਾ ਘਟੀ ਤੇ ਤੁਹਾਡੇ ਸਰੀਰ ਦੇ ਅੰਦਰ ਪੱਥਰੀ ਵਧੀ। ਬਹੁਤ ਵਧੀਆ ਜੀ, ਹੈਨਾ। ਤਾਂ ਭਾਈ ਤੁਸੀਂ ਘਰੇਲੂ ਉਪਚਾਰ ਵੀ ਆਪਾਂ ਥੋੜਾ ਜਿਹਾ ਨੁਕਤਾ ਕਰ ਲਈਏ ਸਾਂਝਾ, ਟਾਈਮ ਤਾਂ ਥੋੜਾ ਰਹਿ ਗਿਆ, ਫਿਰ ਵੀ ਘਰੇਲੂ ਉਪਚਾਰ ਸਾਡੇ ਰਸੋਈ ਦੇ ਵਿੱਚ ਇਹੋ ਜਿਹੀਆਂ ਚੀਜ਼ਾਂ ਹੁੰਦੀਆਂ ਨੇ ਜਿਨ੍ਹਾਂ ਦੀ ਵਰਤੋਂ ਕਰਕੇ, ਜਾਂ ਸਾਡੇ ਘਰ ਵਿੱਚ ਆਲੇ ਦੁਆਲੇ ਇਹੋ ਜਿਹੇ ਪਲਾਂਟਸ ਲੱਗੇ ਹੁੰਦੇ ਨੇ ਇਹਨਾਂ ਦੀ ਵਰਤੋਂ ਕਰਕੇ ਅਸੀਂ ਜਿਹੜੇ ਆ ਪੱਥਰੀ ਹੋਣ ਤੋਂ ਸਾਡਾ ਬਚਾਅ ਹੋ ਸਕਦਾ ਹੈ, ਜਾਂ ਜਿਨ੍ਹਾਂ ਨੂੰ ਪੱਥਰੀ ਹੋ ਜਾਂਦੀ ਹੈ ਦਵਾਈਆਂ ਦੇ ਨਾਲ ਜਿਹੜੀਆਂ ਚੀਜ਼ਾਂ ਇਹ ਸਹਿਯੋਗੀ ਸਿੱਧ ਹੁੰਦੀਆਂ ਨੇ।
ਜਿਵੇਂ ਕਿ ਆਪਾਂ ਆਪਣੇ ਘਰ ਵਿੱਚ ਪੱਥਰ ਚੱਟ ਦਾ ਬੂਟਾ ਆਮ ਤੌਰ ਤੇ ਲੱਗਿਆ ਹੁੰਦਾ ਹੈ। ਅੱਗੇ ਹੁੰਦਾ ਸੀ ਜੀ, ਹੁਣ ਨਹੀਂ ਹੁੰਦਾ। ਅੱਛਾ ਜੀ। ਅੱਗੇ ਹੁੰਦੇ ਸੀ, ਹੁਣ ਨਹੀਂ ਹੁੰਦੇ। ਪੱਥਰ ਚੱਟ ਦਾ ਬੂਟਾ ਮਿਲ ਜਾਂਦਾ ਹੈ, ਹਰ ਘਰ ਦੇ ਵਿੱਚ ਲਾਉਣਾ ਜ਼ਰੂਰੀ ਆ ਜੀ ਬਿਲਕੁਲ। ਤੇ ਇਹਨੂੰ ਘਰਾਂ ਦੇ ਵਿੱਚ ਹਰਬਲ ਪਲਾਂਟਸ ਵੀ ਲਗਾਉਣੇ ਚਾਹੀਦੇ ਨੇ। ਬਿਲਕੁਲ। ਤੇ ਪੱਥਰ ਚੱਟ ਦੇ 2 ਪੱਤੇ ਸਵੇਰੇ, 2 ਪੱਤੇ ਸ਼ਾਮ ਨੂੰ ਚਬਾ ਕੇ ਉੱਪਰੋਂ ਪਾਣੀ ਪੀ ਲੈਣ ਦੇ ਨਾਲ ਵੀ ਜਿਹੜੀ ਪੱਥਰੀ ਹੈਗੀ ਹੈ, ਛੋਟੀ ਮੋਟੀ ਪੱਥਰੀ ਜਿਹਨੂੰ ਕਹਿੰਦੇ ਜਿਵੇਂ ਰੇਤਾ ਹੀ ਬਣੀ ਹੁੰਦੀ ਹੈ, ਹਾਂਜੀ ਠੀਕ ਹੈ, ਉਹ ਵੀ ਜਿਹੜੀ ਸ਼ੁਰੂਆਤੀ ਦਿਨ ਹਜੇ ਬਿਲਕੁਲ ਜਿਹੜੀ ਸ਼ੁਰੂਆਤੀ ਹੁੰਦੀ ਹੈ, ਤੇ ਜਿਨ੍ਹਾਂ ਦੀ ਨਹੀਂ ਬਣੀ ਉਹ ਵੀ ਲੈ ਸਕਦੇ ਪੱਥਰ ਚੱਟ ਮਹੀਨੇ ਵਿੱਚ ਇੱਕ ਅੱਧੀ ਵਾਰੀ ਜੀ ਲੈ ਸਕਦੇ ਆ, ਹੈਨਾ, ਕਿ ਬਣੇ ਨਾ ਜੀ। ਤੇ ਇਹ ਜਿਹੜੀ ਹੈ ਪੱਥਰ ਚੱਟ ਦੇ ਪੱਤਿਆਂ ਦਾ ਸੇਵਨ ਕਰਨ ਦੇ ਨਾਲ ਵੀ ਜਿਹੜੀ ਹੈ ਪੱਥਰੀ ਜਿਹੜੀ ਹੈਗੀ ਆ ਉਹਨੂੰ ਹਟਾਉਣ ਦੇ ਵਿੱਚ ਸਹਿਯੋਗੀ ਸਿੱਧ ਹੁੰਦੇ ਨੇ ਜੀ। ਇਸ ਤੋਂ ਇਲਾਵਾ ਜੌਂ ਜਿਹੜੇ ਹੁੰਦੇ ਨੇ ਉਹਦੇ ਲੈ ਕੇ ਜੌਂ ਨੂੰ ਲੈ ਕੇ ਅਨਾਜ ਜੌਂ ਨੂੰ ਲੈ ਕੇ ਉਹਨੂੰ ਚੰਗੀ ਤਰ੍ਹਾਂ ਕੁੱਟ ਲੈਣਾ ਹੁੰਦਾ ਹੈ ਜੀ। ਆਪਾਂ ਤਕਰੀਬਨ 20 ਗ੍ਰਾਮ ਜੌਂ ਲੈਣੇ ਹੁੰਦੇ ਨੇ, ਉਹਨੂੰ ਚੰਗੀ ਤਰ੍ਹਾਂ ਕੁੱਟ ਕੇ ਪੀਸ ਕੇ ਤੇ ਪਾਣੀ ਦੇ ਵਿੱਚ ਰਾਤ ਨੂੰ ਭਿਓ ਦਿਓ ਜੀ। ਸਵੇਰੇ ਉੱਠ ਕੇ ਉਹਦੇ ਵਿੱਚ ਜਿਹੜਾ ਪਾਣੀ ਦੀ ਮਾਤਰਾ ਹੈ ਉਹ 4 ਕੱਪ ਹੋਣੀ ਚਾਹੀਦੀ ਹੈ ਜੀ। ਤੇ ਜਦੋਂ ਉਹਨੂੰ ਉਬਾਲਣਾ ਹੈ, ਉਬਾਲ ਕੇ ਜਦੋਂ 1 ਕੱਪ ਪਾਣੀ ਦਾ ਰਹਿ ਜਾਵੇ ਤਾਂ ਉਸ ਦਾ ਸੇਵਨ ਕਰਨ ਦੇ ਨਾਲ ਜਿਹੜੀ ਪੱਥਰੀ ਹੈ, ਜਿਹੜੀ ਛੋਟੀ ਛੋਟੀ ਪੱਥਰੀ ਹੁੰਦੀ ਹੈ ਉਹ ਨਿਕਲ ਜਾਂਦੀ ਹੈ ਤੇ ਉਹਨੂੰ ਜਾਂ ਵੱਡੀ ਪੱਥਰੀ ਨੂੰ ਵੀ ਤੋੜਨ ਵਿੱਚ ਸਹਿਯੋਗੀ ਹੁੰਦੇ ਨੇ। ਦੀਦੀ ਤੁਸੀਂ ਜੌਂਆਂ ਦੀ ਗੱਲ ਕੀਤੀ, ਹੁਣ ਮੈਨੂੰ ਹਾਸਾ ਵੀ ਆ ਰਿਹਾ। ਅਸੀਂ ਹੁਣ ਕਣਕਾਂ ਦੇ ਵਿੱਚ ਜੇ ਜੌਂ ਦਾ ਦਾਣਾ ਵੀ ਹੈ ਨਾ ਕੱਢ ਕੇ ਬਾਹਰ ਸੁੱਟਦੇ ਆ, ਹਨਾ, ਰੋਟੀ ਦੇ ਵਿੱਚ ਮਤਲਬ ਕੱਲੀ ਕਣਕ ਹੀ ਆ। ਅੱਗੇ ਅਸੀਂ ਬਜ਼ੁਰਗ ਵਾਕਈ ਜੌਂ ਵਿੱਚ ਰੱਖਦੇ ਸੀ ਨਾ, ਵਿੱਚ ਵਿੱਚ ਬੂਟਾ ਲਾ ਦਿੰਦੇ ਸੀ। ਹੁਣ ਤਾਂ ਅਸੀਂ ਜੌਂ ਏਦਾਂ ਕੱਢ ਕੇ ਬਾਹਰ ਸੁੱਟਦੇ ਜਿਵੇਂ ਦੁੱਧ ਚੋਂ ਮੱਖੀ ਕੱਢ ਕੇ, ਤੇ ਫਿਰ ਅਫੈਕਟ ਤਾਂ ਫਿਰ ਸਰੀਰ ਨੂੰ ਹੋਣਾ ਹੈ, ਕਿਉਂਕਿ ਜਿਹੜੀਆਂ ਸਹੀ ਤਰੀਕੇ ਵਾਲੀਆਂ ਚੀਜ਼ਾਂ ਆ ਉਹਨਾਂ ਨੂੰ ਤਾਂ ਅਸੀਂ ਜ਼ਿੰਦਗੀ ਦੇ ਵਿੱਚ ਮੈਦੇ ਨੂੰ ਲਈ ਆ ਰਹੇ ਹਾਂ ਤੇ ਦੂਜੀਆਂ ਚੀਜ਼ਾਂ ਨੂੰ ਕੱਢੀ ਜਾ ਰਹੇ ਆ। ਕਿਤੇ ਨਾ ਕਿਤੇ ਇਹ ਵੀ ਕਾਰਨ ਮੇਰੀ ਨਿਗਾਹ ਦੇ ਵਿੱਚ ਇਸ ਪ੍ਰੋਗਰਾਮ ਦੇ ਵਿੱਚੋਂ ਆਇਆ। ਬਿਲਕੁਲ ਜੀ ਬਿਲਕੁਲ। ਜੰਕ ਫੂਡ ਲੈਣਾ, ਕੋਲਡ ਡਰਿੰਕਸ ਲੈਣੇ, ਇਹ ਜਿਹੜੀਆਂ ਹੈਗੀਆਂ ਜਿੱਥੇ ਹੋਰ ਬਿਮਾਰੀਆਂ ਦੇ ਕਾਰਨ ਨੇ ਉੱਥੇ ਪੱਥਰੀ ਦਾ ਵੀ ਇੱਕ ਕਾਰਨ ਜੀ 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 ਜੀ। ਤੇ ਇਸ ਤੋਂ ਇਲਾਵਾ ਜਿਹੜਾ ਹੈਗਾ ਆਪਾਂ ਕੁਲਥ ਦੀ ਦਾਲ ਆਉਂਦੀ ਹੈ, ਇੱਕ ਕੁਲਥੀ ਦੀ ਦਾਲ ਜਾਂ ਕੁਲਥ ਦੀ ਦਾਲ ਵੀ ਕਹਿ ਦਿੰਦੇ ਹਾਂ ਅਸੀਂ ਉਹਨੂੰ। ਕੁਲਥ ਦੀ ਦਾਲ ਇਹ ਆਪਣੇ ਏਰੀਏ 'ਚ ਹੁੰਦੀ ਹੈ ਜੀ ਬਿਲਕੁਲ। ਇਹ ਮਾਰਕੀਟ 'ਚ ਆਮ ਤੌਰ ਤੇ ਇਹਨੂੰ ਮਿਲ ਜਾਂਦੀ ਹੈ ਜੀ। ਤੇ ਇਹ ਦਾਲ ਦਾ ਜਿਹੜਾ ਸੇਵਨ ਕਰਨ ਦੇ ਨਾਲ ਵੀ ਜਿਹੜੀ ਹੈ ਪੱਥਰੀ ਨਹੀਂ ਬਣਦੀ, ਥੋੜੀ ਜਿਹੀ ਗਰਮ ਹੁੰਦੀ ਹੈ। ਹੋਰ ਚੀਜ਼ਾਂ ਦੇ ਵਿੱਚ ਕੋਈ ਹੋਰ ਨਾਂ ਵੀ ਹੈਗਾ ਇਹਦਾ? ਕੁਲਥ ਦੀ ਦਾਲ ਹਾਰਸ ਗ੍ਰਾਮ ਕਹਿੰਦੇ ਨੇ। ਹਾਰਸ ਗ੍ਰਾਮ ਠੀਕ ਹੈ ਜੀ। ਤੇ ਇਹ ਜਿਹੜੀ ਹੈਗੀ ਆ, ਇਹ ਜਦੋਂ ਆਪਾਂ ਦਾਲ ਦਾ ਸੂਪ ਬਣਾ ਕੇ ਲੈਣ ਦੇ ਨਾਲ, ਖਾਸ ਕਰਕੇ ਥੋੜੀ ਗਰਮ ਹੁੰਦੀ ਹੈ, ਕਈ ਵਾਰੀ ਪੇਸ਼ੈਂਟ ਦੇ ਮੂੰਹ ਦੇ ਵਿੱਚ ਛਾਲੇ ਹੋ ਜਾਂਦੇ ਨੇ, ਪਰ ਇਹਨੂੰ ਬਹੁਤ ਧਿਆਨ ਨਾਲ ਥੋੜਾ ਸੇਵਨ ਕਰਨਾ ਚਾਹੀਦਾ ਹੈ। ਇਹਦੀ ਜਿਹੜੀ ਮਾਤਰਾ ਦਾ ਧਿਆਨ ਰੱਖਣਾ ਚਾਹੀਦਾ ਹੈ, ਜਿੱਦਾਂ ਕਿ ਤਕਰੀਬਨ 2 ਚਮਚੇ ਜਿਹੜੇ ਹੈਗੇ ਆ ਦਾਲ ਦੇ, ਉਹਨੂੰ 4 ਕੱਪ ਪਾਣੀ ਦੇ ਵਿੱਚ ਭਿਓ ਦਿਓ। ਉਸ ਤੋਂ ਬਾਅਦ ਇਹਨੂੰ ਉਬਾਲ ਕੇ ਜਦੋਂ 1 ਕੱਪ ਪਾਣੀ ਦਾ ਰਹਿ ਜਾਵੇ ਤਾਂ ਇਹਦਾ ਜਿਹੜਾ ਸੇਵਨ ਹੈ ਇਸ ਤਰੀਕੇ ਦੇ ਨਾਲ ਕੀਤਾ ਜਾ ਸਕਦਾ ਹੈ ਜੀ। ਸੂਪ ਦੇ ਰੂਪ ਦੇ ਵਿੱਚ ਕੀਤਾ ਜਾ ਸਕਦਾ ਜੀ। ਇਹਦਾ ਸੂਪ ਬਣਾ ਲਓ, ਇਹਦਾ ਕਾੜਾ ਬਣਾ ਲਓ, ਦਾਲ ਵੀ ਥੋੜੀ ਮਾਤਰਾ ਦੇ ਵਿੱਚ ਜਿਹੜੀ ਹੈ ਸੇਵਨ ਕੀਤੀ ਜਾ ਸਕਦੀ ਹੈ ਜੀ 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 ਜੀ। ਸੋ ਇਹਨਾਂ ਘਰੇਲੂ ਉਪਚਾਰਾਂ ਦੇ ਨਾਲ ਅਸੀਂ ਜਿਹੜੇ ਹੈਗੇ ਆ ਆਪਣੀ ਪੱਥਰੀ ਤੋਂ ਸਾਡਾ ਬਚਾਅ ਹੋ ਜਾਂਦਾ ਹੈ ਜੀ। ਕੁੱਲ ਮਿਲਾ ਕੇ ਪੱਥਰੀ ਤੇ ਤਾਂ ਅਸੀਂ ਡਿਸਕਸ਼ਨ ਕਰ ਲਈ, ਪੱਥਰੀ ਹੋਣ ਦੇ ਕਾਰਨ, ਪੱਥਰੀ ਦੀਆਂ ਕਿੰਨੀਆਂ ਕੈਟਾਗਰੀਆਂ ਆ, ਪੱਥਰੀ ਤੋਂ ਬਚਾਉਣ ਦੇ ਲਈ ਸਾਨੂੰ ਕੀ ਕੀ ਕਰਨਾ ਚਾਹੀਦਾ, ਖਾਣਾ ਕੀ ਚਾਹੀਦਾ ਆ, ਹਨਾ, ਤੇ ਰਹਿਣ ਸਹਿਣ ਕਿਵੇਂ ਦਾ ਹੋਣਾ ਚਾਹੀਦਾ। ਦੀਦੀ ਕੋਈ ਇਨਸਾਨ ਇਹਨਾਂ ਬਿਮਾਰੀਆਂ ਵੱਲ ਆਵੇ ਨਾ ਤੇ ਉਹਦੇ ਲਈ ਆਪਾਂ ਕਸਰਤ ਕਿਹੜੀ ਕਰੀਏ ਰੋਜ਼, ਹਨਾ, ਕਿਉਂਕਿ ਯੋਗ ਵੀ ਨਾਲ ਹੀ ਆ। ਆਯੁਰਵੇਦ ਦੇ ਵਿੱਚ ਯੋਗ ਦਾ ਤਾਂ ਬਹੁਤ ਖਾਸ ਮਹੱਤਵ ਹੈ ਨਾ ਜੀ। ਸਾਡਾ ਸਰੀਰ ਹਿਲਦਾ ਜੁਲਦਾ ਤਾਂ ਨਹੀਂ ਹੁਣ ਜੀ, ਹਨਾ। ਤੁਸੀਂ ਸੱਚ ਪਹਿਲਾਂ ਹੀ ਕਹਿਤਾ, ਮੈਂ ਵੀ ਕਹਿ ਦਵਾਂ, ਕੋਈ ਚੱਕ ਨਹੀਂ, ਮੈਂ ਵੀ ਨਹੀਂ ਇਸੇ ਕੈਟਾਗਰੀ ਦੇ ਵਿੱਚ ਆਉਣੀ ਆ। ਸਰੀਰ ਪੂਰਾ ਫਿੱਟ ਰਵੇ ਉਹਲੀ ਡਾਈਟ ਸਾਨੂੰ, ਕਿਉਂਕਿ ਅਸੀਂ ਕਿਤਾਬੀ ਕੀੜੇ ਜ਼ਿਆਦਾ ਬਣਦੇ ਜਾ ਰਹੇ ਹਾਂ। ਜੋ ਕਿਤਾਬ ਤੇ ਲਿਖਿਆ ਵੀ ਆਹ ਲੈ ਲਓ, ਇਸ ਦੇ ਹਿਸਾਬ ਨਾਲ ਆਪਣੀ ਡਾਈਟ ਪ੍ਰੋਪਰ, ਕੀ ਹਰ ਇੱਕ ਨੂੰ ਇੱਕੋ ਡਾਈਟ ਹਰ ਇੱਕ ਨੂੰ ਸਹੀ ਰਹਿੰਦੀ ਹੈ ਜਾਂ ਨਹੀਂ ਰਹਿੰਦੀ? ਨਹੀਂ ਜੀ, ਵੱਖਰੀ ਕੰਡੀਸ਼ਨਸ ਦੇ ਹਿਸਾਬ ਨਾਲ ਪੇਸ਼ੈਂਟ ਦੀ ਕੰਡੀਸ਼ਨ ਦੇਖ ਕੇ ਹੀ ਅਸੀਂ ਉਹਦੀ ਡਾਈਟ ਸੈਟਲਮੈਂਟ ਕਰਦੇ ਹਾਂ। ਕਿਉਂਕਿ ਹੁਣ ਇੱਕ ਪੇਸ਼ੈਂਟ ਹਾਰਟ ਪੇਸ਼ੈਂਟ ਹੈ, ਉਹਦਾ ਵਾਲਵ ਲੀਕ ਕਰ ਰਿਹਾ ਜੀ, ਠੀਕ ਹੈ, ਉਹਨੂੰ ਉਹ ਹਾਰਟ ਦੀ ਕੋਈ ਵੱਡੀ ਸਮੱਸਿਆ ਹੈ, ਜਾਂ ਕਿਡਨੀ ਦਾ ਕੋਈ ਪੇਸ਼ੈਂਟ ਹੈ, ਕਿਡਨੀ ਫੇਲੀਅਰ ਹੈ, ਅਸੀਂ ਉਹਨੂੰ ਕਵਾਂਗੇ ਕਿ 8-10 ਗਲਾਸ ਪਾਣੀ ਪੀ ਲਓ ਤਾਂ ਗਲਤ ਹੋ ਜਾਊਗਾ। ਬਿਲਕੁਲ। ਉਹਦਾ ਜਿਹੜਾ ਪਾਣੀ ਹੈ ਉਹਦੀ ਜਿਹੜੀ ਬਿਮਾਰੀ ਦੇ ਹਿਸਾਬ ਨਾਲ ਸੈੱਟ ਕਰਨਾ ਪਊਗਾ, ਲੱਛਣਾਂ ਦੇ ਹਿਸਾਬ ਦੇ ਨਾਲ ਸਾਰਾ ਕੁਝ ਜੀ। ਉਹਦੀ ਜਿਹੜਾ ਪਾਣੀ ਹੈ ਅਸੀਂ ਹਰ ਬੰਦੇ ਨੂੰ, ਇੱਕ ਸਵਸਥ ਵਿਅਕਤੀ ਦੇ ਲਈ 8 ਤੋਂ 10 ਗਲਾਸ ਹੋ ਸਕਦਾ ਹੈ, ਪਰ ਜਿਹੜਾ ਇੱਕ ਹਾਰਟ ਪੇਸ਼ੈਂਟ ਹੈ, ਕਿਡਨੀ ਪੇਸ਼ੈਂਟ ਹੈ, ਉਹਦੇ ਲਈ ਜਿਹੜੀ ਹੈ ਵੱਖਰੀ ਹੈ, ਕਿਉਂਕਿ ਹਰ ਇੱਕ ਨੂੰ ਅੱਜ ਕੱਲ ਕੋਈ ਨਾ ਕੋਈ ਰੋਗ ਲੱਗਾ ਹੋਇਆ ਹੈ। ਬਿਲਕੁਲ ਬਿਲਕੁਲ। ਤੇ ਕਿਸੇ ਨੂੰ ਸ਼ੂਗਰ ਹੈ, ਕਿਸੇ ਨੂੰ ਕੁਛ ਹੈ, ਉਸ ਲਈ ਪੇਸ਼ੈਂਟ ਦੇ ਹਿਸਾਬ ਦੇ ਨਾਲ ਹੀ ਜਿਹੜੀਆਂ ਸਾਨੂੰ ਦਵਾਈਆਂ ਦੇਣੀਆਂ ਪੈਂਦੀਆਂ ਨੇ। ਕੁਝ ਦਵਾਈਆਂ ਦੇ ਵਿੱਚ ਮਿੱਠਾ ਵੀ ਹੁੰਦਾ ਹੈ, ਸਾਨੂੰ ਉਸ ਹਿਸਾਬ ਨਾਲ ਦਵਾਈਆਂ ਦੇਣੀਆਂ ਪੈਂਦੀਆਂ ਨੇ ਜਿਹੜੀਆਂ ਸ਼ੂਗਰ ਫ੍ਰੀ ਹੋਣ ਜੀ ਜੀ। ਤੇ ਜਿਹੜੀ ਡਾਈਟ ਸੈਟਲਮੈਂਟ ਵੀ ਹੈ ਪੇਸ਼ੈਂਟ ਦੇ ਹਿਸਾਬ ਨਾਲ ਕਰਨੀ ਪੈਂਦੀ ਹੈ। ਤੇ ਜਿਹੜੀ ਆਪਾਂ ਨੂੰ ਐਕਸਰਸਾਈਜ਼ ਹੈ
ਉਹ ਵੀ ਪੇਸ਼ੈਂਟ ਦੇ ਹਿਸਾਬ ਦੇ ਨਾਲ ਹੀ ਦੱਸਣੀ ਪੈਂਦੀ ਹੈ ਕਿ ਉਹ, ਕਿਉਂਕਿ ਉਹਨਾਂ ਨੂੰ ਕਿਤੇ ਹੋਰ ਬਿਮਾਰੀ ਤਾਂ ਨਹੀਂ ਹੈ ਨਾਲ ਚੱਲ ਰਹੀ। ਸਾਰੀਆਂ ਚੀਜ਼ਾਂ ਨੂੰ ਨਾਲ ਲੈ ਕੇ ਤਾਂ ਮੈਂ ਵੀ ਕਹਾਂ ਕਿ ਚਲੋ ਡਾਕਟਰ ਦੇ ਕੋਲ ਜਾਈਦਾ ਤਾਂ ਉਹਨੂੰ ਦੱਸੀਦਾ ਕਿ ਹੁਣ ਬੁਖਾਰ ਦੀਆਂ ਹੀ ਬੜੀਆਂ ਕੈਟਾਗਰੀਆਂ ਹੋ ਗਈਆਂ ਹਨਾ, ਸਿਰ ਦਰਦ ਹੋ ਰਿਹਾ ਉਹਦੇ ਪਿੱਛੇ ਲੱਛਣਾਂ ਦਾ ਵੀ, ਹੁਣ ਤੇ ਤੁਸੀਂ ਅਸੀਂ ਤੇ ਕੱਲੀ ਇੱਕ ਤਰ੍ਹਾਂ ਦੀ ਪੱਥਰੀ ਦੀ ਗੱਲ ਹੈ, ਤੁਸੀਂ ਤਾਂ ਉਹ ਵੀ 12-13 ਤਰ੍ਹਾਂ ਦੀਆਂ ਗਿਣਾ ਦਿੱਤੀਆਂ ਵੀ ਹਨਾ। ਅੱਜ ਪਤਾ ਲੱਗਾ ਕਿ ਹਰ ਇੱਕ ਮੈਂਬਰ ਉਹਨੂੰ ਇੱਕੋ ਦਵਾਈ, ਕਈ ਕਹਿੰਦੇ ਨੇ ਨਾ ਮੈਂ ਆ ਦਵਾਈ ਖਾਧੀ ਸੀ ਮੇਰੀ ਪੱਥਰੀ ਠੀਕ ਹੋ ਗਈ ਹਨਾ, ਤੇ ਵੀ ਤੂੰ ਵੀ ਇਹੀ ਖਾ ਲਾ ਬਿਨਾਂ ਡਾਕਟਰ ਦੀ ਸਲਾਹ ਤੋਂ। ਕਿੰਨਾ ਕੁ ਸਹੀ ਆ ਜਾਂ ਕਿੰਨਾ ਕੁ ਮਤਲਬ ਸਾਨੂੰ ਇਸ ਤਰ੍ਹਾਂ ਕਰਨਾ ਚਾਹੀਦਾ? ਨਹੀਂ ਜੀ, ਇਹ ਬਿਲਕੁਲ ਸਹੀ ਨਹੀਂ ਹੈ। ਇਹ ਜਿਹੜੀ ਇੱਕ ਦਵਾਈ ਹੈ ਉਹ ਇੱਕ ਪੇਸ਼ੈਂਟ ਨੂੰ ਸੂਟ ਕਰ ਰਹੀ ਹੈ, ਦੂਸਰੇ ਨੂੰ ਨਹੀਂ ਵੀ ਸੂਟ ਕਰ ਸਕਦੀ। ਇਸ ਲਈ ਜਿਹੜੀ ਦਵਾਈ ਹੈ ਉਹ ਜੇ ਡਾਕਟਰ ਦੀ ਸਲਾਹ ਤੋਂ ਬਿਨਾਂ ਜਿਹੜੀ ਹੈ ਉਹ ਨਹੀਂ ਲੈਣੀ ਚਾਹੀਦੀ। ਜੀ 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 ਬਿਲਕੁਲ ਜੀ ਬਿਲਕੁਲ। ਦੀਦੀ ਜੇ ਕੁਝ ਰਹਿ ਗਿਆ ਮੇਰੇ ਤੋਂ ਪੁੱਛਣ ਵਾਲਾ ਹਨਾ, ਤੇ ਕੋਈ ਪੁਆਇੰਟ ਕੁਝ ਰਹਿ ਗਿਆ ਤਾਂ ਜਰੂਰ ਆਪਾਂ ਸਾਂਝਾ ਕਰ ਲਈਏ, ਕਿਉਂਕਿ ਇਸ ਵਿਸ਼ੇ ਨੂੰ ਪੂਰਾ ਕਲੀਅਰ ਕਰਨਾ ਆਪਾਂ ਜ਼ਰੂਰੀ ਆ। ਹਾਂਜੀ, ਬਸ ਇਹਦੇ ਵਿੱਚ ਇਹੀ ਹੈ ਕਿ ਆਪਾਂ ਆਪਣਾ ਜਿਹੜਾ ਪਾਣੀ ਦੀ ਮਾਤਰਾ ਨੂੰ ਵਧਾਉਣਾ ਹੈ, ਠੀਕ ਹੈ, ਡਾਈਟ ਦਾ ਆਪਣਾ ਧਿਆਨ ਰੱਖਣਾ ਹੈ। ਕੁਝ ਚੀਜ਼ਾਂ ਜਿਹੜੀਆਂ ਲੈਣ ਵਾਲੀਆਂ ਹੈ ਉਹ ਲੈਣੀਆਂ ਹਨ, ਕੁਝ ਚੀਜ਼ਾਂ ਜਿਹੜੀਆਂ ਅਸੀਂ ਬਿਲਕੁਲ ਨਹੀਂ ਲੈਂਦੇ ਉਹਨਾਂ ਨੂੰ ਆਪਣੀ ਡਾਈਟ ਵਿੱਚ ਐਡ ਕਰਨਾ ਹੁੰਦਾ ਹੈ। ਯੋਗਾ ਦੀ ਨੂੰ ਆਪਾਂ ਜਿਹੜਾ ਆਪਣੀ ਲਾਈਫ ਦੇ ਵਿੱਚ ਜਿਹੜਾ ਹੈਗਾ ਐਡ ਕਰ ਸਕਦੇ ਹਾਂ, ਜਿੱਦਾਂ ਕਿ ਯੋਗਾ ਦੇ ਵਿੱਚ ਖਾਸ ਕਰਕੇ 5 ਪ੍ਰਾਣਾਯਾਮ ਨੇ। ਭਸਤ੍ਰਿਕਾ ਪ੍ਰਾਣਾਯਾਮ ਹੈ, ਠੀਕ ਹੈ, ਜਿਹਨੂੰ ਅਸੀਂ ਡੀਪ ਬਰੀਥਿੰਗ ਕਰਨਾ ਕਹਿੰਦੇ ਆ। ਲੰਬੇ ਲੰਬੇ ਸਾਹ ਲੈਣਾ, ਮੂੰਹ ਨੂੰ ਬੰਦ ਰੱਖਣਾ ਤੇ ਨੱਕ ਰਾਹੀਂ ਸਾਹ ਲੈਣਾ ਤੇ ਨੱਕ ਰਾਹੀਂ ਛੱਡਣਾ। ਤੇ ਇਸ ਤੋਂ ਇਲਾਵਾ ਜਿਹੜਾ ਕਪਾਲ ਭਾਤੀ ਪ੍ਰਾਣਾਯਾਮ ਹੁੰਦਾ ਹੈ, ਜਿਹਦੇ ਵਿੱਚ ਜਿਹੜਾ ਹੈ ਸਾਹ ਅਸੀਂ ਖਿੱਚਣਾ ਜ਼ੋਰ ਨਾਲ ਨੱਕ ਰਾਹੀਂ ਬਾਹਰ ਛੱਡਦੇ ਆ ਤੇ ਪੇਟ ਅੰਦਰ ਨੂੰ ਜਾਂਦਾ ਹੈ। ਤੇ ਇਸ ਤੋਂ ਬਾਅਦ ਅਨੁਲੋਮ ਵਿਲੋਮ ਪ੍ਰਾਣਾਯਾਮ, ਜਿਹਦੇ ਵਿੱਚ ਅਸੀਂ ਇੱਕ ਨੱਕ ਰਾਹੀਂ ਸਾਹ ਲੈਂਦੇ ਆ ਤੇ ਦੂਸਰੇ ਰਾਹੀਂ ਛੱਡਦੇ ਆ, ਫਿਰ ਜਿੱਥੋਂ ਅਸੀਂ ਛੱਡਦੇ ਆ ਦੂਸਰੇ ਰਾਹੀਂ, ਜਿੱਥੋਂ ਅਸੀਂ ਛੱਡਦੇ ਆ ਉਧਰੋਂ ਦੀ ਲੈ ਕੇ ਦੂਸਰੇ ਰਾਹੀਂ ਛੱਡ ਦਿੰਦੇ ਆ ਜੀ। ਅਨੁਲੋਮ ਵਿਲੋਮ ਪ੍ਰਾਣਾਯਾਮ ਜਿਹੜਾ ਹੈਗਾ ਬ੍ਰਾਹਮਰੀ ਪ੍ਰਾਣਾਯਾਮ ਹੈ, ਠੀਕ ਹੈ। ਇਸ ਤਰ੍ਹਾਂ ਜਿਹੜੇ ਹੈਗੇ ਆ ਆਪਣੇ ਵੱਖਰੇ ਵੱਖਰੇ ਪ੍ਰਾਣਾਯਾਮ ਦੀ ਸਹਾਇਤਾ ਜ਼ਰੂਰ ਲੈਣੀ ਚਾਹੀਦੀ ਹੈ, ਜਿਹੜੇ ਕਿ ਪੱਥਰੀਆਂ ਨੂੰ ਬਣਨ ਤੋਂ ਰੁਕਣ ਵਿੱਚ। ਮਤਲਬ ਪੇਟ ਦੀ ਹਲਚਲ ਜ਼ਰੂਰੀ ਹੈ ਕਿ ਪੇਟ ਹਿਲਦਾ ਰਵੇ, ਤੇ ਖਾਦਾ ਪੀਤਾ ਜੇ ਕਿਤੇ ਲੱਗਾ ਲੁੱਗਾ ਵੀ ਹੈ ਤਾਂ ਉਹ ਵੀ ਸੈੱਟ ਹੋ ਜਾਵੇ, ਪਾਣੀ ਪੀਤਾ ਤੇ ਜੇ ਕੋਈ ਰਹਿੰਦ ਖੂੰਦ ਰਹਿ ਗਈ ਆ। ਕਿਉਂਕਿ ਸਾਡੇ ਬਜ਼ੁਰਗ ਤੇ ਇੱਕ ਯੋਗਾ ਵਾਲੇ ਅਧਿਆਪਕ ਕਹਿੰਦੇ ਹੁੰਦੇ ਨੇ ਕਿ ਜਦੋਂ ਅਸੀਂ ਪਾਣੀ ਨਾਲੀ ਵਿੱਚ ਦੀ ਲਗਾਤਾਰ ਵਹਾ ਰਹੇ ਆ ਤਾਂ ਜਾਲਾ ਬਣਨਾ ਸੁਭਾਵਿਕ ਆ, ਤੇ ਉਸ ਜਾਲੇ ਦੇ ਨਾਲ ਕੁਝ ਨਾ ਕੁਝ ਅੜ ਕੇ ਤੇ ਉਹ ਬੰਨ੍ਹਣਾ ਪੈ ਜਾਊਗਾ ਨਾ, ਮਤਲਬ ਪਾਣੀ ਉੱਪਰ ਦੀ ਕ੍ਰਾਸ ਕਰੂਗਾ। ਤੇ ਸਾਡੇ ਸਰੀਰ ਵੀ ਇਸੇ ਤਰ੍ਹਾਂ ਜੇ ਇਹਨੂੰ ਹਿਲਾਵਾਂਗੇ ਨਹੀਂ, ਸਾਫ਼ ਨਹੀਂ ਕਰਾਂਗੇ ਤਾਂ ਸੁਭਾਵਿਕ ਬਿਮਾਰੀਆਂ ਹੋਣਗੀਆਂ। ਤਾਂ ਬਈ ਹੁਣ ਥੋੜਾ ਜਿਹਾ ਸਿਆਲ ਹੈਗੇ ਆ, ਤੁਸੀਂ ਭੱਜ ਜ਼ਿਆਦਾ ਸਕਦੇ ਨਹੀਂ ਕਿਉਂਕਿ ਠੰਡ ਦੇ ਵਿੱਚੋਂ ਘਰੋਂ ਨਿਕਲਣਾ ਨਹੀਂ, ਬੈੱਡ ਤੇ ਪਏ ਹੀ ਤੁਸੀਂ ਆਸਣ ਕਰ ਸਕਦੇ ਹੋ ਤਾਂ ਬਿਮਾਰੀਆਂ ਤੋਂ ਦੂਰ ਰਹਿ ਸਕਦੇ ਹੋ। ਡਾਕਟਰ ਨਵਜੋਤ ਜੀ ਤੁਸੀਂ ਆਏ, ਬਹੁਤ ਕੀਮਤੀ ਜਾਣਕਾਰੀਆਂ ਸਾਂਝੀਆਂ ਕੀਤੀਆਂ। ਇਸੇ ਤਰ੍ਹਾਂ ਆਪਣਾ ਕੀਮਤੀ ਸਮਾਂ ਸਾਨੂੰ ਦਿੰਦੇ ਰਿਹਾ ਕਰੋ। ਮੈਂ ਸੋਚਦੀ ਹਾਂ ਕਿ ਇਹਨਾਂ ਦਿਨਾਂ ਦੇ ਵਿੱਚ ਹਨਾ ਇੱਕ ਵਾਇਰਲ ਹੀ ਆ ਕਿ ਸਮਾਂ ਜਿਹੜਾ ਗੜਬੜ ਜਿਹਾ ਚੱਲ ਰਿਹਾ ਥੋੜਾ ਹਨਾ, ਮੌਸਮ ਇੱਕਦਮ ਠੰਡਾ ਹੋ ਗਿਆ, ਬੁਖਾਰ ਕਈ ਤਰ੍ਹਾਂ ਦੀਆਂ ਕੈਟਾਗਰੀ ਦੀਆਂ। ਮੈਂ ਚਾਹੁੰਦੀ ਕਿ ਤੁਸੀਂ ਇਸ ਤੇ ਵੀ ਕਿਸੇ ਦਿਨ ਸਾਡੇ ਨਾਲ ਜ਼ਰੂਰ ਟਾਕ ਕਰੋ। ਜੋ ਅੱਜ ਦੇ ਸਮੇਂ ਦੇ ਵਿੱਚ ਪੇਸ਼ੈਂਟ ਕਾਫੀ ਮਤਲਬ ਭੈਣ ਭਰਾ ਦਿੱਕਤ ਵਿੱਚ ਆ ਰਹੇ, ਮੈਂ ਪੇਸ਼ੈਂਟ ਨਹੀਂ ਕਹੂੰਗੀ, ਭੈਣ ਭਰਾ ਇਸ ਦੀ ਲਪੇਟ ਦੇ ਵਿੱਚ ਆ ਰਹੇ ਆ, ਤਾਂ ਉਹਦੇ ਬਾਰੇ ਵੀ ਆਪਾਂ ਵਿਚਾਰ ਚਰਚਾ ਜ਼ਰੂਰ ਕਰਾਂਗੇ। ਬਿਲਕੁਲ ਜੀ ਜੀ। ਸੋ ਤੁਸੀਂ ਅੱਜ ਆਏ ਉਚੇਚੇ ਤੌਰ ਤੇ ਜਲੰਧਰ ਤੋਂ ਹਨਾ, ਠੰਡ ਦੇ ਵਿੱਚ ਵੀ ਤੁਹਾਡਾ ਬਹੁਤ ਬਹੁਤ ਸ਼ੁਕਰਾਨਾ, ਤੇ ਸਰੋਤਿਆਂ ਨੂੰ ਇੰਨੀ ਬਰੀਕੀ ਦੇ ਨਾਲ ਜਾਣਕਾਰੀ ਦਿੱਤੀ ਉਹਦੇ ਲਈ ਵੀ ਤੁਹਾਡਾ ਬਹੁਤ ਬਹੁਤ ਸ਼ੁਕਰਾਨਾ। ਆਪ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਜੀ। ਜੀ ਸਰੋਤਿਓ, ਇਹ ਸੀ ਅੱਜ ਦਾ ਪ੍ਰੋਗਰਾਮ ਸਾਂਝ, ਜਿਹਦੇ ਵਿੱਚ ਅੱਜ ਅਸੀਂ ਗੱਲਾਂ ਬਾਤਾਂ ਕੀਤੀਆਂ ਕਿ ਜਿਹੜੀ ਪੱਥਰੀ ਆ ਉਹਦੀਆਂ ਕੈਟਾਗਰੀਆਂ, ਤਾਂ ਪੱਥਰੀ ਨੂੰ ਸੈੱਟ ਕਰਨ ਦੇ ਲਈ ਅਸੀਂ ਕੀ ਕਰਨਾ, ਕੀ ਖਾਣਾ, ਕੀ ਨਹੀਂ ਕਰਨਾ। ਡਾਕਟਰ ਨਵਜੋਤ ਜੀ ਆਯੁਰਵੇਦ ਦੇ ਨਾਲ ਸੰਬੰਧਿਤ ਸਾਡੇ ਨਾਲ ਗੱਲਾਂ ਬਾਤਾਂ ਬਹੁਤ ਖੂਬਸੂਰਤ ਕੀਤੀਆਂ। ਜੇ ਤੁਸੀਂ ਪ੍ਰੋਗਰਾਮ ਦੁਬਾਰਾ ਸੁਣਨਾ ਚਾਹੁੰਦੇ ਹੋ ਤਾਂ ਸਾਡੇ ਅਵਤਾਰ ਰੇਡੀਓ ਦੇ ਫੇਸਬੁੱਕ ਪੇਜ ਤੋਂ ਸੁਣ ਸਕਦੇ ਹੋ ਬਾਅਦ ਵਿੱਚ, ਤਾਂ ਕੱਲੀ ਬਰੀਕੀ ਦੇ ਨਾਲ ਜਾਣਕਾਰੀ ਲੈ ਸਕਦੇ ਹੋ। ਤਾਂ ਦੀਦੀ ਹੁਣਾਂ ਦਾ ਨੰਬਰ ਵੀ ਮੈਂ ਜ਼ਰੂਰ ਨਾਲ ਦੀ ਨਾਲ ਛੱਡ ਕੇ ਜਾਵਾਂਗੀ। ਦੀਦੀ ਜੇ ਕੋਈ ਪੁੱਛਣਾ ਚਾਹਵੇ ਇਸ ਬਾਰੇ ਤੇ ਜ਼ਰੂਰ ਆਪਣਾ ਨੰਬਰ ਸਰੋਤਿਆਂ ਨਾਲ ਸਾਂਝਾ ਜ਼ਰੂਰ ਕਰ ਦਿਓ। ਜੀ, ਮੇਰਾ ਨਾਮ ਡਾਕਟਰ ਨਵਜੋਤ ਕੌਰ ਹੈ ਜੀ। ਮੋਬਾਈਲ ਨੰਬਰ 7837221021। ਇਹਨੂੰ ਪੰਜਾਬੀ ਦੇ ਵਿੱਚ 783 72 2101 ਜੀ। ਇਸ ਨੰਬਰ ਤੇ ਤੁਸੀਂ ਕਾਲ ਕਰਕੇ ਦੀਦੀ ਹੁਣਾਂ ਤੋਂ ਸਲਾਹ ਲੈ ਸਕਦੇ ਹੋ। ਤਾਂ ਜੇ ਤੁਸੀਂ ਉਹਨਾਂ ਨਾਲ ਸੰਪਰਕ ਕਰਦੇ ਆ, ਪੈਸੇ ਤਾਂ ਮੈਂ ਕਹੂੰਗੀ ਰਿਕਮੈਂਡ ਕਰੂੰਗੀ ਕਿ ਤੁਸੀਂ ਪਹਿਲਾਂ ਸਿੱਧਾ WhatsApp ਤੇ ਉਹਨਾਂ ਨੂੰ
ਗੱਲ ਕਰ ਲਿਓ ਲਿਖਤੀ ਰੂਪ ਦੇ ਵਿੱਚ, ਕਿਉਂਕਿ ਬਿਜੀ ਸ਼ਡਿਊਲ ਹੁੰਦਾ ਆ ਤੇ ਤੁਹਾਡੇ ਵਰਗੇ ਹੋਰ ਵੀ ਭੈਣ ਭਰਾ ਉਹਨਾਂ ਨਾਲ ਗੱਲਬਾਤ ਕਰ ਰਹੇ ਹੁੰਦੇ ਆ, ਤਾਂ ਫਿਰ ਦੀਦੀ ਰਿਪਲਾਈ ਜ਼ਰੂਰ ਕਰਨਗੇ। ਜਦੋਂ ਉਹਨਾਂ ਦਾ ਸਮਾਂ ਹੋਊਗਾ ਤਾਂ ਤੁਹਾਡੇ ਨਾਲ ਜ਼ਰੂਰ ਗੱਲਬਾਤ ਕਰਨਗੇ। ਬਹੁਤ ਬਹੁਤ ਸ਼ੁਕਰੀਆ ਜੀ, ਤੇ ਲਈਏ ਆਗਿਆ ਜੀ। ਜੀ ਸਾਰੇ ਸਰੋਤਿਆਂ ਤੋਂ ਅਸੀਂ ਆਗਿਆ ਲੈਨੇ। ਜਿਉਂਦੇ ਵਸਦੇ ਰਹੋ, ਆਪਣੀ ਸਿਹਤ ਦਾ ਖਾਸ ਖਿਆਲ ਰੱਖੋ ਤੇ ਅਵਤਾਰ ਰੇਡੀਓ ਸੁਣਦੇ ਰਹੋ, ਤੇ ਇਹ ਨਿੱਕੀਆਂ ਨਿੱਕੀਆਂ ਗੱਲਾਂ ਦੇ ਨਾਲ ਆਪਣੇ ਆਪ ਨੂੰ ਤੰਦਰੁਸਤ ਰੱਖੋ। ਜਿਉਂਦੇ ਵਸਦੇ ਰਹੋ। ਮੇਰਾ